श्री नानक पाद पंकज बंदन पाद पंकज बंदन सिमरो अंगद दुख निकंदन अमरदास गुर हृदय नित ध्यान गुर हृदय नित ध्यान श्री गुरु रामदास गुण गाओ घोर अर्जन विघ्नन के नाशक घोर विघ्नन के नाशक श्री हर गोबिंद शुभ मत प्रकाशक गुरु हर राय नमो कार जोरी नमो कार जोरी श्री हर कृष्ण मनाए बहोरी तेग बहादुर गुर परम कृपाला गुर परम कृपाला श्री गुरु गोबिंद सिंह विशाला तरों तरा तार पुन पुन शीसा पुन पुन शीसा बंदों बार बार जगदीशा जिसमें अमृत ज्ञान है माणक भगत विराग श्री गुरु ग्रंथ साहिब उदद बंदों अनुराग श्री गुर शब्द कमाए जिना जीते पंच विकार तिन संतन को बंदना सिर चरणन पर तार ओंकारा सतगुरु तेह प्रसाद सच होए वाहिगुरु जी की फतेह विघ्न विनाशन सोए एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए सतनाम श्री वाहिगुरु साहिब जी एक दिन कलगी धर फिर सिद्दकी सिख तीरा मोहकम सिंह अर दया सिंह हिम्मत सिंह धीरा इतियादक कर जोर कर अस गिरा बखानी श्री प्रभ हमें बताई है जिसते अनजानी एक दिन कलगी धर वाहिगुरु जी का खालसा वाहिगुरु जी की फतेह पतत पावन भगत वत्सल कृपा निधान जुगो जुग अटल चवर छत्र तख्त मालक प्रगट गुरां की देह प्रतख हर धन धन सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर धन धन श्री गुरु तेग बहादुर साहिब जी महाराज जी दे महान पावन पवित्र भजन बंदगी तप अस्थान गुरुद्वारा श्री भोरा साहिब जी पातशाही नौवीं विखे दिन दे चौथे पैर दे सजे हुए दीवाना दे अंदर हाजरियां भर रहे दर्शन दीदारे कर रहे गुरु प्यारी खालसा साध संगत जी साहिबां ने अपार बख्शिश कृपालता की है जो गुरु घर दे सतगुरां दे अस्थानां दे दर्शन दीदारे हो रहे ने गुर इतिहास की कथा आप श्रवण करन हित एकत्र होए हो। अमृतमयी बाणी का कीर्तन आप जी ने श्रवण किया है।
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀਆਂ ਸਾਖੀਆਂ ਸੁਣ ਰਹੇ ਹਾਂ। ਕੱਲ ਪ੍ਰਸੰਗ ਸਰਵਣ ਕੀਤੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਆਨੰਦਪੁਰ ਸਾਹਿਬ ਵਿੱਚ ਖੇਡ ਕੀਤੀ ਹੈ ਕਿ ਸਭ ਪਾਸੇ ਕਾਲ ਪੈਣ ਕਰਕੇ ਜਿੰਨੇ ਵੀ ਲੋਕ ਸਨ ਆਨੰਦਪੁਰ ਸਾਹਿਬ ਆ ਗਏ। ਜਿਹਨੂੰ ਪਤਾ ਲੱਗਦਾ ਹੈ ਅੰਨ ਮਹਿੰਗਾ ਹੋ ਗਿਆ, ਕਿਤੇ ਛਕਣ ਛਕਾਉਣ ਨੂੰ ਨਹੀਂ ਮਿਲਦਾ। ਗਰੀਬ ਲੋਕ ਜਿਹੜੇ ਸਨ ਕਾਲ ਪੈਣ ਕਰਕੇ ਆਨੰਦਪੁਰ ਸਾਹਿਬ ਆਉਣ ਲੱਗ ਪਏ। ਲੰਗਰ ਖੁੱਲ੍ਹਾ ਚੱਲ ਪਿਆ, ਬਹੁਤ ਭਾਰੀ ਭੀੜ ਰਹਿੰਦੀ ਹੈ। ਜਿੰਨਾ ਕੁ ਅੰਨ ਅੱਗੇ ਲੱਗਦਾ ਸੀ, ਅੱਗੇ ਵੀ ਸੰਗਤ ਤਾਂ ਬਹੁਤ ਆਉਂਦੀ ਸੀ, ਪਰ ਹੁਣ ਬਹੁਤ ਲੋਕ ਉਹ ਵੀ ਆਉਂਦੇ ਹਨ ਜਿਹੜੇ ਭੁੱਖ ਦੇ ਸਤਾਏ ਹੋਏ ਨੇ, ਕਿਤੇ ਕੋਈ ਸਹਾਰਾ ਨਹੀਂ ਹੈ। ਗੁਰੂ ਨਾਨਕ ਗੁਰੂ ਕਲਗੀਧਰ ਸਾਹਿਬ ਦਾ ਸਹਾਰਾ ਜਾਣ ਕੇ ਆਨੰਦਪੁਰ ਸਾਹਿਬ ਆਉਂਦੇ, ਦੋਵੇਂ ਸਮੇਂ ਰੱਜ ਕੇ ਲੰਗਰ ਛਕਦੇ। ਬਹੁਤ ਸੰਗਤ ਆਈ ਵੇਖ ਕੇ ਕੁਝ ਥੋੜ ਦਿਲੇ ਮਾਤਾ ਜੀ ਨੂੰ ਕਹਿੰਦੇ, ਮਾਤਾ ਜੀ ਜੇ ਐਦਾਂ ਹੀ ਆਪਾਂ ਇਹਨਾਂ ਨੂੰ ਲੰਗਰ ਖਵਾਉਂਦੇ ਰਹੇ ਅੰਨ ਤੇ ਮੁੱਕ ਜੂਗਾ, ਆਪਾਂ ਕਿੱਥੋਂ ਲਿਆਵਾਂਗੇ। ਮਾਤਾ ਵੀ ਸੁਣ ਕੇ ਚਿੰਤਾ ਜਾਗੇ ਵੀ ਇਹ ਗੱਲ ਤਾਂ ਠੀਕ ਕਹਿੰਦੇ ਹਨ। ਕਹਿੰਦੇ ਵੀ ਕੀ ਕਰੀਏ। ਸਲਾਹ ਦਿੱਤੀ ਵੀ 8 ਪਹਿਰਾਂ 'ਚ ਇੱਕ ਵੇਲੇ ਲੰਗਰ ਪਕਾਓ, ਉਹ ਵੀ ਥੋੜ੍ਹਾ ਪਕਾਓ। ਉੱਦਾਂ ਹੀ ਕਰ ਦਿੱਤਾ। ਸਤਿਗੁਰਾਂ ਕੋ ਖਬਰ ਗਈ, ਮਹਾਰਾਜ ਨਾਰਾਜ਼ ਹੋਏ। ਸਾਹਿਬਾਂ ਨੇ ਮਾਤਾ ਨੂੰ ਵੀ ਕਿਹਾ, ਮਾਂ ਜੇ ਘਰ ਵਿੱਚ ਕੁਝ ਹੋਵੇ ਫਿਰ ਲੁਕਾਈਦਾ ਨਹੀਂ ਹੁੰਦਾ, ਜਿੰਨਾ ਚਿਰ ਅੰਨ ਹੈ ਫਿਰ ਕਾਹਤੋਂ ਡਰਨਾ। ਪਰਮੇਸ਼ਰ ਵਾਹਿਗੁਰੂ ਆਪ ਸਹਾਈ ਹੁੰਦਾ ਹੈ। ਸ਼ਕਤੀ ਦੇ ਬਚਨ ਵੀ ਕਹੇ ਵੀ ਜਿਨ੍ਹਾਂ ਨੇ ਗੁਰੂ ਕਾ ਜਿਹੜਾ ਲੰਗਰ ਹੈ ਇਹ 'ਚ ਅਟਕਾ ਪਾਇਆ ਏ, ਮਾਤਾ ਜੀ ਤੁਹਾਨੂੰ ਵੀ ਹੁਣ ਬੜੀਆਂ ਬਿਪਤਾ ਵੇਖਣੀਆਂ ਪੈਣਗੀਆਂ। ਸਿੱਖਾਂ ਨੂੰ ਕਹਿੰਦੇ ਵੀ ਤੁਹਾਡੀ ਤਾਂ ਖੱਲ ਉਤਰੇਗੀ, ਬਹੁਤ ਔਖਾ ਸਮਾਂ ਆਵੇਗਾ। ਜਿਹੜੇ ਨਵੇਂ ਜੇ ਆਏ ਹੋ ਤੇ ਮਰਿਆਦਾ ਉਲਟਾ ਦਿੱਤੀ ਹੈ। ਮਾਫੀਆਂ ਮੰਗੀਆਂ। ਸਾਹਿਬ ਕਹਿੰਦੇ ਵੀ ਇਉਂ ਕਰਦੇ ਵੀ 40 ਸਾਲ ਚਲੋ ਮੁਸੀਬਤ ਨਹੀਂ ਆਉਂਦੀ ਸਾਡੇ ਜਾਣ ਤੋਂ ਬਾਅਦ। ਫੇਰ ਬੇਨਤੀ ਕੀਤੀ, ਫੇਰ ਕਹਿੰਦੇ ਚਲੋ 140 ਸਾਲ। ਅਖੀਰ ਬੇਨਤੀਆਂ ਕਰਨ ਤੇ ਕਹਿੰਦੇ ਜਿੰਨਾ ਚਿਰ ਲੰਗਰ ਵਰਤਾਓਗੇ ਉਹਨਾਂ ਚਿਰ ਮੁਸੀਬਤ ਆਉਂਦੀ ਨਹੀਂ, ਜਿੰਨਾ ਚਿਰ ਲੋੜਵੰਦਾਂ ਦੀ ਸੇਵਾ ਕਰੀ ਜਾਓਗੇ ਮੁਸੀਬਤ ਨਹੀਂ ਆਊਗੀ। ਪਰ ਨਾਲ ਕਹਿ ਦਿੱਤਾ, ਜਬੈ ਲੰਗਰ ਅਟਕਾ ਤਬੈ ਸ਼ਰਾਬ ਸਟਕਾ। ਕਹਿੰਦੇ ਜਦੋਂ ਲੰਗਰ ਬੰਦ ਕਰਤਾ, ਮਰਿਆਦਾ ਖਤਮ ਕਰਤੀ, ਉਸੇ ਵੇਲੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਸ਼ਰਾਬ ਹੈ ਉਹ ਵੀ ਚੱਲ ਕੇ ਆਵੇਗਾ। ਭਾਵ ਦੁਖੀ ਹੋਣਗੇ ਜਿਹੜੇ ਲੰਗਰ ਦੀ ਮਰਿਆਦਾ 'ਚ ਕੋਈ ਫਰਕ ਪਾਉਂਦੇ। ਇਹ ਵੇ ਕਲਗੀਧਰ ਮਹਾਰਾਜ ਸਾਹਿਬ ਜੀ ਇਹ ਖੇਡਾਂ ਕਰ ਰਹੇ ਹਨ। ਸਤਿਗੁਰਾਂ ਇਹ ਜਣਾਇਆ ਵੀ ਵੇਖੋ ਮਰਿਆਦਾ 'ਚ ਫਰਕ ਪਾਉਣ ਵਾਲੇ ਭਾਵੇਂ ਸਾਡੇ ਮਾਤਾ ਜੀ ਨੇ। ਮਾਤਾ ਜੀ ਨੇ ਕੀ ਭੁੱਲਣਾ ਸੀ, ਸ੍ਰੀ ਮਾਤਾ ਗੁਜਰੀ ਜੀ ਨੇ, ਪਰ ਫਿਰ ਵੀ ਸਾਹਿਬਾਂ ਨੇ ਇਹ ਜਣਾਤਾ ਵੀ ਭਾਵੇਂ ਸਾਡੇ ਮਾਤਾ ਜੀ ਨੇ, ਕੋਈ ਵੀ ਹੈ ਗੁਰੂ ਘਰ ਦੇ ਵਿੱਚ ਮਰਿਆਦਾ ਮੁੱਖ ਹੈ, ਲਿਹਾਜ਼ ਕਿਸੇ ਦਾ ਨਹੀਂ ਹੋਵੇਗਾ। ਇਸ ਤਰ੍ਹਾਂ ਮਰਿਆਦਾ ਮਹਾਰਾਜ ਸਾਹਿਬ ਜੀ ਸਥਾਪਨ ਕਰ ਰਹੇ ਹਨ। ਆਓ ਜਿਵੇਂ ਅੱਗੇ ਪ੍ਰਸੰਗ ਆ ਰਹੇ ਨੇ, ਸ਼ਹੀਦਾਂ ਸਿੰਘਾਂ ਦੀ ਪ੍ਰਸੰਗ ਨੇ। ਸਿੰਘਾਂ ਨੇ ਪੁੱਛਿਆ, ਮਹਾਰਾਜ ਸ਼ਹੀਦ ਕੌਣ ਹਨ? ਸ਼ਹੀਦਾਂ ਦੀ ਕਥਾ ਕਲਗੀਧਰ ਸਾਹਿਬ ਸਿੰਘਾਂ ਦੇ ਪੁੱਛਣ ਤੇ ਦੱਸਦੇ ਹਨ। ਸਾਰੀ ਸੰਗਤ ਹੀ ਰਸਨਾ ਕਰੀਏ ਪਵਿੱਤਰ। ਲਵਾਓ ਹਾਜ਼ਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਕਲਗੀਧਰ ਥਿਰੇ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ। ਇੱਕ ਦਿਨ ਦੀ ਗੱਲ ਹੈ, ਦੀਵਾਨ ਵਿੱਚ ਸੁਭਾਏ ਮਾਨ ਸਨ। ਮਹਾਰਾਜ ਸਾਹਿਬ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਦਰਸ਼ਨ ਕਰ ਰਹੇ ਹਾਂ, ਇਵੇਂ ਹੀ ਸਿੱਖ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਰਹੇ ਸਨ। ਸਿੱਧਕੀ ਸਿੱਖ ਤੀਰਾ। ਤੇ ਮਹਾਰਾਜ ਦੇ ਕੋਲ ਬਹੁਤੀ ਸੰਗਤ ਨਹੀਂ ਸੀ ਉਸ ਵੇਲੇ। ਕੁਝ ਸਿੱਧਕੀ ਸਿੱਖ ਸਨ, ਸਿਦਕ ਵਾਲੇ, ਭਰੋਸੇ ਵਾਲੇ, ਜਿਹੜੇ ਭਰੋਸਾ ਰੱਖਦੇ ਨੇ ਵੀ ਮਹਾਰਾਜ ਗੁਰੂ ਨਾਨਕ ਗੋਬਿੰਦ ਰੂਪ, ਜਿਨ੍ਹਾਂ ਨੂੰ ਭਰੋਸਾ ਹੈ ਵੀ ਪਾਰ ਬ੍ਰਹਮੀ ਨੇ ਪਾਤਸ਼ਾਹ। ਇਹੋ ਜਿਹੇ ਸਿਦਕ ਵਾਲੇ ਸਿੱਖ ਬੈਠੇ ਸਨ। ਮੋਹ
ਮੋਹਕਮ ਸਿੰਘ ਅਰ ਦਇਆ ਸਿੰਘ। ਉਹਨਾਂ ਦੇ ਕੁਝ ਦੇ ਨਾਮ ਦੱਸਦੇ ਨੇ ਵੀ ਜਿਵੇਂ ਪਿਆਰੇ ਭਾਈ ਮੋਹਕਮ ਸਿੰਘ ਜੀ, ਪਿਆਰੇ ਭਾਈ ਦਇਆ ਸਿੰਘ, ਹਿੰਮਤ ਸਿੰਘ ਧੀਰਾ, ਪਿਆਰੇ ਭਾਈ ਹਿੰਮਤ ਸਿੰਘ ਜੀ ਅਤੇ ਹੋਰ ਕੋਈ ਗੁਰੂ ਕੇ ਪਿਆਰੇ ਧੀਰ ਜਵਾਨ ਸਿੰਘ। ਇਹ ਗੁਰੂ ਕੇ ਖਾਲਸੇ ਗੁਰੂ ਕਲਗੀਧਰ ਮਹਾਰਾਜ ਦੇ ਕੋਲ ਬੈਠੇ ਸਨ। ਇਤਿਆਦ ਕਰ ਜੋਰ ਹਾਂ, ਕਰ। ਇਹ ਸਾਰੇ ਜਿਹੜੇ ਕੋਈ ਹੋਰ ਵੀ ਕਹਿੰਦੇ ਜਿਵੇਂ ਭਾਈ ਸਾਹਿਬ ਸਿੰਘ ਅਤੇ ਭਾਈ ਇਸੇ ਤਰ੍ਹਾਂ ਧਰਮ ਸਿੰਘ, ਕੁਝ ਹੋਰ ਗੁਰੂ ਕੇ ਪਿਆਰੇ ਸਿੱਖ ਜਿਹੜੇ ਭਾਈ ਮਹਾਰਾਜ ਸਾਹਿਬ ਜੀ ਦੀ ਸੇਵਾ 'ਚ ਹਾਜ਼ਰ ਰਹਿੰਦੇ, ਆਲਮ ਸਿੰਘ ਵਰਗੇ, ਭਾਈ ਸੁਨਾਸ ਸਿੰਘ ਵਰਗੇ, ਜਿਨ੍ਹਾਂ ਦੀ ਕਥਾ ਪਿੱਛੇ ਸੁਣੀ ਹੈ ਵੀ ਸਾਰੇ ਹੀ ਭੱਜ ਗਏ ਸਨ, ਉਹ ਨਹੀਂ ਸੀ ਇਕੱਲਾ ਭੱਜਿਆ। ਅਤੇ ਭਾਈ ਗੁਰਬਖਸ਼ ਸਿੰਘ ਰਾਮ ਕੋਇਰ ਜੀ ਵਰਗੇ ਜਿਹੜੇ ਸਿਦਕੀਅਤ ਦੇ ਆਦਿਕ ਸਿੱਖ ਸਨ। ਤੇ ਕੋਈ ਬਚਨ ਚੱਲਿਆ ਤੇ ਚੱਲਦਿਆਂ ਚੱਲਦਿਆਂ ਹੱਥ ਜੋੜ ਕੇ ਸਾਰੇ ਸਿੰਘ ਕਹਿਣ ਲੱਗੇ, ਹਸ ਕੇ ਰੱਬ ਬਖਾਨੀ। ਇਸ ਤਰ੍ਹਾਂ ਦੀ ਬੇਨਤੀ ਕੀਤੀ ਗੁਰੂ ਕਲਗੀਧਰ ਮਹਾਰਾਜ ਨੂੰ, ਸ੍ਰੀ ਪ੍ਰਭ ਹਮੇ ਬਤਾਈ ਇਹ ਸ਼੍ਰੀ ਸ਼੍ਰੋਮਣੀ ਪ੍ਰਭੂ ਰੱਬ ਦਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਾਨੂੰ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ, ਸਾਨੂੰ ਦੱਸਣਾ ਕਰੋ, ਸਾਨੂੰ ਕੁਝ ਨਹੀਂ ਪਤਾ। ਇਸ ਤੇ ਅਣਜਾਨੀ। ਆ ਜਿਹੜੀ ਗੱਲ ਤੋਂ ਅਸੀਂ ਬੜੇ ਅਣਜਾਣ ਹਾਂ, ਕੁਝ ਨਹੀਂ ਮਹਾਰਾਜ ਅਸੀਂ ਜਾਣਦੇ। ਸਾਹਿਬ ਕਹਿੰਦੇ ਵੀ ਕਿਹੜੀ ਗੱਲੋਂ ਅਣਜਾਣ ਹੋ, ਕੋਈ ਗੱਲ ਤਾਂ ਦੱਸੋ। ਜਿਨ ਕੋ ਨਾਮ ਸ਼ਹੀਦ ਹੈ। ਸਿੰਘ ਕਹਿਣ ਲੱਗੇ ਮਹਾਰਾਜ ਅਸੀਂ ਇਹ ਗੱਲ ਤੋਂ ਅਣਜਾਣ ਹੈ ਵੀ ਕਿਹਨਾਂ ਦਾ ਨਾਮ ਸ਼ਹੀਦ ਹੈ। ਜਿਵੇਂ ਆਪਾਂ ਕਹਿ ਦਿੰਦੇ ਵੀ ਸ਼ਹੀਦੀ ਫੌਜਾਂ ਨੇ, ਤੁਹਾਡੇ ਮੁਖੋਂ ਵੀ ਕਈ ਵਾਰ ਵਚਨ ਹੁੰਦਾ ਹੈ, ਪਾਤਸ਼ਾਹ ਇਹ ਦੱਸੋ ਵੀ ਇਹ ਸ਼ਹੀਦ ਕਿਹਨਾਂ ਦਾ ਨਾਮ ਹੈ, ਸ਼ਹੀਦੀ ਫੌਜ ਤੁਸੀਂ ਕਿਹਨਾਂ ਨੂੰ ਕਹਿੰਦੇ ਹੋ। ਕਿਆ ਕਿਰਤ ਕਰਨ ਤੇ। ਇਹ ਜਿਹੜੇ ਸ਼ਹੀਦ ਸਿੰਘ ਹਨ ਇਹ ਕੀ ਕੰਮ ਕਰਦੇ ਹਨ। ਗਤ ਮਿਤ ਇਨ ਕੀ ਕੌਣ ਹੈ। ਇਹਨਾਂ ਦੀ ਮਹਾਰਾਜ ਜਿਹੜੀ ਗਤ ਨਾਮ ਹੁੰਦਾ ਅਵਸਥਾ ਦਾ ਤੇ ਮਿਤ ਨਾਮ ਹੁੰਦਾ ਇਹ ਮਰਿਆਦਾ ਦਾ। ਵੀ ਸ਼ਹੀਦਾਂ ਸਿੰਘਾਂ ਦੀ ਮਹਾਰਾਜ ਕਿੱਡੀ ਕੁ ਵੱਡੀ ਅਵਸਥਾ ਹੈ, ਕਿੱਥੋਂ ਤੱਕ ਇਹਨਾਂ ਦੀ ਪਹੁੰਚ ਹੈ, ਕਿੱਥੇ ਤੱਕ ਜਾ ਸਕਦੇ ਨੇ, ਤੇ ਇਹਨਾਂ ਦੀ ਮਰਿਆਦਾ ਕੀ ਹੈ। ਸ਼ਹੀਦ ਸਿੰਘ ਕਿਹੜੀ ਮਰਿਆਦਾ ਦੇ ਅਨੁਸਾਰ ਚੱਲਦੇ ਹਨ। ਕਿਆ ਸਖਤ ਧਰਨ ਤੇ। ਫਿਰ ਮਹਾਰਾਜ ਇਹ ਵੀ ਸਾਨੂੰ ਦੱਸੋ ਵੀ ਸ਼ਹੀਦ ਸਿੰਘ ਕਿੱਡੀਆਂ ਕੁ ਸ਼ਕਤੀਆਂ ਤਾਕਤਾਂ ਰੱਖਦੇ ਹਨ। ਕਿਸ ਥਲ ਬਾਸਾ ਹੈ। ਤੇ ਫਿਰ ਮਹਾਰਾਜ ਇਹ ਵੀ ਦੱਸੋ ਕਿਸ ਥਲ ਬਾਸਾ ਹੈ ਕਿਤਕ, ਵੀ ਇਹਨਾਂ ਸ਼ਹੀਦਾਂ ਸਿੰਘਾਂ ਦਾ ਨਿਵਾਸ ਕਿਹੜੇ ਥਾਂ ਤੇ ਹੈ, ਕਿੱਥੇ ਰਹਿੰਦੇ ਨੇ ਸ਼ਹੀਦ। ਅਤੇ ਫਿਰ ਨਾਲ ਹੈ ਕਿਤਕ, ਤੇ ਇਹਨਾਂ ਦੀ ਗਿਣਤੀ ਕਿੰਨੀ ਕਾ ਸ਼ਹੀਦਾਂ ਸਿੰਘਾਂ ਦੀ ਮਹਾਰਾਜ ਉਹ ਵੀ ਦੱਸੋ। ਪਦਵੀ ਇਨ ਕੀਤੀ। ਇਹਨਾਂ ਦੀ ਪਦਵੀ ਜਿਹੜੀ ਆ ਉਹ ਪਰਮੇਸ਼ਰ ਦੇ ਦਰਬਾਰ ਵਿੱਚ ਕਿੱਡੀ ਕੁ ਵੱਡੀ ਆ, ਕਿੱਡੀ ਕੁ ਵੱਡੀ ਪਦਵੀ ਜਿਵੇਂ ਅਹੁਦੇ ਹੁੰਦੇ ਨੇ। ਮਹਾਰਾਜ ਇਹ ਦੱਸੋ ਵੀ ਵਾਹਿਗੁਰੂ ਦੇ ਦਰ ਘਰ ਦੇ ਵਿੱਚ, ਤੁਹਾਡੇ ਘਰ ਦੇ ਵਿੱਚ ਸ਼ਹੀਦਾਂ ਦੀ ਕਿੱਡੀ ਕੁ ਵੱਡੀ ਪਦਵੀ ਹੈ, ਕਿੱਡੀ ਕੁ ਮਹਾਨਤਾ ਹੈ। ਸਭ ਗਿਆਤਾ ਕੇ ਤੁਮ ਧਨੀ। ਕਿਉਂਕਿ ਜਿੰਨੀਆਂ ਵੀ ਸਾਹਿਬ ਜੀ ਜਾਣਕਾਰੀਆਂ ਹੁੰਦੀਆਂ ਨਾ, ਜਿੰਨੀ ਗਿਆਤ ਹੁੰਦੀ ਕਿਸੇ ਨੂੰ, ਜਿੰਨੇ ਵੀ ਤਰ੍ਹਾਂ ਦੇ ਗਿਆਨ ਹਨ, ਤੁਸੀਂ ਉਹਨਾਂ ਸਾਰਿਆਂ ਗਿਆਤਾ ਦੇ ਸਭ ਜਾਣਕਾਰੀਆਂ ਦੇ ਮਾਲਕ ਹੋ, ਤੁਸੀਂ ਸਭ ਜਾਣਦੇ ਹੋ। ਕਹੀਏ ਹਮ ਸੇਤੀ। ਸਾਡੇ ਨਾਲ ਮਹਾਰਾਜ ਇਹ ਗੱਲ ਖੋਲ ਕੇ ਦੱਸੋ, ਇਹ ਸਾਡੀ ਭਾਵਨਾ ਵੀ ਇਹ ਦੱਸੋ ਵੀ ਸ਼ਹੀਦ ਸਿੰਘ ਕੌਣ ਨੇ, ਕਿੱਡੀ ਕੁ ਵੱਡੀ ਤਾਕਤ ਰੱਖਦੇ ਹਨ। ਸੁਣ ਸਿੱਖਣ ਤੇ ਗੁਰ ਹਸੇ। ਸਿੱਖਾਂ ਕੋ ਸੁਣ ਕੇ ਕਲਗੀਧਰ ਮਹਾਰਾਜ ਮੁਸਕਰਾਏ ਨੇ। ਸਾਹਿਬ ਜੀ ਮੁਸਕਰਾਏ ਇਸ ਕਰਕੇ ਵੀ ਇਹ ਗੁੱਝੀਆਂ ਗੱਲਾਂ ਪੁੱਛਦੇ ਹਨ, ਇਹ ਗੁਪਤ ਗੱਲਾਂ ਪੁੱਛਦੇ ਹਨ। ਸ੍ਰੀ ਮੁਖ ਫਰਮਾਇਓ। ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਭਾਈ ਦਇਆ ਸਿੰਘ, ਧਰਮ ਸਿੰਘ ਆਦਿਕ ਸਿੰਘਾਂ ਕੋਲੋਂ ਆਪਣੇ ਪਿਆਰਿਆਂ ਕੋ ਸੁਣ ਕੇ ਮੁਖੋਂ ਵਚਨ ਕੀਤਾ। ਗੁਪਤ ਹੋਤੀ ਬੁਝੇ ਤੁਮ। ਬਾਦਸ਼ਾਹ ਕਹਿੰਦੇ ਵੀ ਇਹ ਬਾਤ ਤਾਂ ਗੁਪਤ ਹੈ, ਗੁਪਤ ਰਹਿੰਦੇ ਨੇ ਸ਼ਹੀਦ, ਉਹਨਾਂ ਦੀਆਂ ਸ਼ਕਤੀਆਂ, ਉਹਨਾਂ ਦੀਆਂ ਤਾਕਤਾਂ ਵੀ ਅਸੀਂ ਗੁਪਤ ਹੀ ਰੱਖਦੇ ਹਾਂ। ਪਰ ਤੁਸੀਂ ਕਹਿੰਦੇ ਵੀ ਸਾਡੇ ਕੋਲੋਂ ਪ੍ਰਗਟ ਹੀ ਪੁੱਛ ਲਿਆ ਵੀ ਸ਼ਹੀਦਾਂ ਬਾਰੇ ਦੱਸੋ ਵੀ ਕਿੱਡੀ ਕੁ ਤਾਕਤ ਦੇ ਮਾਲਕ ਹਨ। ਕਹਿ ਬਨ ਆਇਓ। ਪਾਤਸ਼ਾਹ ਕਹਿੰਦੇ ਫਿਰ ਜਿਹੜੇ ਸਾਡੇ ਸਿੱਖ ਜੋ ਸਾਨੂੰ ਪੁੱਛਣਾ ਚਾਹੁੰਦੇ ਆ ਨਾ, ਉਹ ਸਾਨੂੰ ਕਹਿਣਾ ਬਣ ਆਉਂਦਾ ਹੈ ਵੀ ਸਾਡੇ ਸਿੰਘਾਂ ਨੂੰ, ਸਾਡੇ ਖਾਲਸੇ ਨੂੰ ਸ਼ਹੀਦਾਂ ਬਾਰੇ ਪਤਾ ਹੋਵੇ। ਗੱਲ ਤਾਂ ਗੁਪਤ ਹੈ ਪਰ ਫਿਰ ਵੀ ਤੁਹਾਨੂੰ ਦੱਸਣਾ ਬਣਦਾ ਏ। ਸਤਿਗੁਰ ਸੰਗਤ ਆਪਣੀ। ਕਿਉਂਕਿ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਘਰ ਦੀ ਮਰਿਆਦਾ ਵੀ ਜਿਹੜੀਆਂ ਵੀ ਗੁਰਾਂ ਦੀਆਂ ਸੰਗਤਾਂ ਨੇ, ਜਿਹੜੇ ਗੁਰੂ ਤੇ ਭਰੋਸਾ ਰੱਖਦੇ ਨੇ ਸਿੱਖ, ਸਭ ਰੱਖੇ ਹਜੂਰਾਂ। ਉਹਨਾਂ ਸਾਰਿਆਂ ਨੂੰ ਮਹਾਰਾਜ ਆਪਣੀ ਹਜ਼ੂਰੀ ਦੇ ਵਿੱਚ ਰੱਖਦੇ ਨੇ। ਜਿਹੜੇ ਵੀ ਹਜ਼ੂਰੀ ਵਿੱਚ ਆਉਂਦੇ ਸਾਰਿਆਂ ਦੀ ਰੱਖਿਆ ਮਹਾਰਾਜ ਗੁਰੂ ਨਾਨਕ ਸਾਹਿਬ ਕਰਦੇ ਹਨ। ਸੇਵ
ਕੀ ਪਤ ਰਾਖਤੇ। ਆਪਣੇ ਸੇਵਕਾਂ ਦੀ ਇੱਜ਼ਤ ਪਤ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਰੱਖਦੇ ਹਨ। ਆਪੇ ਗੁਰ ਪੂਰਨ ਕਿਉਂਕਿ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪ ਹੀ ਪੂਰਨ ਪਰਮੇਸ਼ਰ ਦਾ ਰੂਪ ਗੁਰੂ ਸਾਹਿਬ ਹਨ। ਇਸ ਕਰਕੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ ਵੀ ਸਿੱਖਾਂ ਸੇਵਕਾਂ ਨੂੰ ਸਦਾ ਹਜ਼ੂਰੀ 'ਚ ਆਪਣੇ ਨਾਲ ਲਾ ਕੇ ਰੱਖਣਾ, ਇਹਨਾਂ ਦੀ ਸਹਾਇਤਾ ਕਰਨੀ, ਇੱਜ਼ਤ ਪੱਤ ਰੱਖਣੀ। ਜੋ ਇਹਨਾਂ ਦੇ ਮਨ ਦੇ ਭਰਮ ਸੰਸ਼ੇ ਸਵਾਲ ਹੋਣ ਸਾਰੇ ਭਰਮ ਦੂਰ ਕਰਨੇ ਤੇ ਸਵਾਲਾਂ ਦਾ ਉੱਤਰ ਦੇ ਕੇ ਇਹਨਾਂ ਅੰਦਰ ਸ਼ਰਧਾ ਵਧਾਉਣੀ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਹੈ। ਸੁਣ ਭਾਈ ਕਲ ਕਾਲ ਇਹ। ਸੁਣ ਭਾਈ ਮਹਾਰਾਜ ਕਹਿੰਦੇ ਹੈ ਪਿਆਰੇ ਭਾਈ ਦਇਆ ਸਿੰਘ ਜੀ, ਹੈ ਗੁਰਸਿੱਖੋ ਇਹ ਸੁਣੋ ਵੀ ਜਿਹੜਾ ਇਹ ਕਲਯੁਗ ਦਾ ਕਾਲ ਨਾਮ ਹੈ ਸਮੇਂ ਦਾ। ਕਲਯੁਗ ਦਾ ਜਿਹੜਾ ਬੜਾ ਭਿਆਨਕ ਸਮਾਂ ਚੱਲ ਰਿਹਾ ਏ, ਵਰਤਿਓ ਬੜ ਘੋਰੇ। ਬੜਾ ਕਹਿੰਦੇ ਵੀ ਘੋਰ ਭਿਆਨਕ ਸਮਾਂ ਵਰਤਣਾ ਸ਼ੁਰੂ ਹੋ ਗਿਆ ਹੈ। ਗੁਰ ਪਾਲੀ ਸਿੱਖ ਸਭਨ ਕੋ। ਪਰ ਇਹ ਕਲਯੁਗ ਦਾ ਭਾਵੇਂ ਸਮਾਂ ਜਿੰਨਾ ਮਰਜੀ ਮਾੜਾ ਹੈ ਨਾ, ਕਹਿੰਦੇ ਵੀ ਜੋ ਗੁਰੂ ਸਾਹਿਬ ਨੇ ਨਾ, ਗੁਰੂ ਨਾਨਕ ਦੇਵ ਸਾਹਿਬ, ਉਹ ਸਾਰੇ ਸਿੱਖਾਂ ਦੇ ਕਹਿੰਦੇ ਪਾਲੀ ਹਨ। ਪਾਲੀ ਨਾਮ ਹੁੰਦਾ ਪਾਲਕ ਦਾ, ਵੀ ਜਿਹੜਾ ਪਾਲਣਾ ਕਰਨ ਵਾਲਾ ਹੈ, ਜਿਹੜਾ ਸਾਂਭਣ ਵਾਲਾ ਹੈ। ਕਲਯੁਗ ਦਾ ਸਮਾਂ ਤੇ ਬੜਾ ਔਖਾ ਹੈ। ਜਿਵੇਂ ਸਾਧ ਸੰਗਤ ਸਤਯੁਗ ਦੇ ਵਿੱਚ ਵੀ ਉਹ ਮਹਾਤਮਾ ਦਾ ਨਾਮ ਵਿਸਰ ਗਿਆ, ਕਹਿੰਦੇ ਉਹਨੇ ਸਤਯੁਗ ਦੇ ਵਿੱਚ ਹੀ ਕਲਯੁਗ ਵਰਤਾ ਦਿੱਤਾ ਸੀ। ਤੇ ਜਦੋਂ ਕਲਯੁਗ ਕਈ ਹਜ਼ਾਰ ਵਰੇ ਵਰਤਿਆ, ਉਸ ਵੇਲੇ ਇਹ ਬਚਨ ਹੋਏ ਸਨ ਵੀ ਹੈ ਤਾਂ ਸਮਾਂ ਸਤਯੁਗ ਦਾ ਸੀ, ਪਰ ਇਹਦੇ ਵਿੱਚ ਵੀ ਕਲੇ ਦਾ ਸਮਾਂ ਆ ਗਿਆ। ਪਰ ਜਦੋਂ ਕੋਈ ਨਹੀਂ, ਕਲਯੁਗ ਦਾ ਸਮਾਂ ਆਵੇਗਾ, ਉਸ ਸਮੇਂ ਵਿੱਚ ਪਰਮੇਸ਼ਰ ਆਪ ਆਪਣਾ ਸਰੂਪ ਪ੍ਰਗਟ ਕਰਨਗੇ। ਉਹ ਕਲਯੁਗ ਦੇ ਵਿੱਚ ਹੀ ਸਤਯੁਗ ਵਰਤਾ ਦੇ ਦੇਣਗੇ। ਆ ਸਾਧ ਸੰਗਤ 'ਚ ਬੈਠੇ ਆ, ਇਹ ਸਤਯੁਗ ਹੀ ਵਰਤ ਰਿਹਾ, ਇਹ ਸੱਚਖੰਡ ਹੀ ਬਣਿਆ। ਇੱਥੋਂ ਬਾਹਰ ਹੀ ਨਿਕਲ ਜੀਏ ਉਸ ਵੇਲੇ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ। ਨਿੱਕੀ ਨਿੱਕੀ ਗੱਲ ਤੋਂ ਚਿੰਤਾ, ਫਿਕਰ, ਲੜਾਈਆਂ, ਝਗੜੇ, ਤੇ ਜਦੋਂ ਮਹਾਰਾਜ ਦੇ ਚਰਨਾਂ 'ਚ ਆ ਜੀ ਉਦੋਂ ਸਾਰਾ ਕੁਝ ਭੁੱਲ ਜਾਂਦਾ ਹੈ। ਇਹ ਸਤਿਯੁਗ ਗੁਰੂ ਨਾਨਕ ਸਾਹਿਬ ਨੇ ਕਲਯੁਗ ਦੇ ਵਿੱਚ ਹੀ ਸਤਿਯੁਗ ਵਰਤਾ ਦਿੱਤਾ। ਤੇ ਕਲਗੀਧਰ ਮਹਾਰਾਜ ਸਾਹਿਬ ਕਹਿੰਦੇ ਵੀ ਕਲਯੁਗ ਦਾ ਸਮਾਂ ਤੇ ਬੜਾ ਮਾੜਾ, ਪਰ ਜਿਹੜੇ ਸਿੱਖ ਸੇਵਕ ਹਨ ਗੁਰੂ ਸਾਹਿਬ ਦੀ, ਇਹਨਾਂ ਦੀ ਪਾਲਣਾ ਕਰਕੇ ਰੱਖਦੇ ਨੇ, ਆਪਣੇ ਸਿੱਖਾਂ ਨੂੰ ਸੰਭਾਲਦੇ ਹਨ। ਹਲਕਾਵ ਨਾ ਭੋਰੇ। ਕਹਿੰਦੇ ਥੋੜਾ ਵੀ ਡੋਲਣ ਨਹੀਂ ਦਿੰਦੇ, ਸਿੱਖਾਂ ਦੀ ਬਾਹ ਫੜ ਕੇ ਰੱਖਦੇ ਨੇ, ਥੋੜਾ ਵੀ ਡੁਲਾਉਂਦੇ ਨਹੀਂ ਹੈ। ਥੋੜਾ ਵੀ ਮਹਾਰਾਜ ਸਾਹਿਬ ਜੀ ਇਹਨਾਂ ਵੱਲੋਂ ਧਿਆਨ ਵੱਖਰਾ ਨਹੀਂ ਕਰਦੇ। ਜਿਵੇਂ ਬੱਚਾ ਖੇਡਦਾ ਹੋਵੇ, ਮਾਂ ਕੰਮ ਕਰਦੀ ਹੋਵੇ, ਪਰ ਧਿਆਨ ਉਹਦਾ ਆਪਣੇ ਖੇਡ ਦੇ ਲਾਲ ਵਿੱਚ ਹੁੰਦਾ ਏ। ਇਸੇ ਤਰ੍ਹਾਂ ਹੀ ਕਹਿੰਦੇ ਕਲਯੁਗ ਦਾ ਭਾਵੇਂ ਸਮਾਂ ਏ, ਕਲਯੁਗ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਕਿਤੇ ਵੀ ਸਰੀਰ ਕਰਕੇ ਵਿਚਰਦੇ ਰਹੇ, ਪਰ ਪਾਤਸ਼ਾਹ ਆਪਣੇ ਸਿੱਖਾਂ ਨੂੰ ਡੋਲਣ ਨਹੀਂ ਦਿੰਦੇ। ਧਿਆਨ ਮਹਾਰਾਜ ਸਾਹਿਬ ਜੀ ਦਾ ਸਿੱਖਾਂ ਦੇ ਵਿੱਚ ਰਹਿੰਦਾ। ਤਾੜਤ ਹੈ ਬਹੁ ਭਾਂਤ ਤੇ। ਇਦਾਂ ਕਈ ਵਾਰ ਲੱਗਦਾ ਵੀ ਤਾੜਨਾ ਕਰਦੇ ਆ, ਵੀ ਜਿਵੇਂ ਨਿਆਣਾ ਕੋਈ ਗਲਤ ਪਾਸੇ ਜਾਵੇ, ਖੇਡਦਿਆਂ ਖੇਡਦਿਆਂ ਕੋਈ ਅੱਗ ਵੱਲ ਹੱਥ ਲਾਵੇ, ਕੋਈ ਬਿਜਲੀ ਦੀਆਂ ਤਾਰਾਂ, ਤੇ ਉਹ ਮਾਂ ਤਾੜਦੀ ਹੈ, ਝਿੜਕਦੀ ਹੈ ਵੀ ਇੱਧਰ ਹੱਥ ਨਹੀਂ ਲਾਉਣਾ, ਤੈਨੂੰ ਪਤਾ ਨਹੀਂ। ਇਸੇ ਤਰ੍ਹਾਂ ਸਾਹਿਬ ਕਹਿੰਦੇ ਵੀ ਗੁਰੂ ਸਾਹਿਬ ਜਿਹੜੇ ਨੇ ਨਾ, ਇਹ ਤਾੜਦੇ ਵੀ ਹਨ ਸਿੱਖਾਂ ਨੂੰ ਕਈ ਤਰ੍ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਨੇ ਧਾਨ ਗੁਰੂ ਬਣਾ ਲਿਆ ਸੀ, ਉਹ ਡੰਡੇ ਹੀ ਮਾਰੀ ਜਾਂਦੇ, ਜਿਹੜਾ ਆਵੇ ਉਹਦੇ ਸਿਰ 'ਚ ਸੋਟਾ ਮਾਰਦੇ, ਸਭ ਭੱਜ ਭੁੱਜ ਗਏ। ਜਿਵੇਂ ਕਲਗੀਧਰ ਸਾਹਿਬ ਨੇ ਵੀ ਜਿਹੜਾ ਲਾਗੇ ਆਵੇ ਉਹਦੇ ਵਾਲੇ ਢੀਮ ਰੋੜਾ ਮਾਰੀ ਜਾਣ, ਬਹੁਤ ਸਭ ਭੱਜ ਗਏ, ਭਾਈ ਸੁਨਾਖ ਸਿੰਘ ਨਹੀਂ ਭੱਜਿਆ। ਇੱਦਾਂ ਪਰਖਾਂ ਕਰਦੇ ਹਨ। ਕਹਿੰਦੇ ਗੁਰੂ ਸਾਹਿਬ ਜਿਹੜੇ ਨੇ ਉਹ ਸਿੱਖ ਦਾ ਭਲਾ ਕਰਨ ਦੇ ਲਈ ਤਾੜਤ ਹੈ ਬਹੁ ਭਾਂਤ ਤੇ, ਕਈ ਤਰ੍ਹਾਂ ਕਰਕੇ ਕਹਿੰਦੇ ਤਾੜਨਾ ਕਰਦੇ, ਝਿੜਕਦੇ ਹਨ। ਕਰ ਕਰ ਬਹੁ ਭੇਖਾ। ਉਹ ਕਈ ਤਰ੍ਹਾਂ ਦੇ ਭੇਖ ਬਣਾ ਲੈਂਦੇ ਆ। ਜਿਵੇਂ ਮਹਾਰਾਜ ਨੇ ਧਾਨਕ ਰੂਪ ਬਣਾ ਲਿਆ, ਜਿਵੇਂ ਹੋਰ ਕੋਈ ਸਰੂਪ ਬਣਾ ਲਿਆ, ਜਿਹਨੂੰ ਵੇਖ ਕੇ ਸਿੱਖ ਭਰਮ ਜੇ ਵੀ ਇਹ ਗੁਰੂ ਸਾਹਿਬ ਨੂੰ ਕੀ ਹੋ ਗਿਆ। ਪਰ ਅਸਲ ਵਿੱਚ ਮਹਾਰਾਜ ਸਾਹਿਬ ਜੀ ਤਾੜਨਾ ਕਰਦੇ, ਪਰਖ ਕਰਦੇ ਹਨ। ਹੁਕਮ ਸਤ ਤਥਾ ਟਿਕਨ ਮਨ। ਉਹਦਾ ਕਾਰਨ ਇਹ ਹੈ ਵੀ ਇਹ ਵੇਖਦੇ ਵੀ ਇਹ ਜਿਹੜਾ ਸਿੱਖ ਹੈ, ਇਹ ਸਾਡੇ ਹੁਕਮ ਨੂੰ ਸਤੱਤਾ ਟਿਕਨ ਮਨ। ਕਹਿੰਦੇ ਸਤ ਵਚਨ ਕਹਿ ਕੇ ਮੰਨਦਾ ਸਾਡਾ ਹੁਕਮ, ਇਹਦਾ ਮਨ ਟਿਕਿਆ ਜਾਂ ਹਾਲਾਂ ਵੀ ਇੱਧਰ ਉੱਧਰ ਭਰਮਦਾ ਹੈ। ਇਹ ਪਰਖਣ ਲਈ ਸਿੱਖ ਦੀ ਤਾੜਨਾ ਕਰਕੇ ਪਰਖ ਕਰਦੇ ਹਨ। ਸਿੱਖਣ ਗੁਰ ਦੇਖਾ। ਇਸ ਤਰ੍ਹਾਂ ਕਹਿੰਦੇ ਵੀ ਜਿਹੜੇ ਸਿੱਖ ਨੇ, ਸਿੱਖਾਂ ਦੀ ਹੁਕਮ ਨੂੰ ਮੰਨਣ ਦੀ ਜਿਹੜੀ ਸ਼ਕਤੀ ਆ, ਮਨ ਨੂੰ ਟਿਕਣ ਦਾ ਜਿਹੜਾ ਸੁਭਾਅ ਹੈ, ਉਹ ਸਤਿਗੁਰੂ ਸਾਹਿਬ ਪਰਖ ਕੇ ਵੇਖਦੇ ਹਨ। ਭਾਵ ਵੀ ਸਤਿਗੁਰੂ ਸਾਹਿਬ ਜੀ ਪ੍ਰੀਖਿਆ ਕਰਦੇ ਨੇ ਸਿੱਖਾਂ ਦੇ। ਜੋ ਸਾਬਤ ਹੈ ਸਿਦਕ ਮੈਂ। ਤੇ ਹੁਣ ਸ਼ਹੀਦ ਕੌਣ ਨੇ? ਸਾਹਿਬ ਕਹਿੰਦੇ ਜਦੋਂ ਪਰਖ ਹੁੰਦੀ ਹੈ
ਤੇ ਪਰਖ ਦੇ ਵਿੱਚੋਂ ਜਿਹੜੇ ਸਿਦਕੀ ਨਿਭ ਜਾਂਦੇ ਨੇ, ਜਿਹੜੇ ਸਾਬਤ ਰਹਿੰਦੇ ਨੇ ਸਿਦਕ ਵਿੱਚ, ਜਿਹੜੇ ਭਰੋਸੇ ਤੋਂ ਡੋਲਦੇ ਨਹੀਂ ਹਨ। ਹਰ ਰਣ ਮਹਿ ਸੂਰਾ। ਤੇ ਫਿਰ ਜੰਗ ਕਰਨ ਦੇ ਵਿੱਚ ਸੂਰਮੇ ਬਹਾਦਰ ਨੇ, ਜੰਗ ਕਰਨ ਵੱਲੋਂ ਪੈਰ ਪਿਛਾਂਹ ਨਹੀਂ ਕਰਦੇ। ਸੋ ਭਵਜਲ ਤੇ ਤਰ ਗਇਓ। ਉਹ ਮਹਾਰਾਜ ਕਹਿੰਦੇ ਸਿੰਘ ਸ਼ਹੀਦ ਜੰਗ ਯੁੱਧ ਕਰਦਿਆਂ ਜਿਹੜੇ ਆਪਾ ਵਾਰ ਗਏ, ਉਹ ਸ਼ਹੀਦ ਹੋ ਗਏ, ਸੰਸਾਰ ਸਮੁੰਦਰ ਤੋਂ ਤਰ ਗਏ। ਸਾਧ ਸੰਗਤ ਜੀ, ਸ਼ਹੀਦ ਦੋ ਤਰ੍ਹਾਂ ਦੇ ਹਨ, ਇੱਕ ਨਿਸ਼ਕਾਮੀ ਹਨ ਤੇ ਇੱਕ ਸਕਾਮੀ ਹਨ। ਕਈਆਂ ਦੀ ਖਾਸ਼ ਹੁੰਦੀ ਵੀ ਸਾਨੂੰ ਆਹ ਚੀਜ਼ ਮਿਲੇ, ਉਹ ਫਿਰ ਸਵਰਗਾਂ ਨੂੰ ਜਾਂਦੇ ਨੇ। ਇੱਕ ਸ਼ਹੀਦ ਹਨ ਨਿਸ਼ਕਾਮੀ, ਉਹਨਾਂ ਦੀ ਕੋਈ ਕਾਮਨਾ ਨਹੀਂ ਹੁੰਦੀ। ਉਹ ਜਦੋਂ ਸ਼ਹਾਦਤਾਂ ਪ੍ਰਾਪਤ ਕਰਦੇ ਹਨ, ਉਹ ਫਿਰ ਸੱਚਖੰਡ 'ਚ ਜਾਂਦੇ ਨੇ, ਰੱਬ ਦਾ ਰੂਪ ਬਣ ਜਾਂਦੇ। ਤੇ ਸ਼ਹੀਦਾਂ ਦੇ ਵਿੱਚੋਂ ਇੱਕ ਤਾਂ ਉਹ ਹਨ ਜਿਹੜੇ ਜੰਗ ਯੁੱਧ ਕਰਦਿਆਂ ਸ਼ਹੀਦ ਹੋਏ, ਪਰ ਇੱਕ ਪਰਮੇਸ਼ਰ ਦੀ ਸ਼ਹੀਦੀ ਫੌਜ ਪਹਿਲਾਂ ਤੋਂ ਹੀ ਅਗੰਮੀ ਫੌਜ, ਜਦੋਂ ਦਾ ਸੰਸਾਰ ਬਣਿਆ ਉਹ ਮਾਲਕ ਦੀ ਸ਼ਹੀਦੀ ਫੌਜ ਉਦੋਂ ਤੋਂ ਹੀ ਹੈ। ਤੇ ਜਿਹੜੇ ਮਾਤ ਲੋਕ ਜੰਗ ਕਰਦਿਆਂ ਕੋਈ ਸ਼ਹੀਦ ਹੋ ਜਾਂਦੇ, ਉਹ ਉਹਨਾਂ ਦੇ ਨਾਲ ਜਾ ਕੇ ਰਲ ਜਾਂਦੇ ਨੇ। ਜਦੋਂ ਜੰਗ ਯੁੱਧ ਨਹੀਂ ਵੀ ਸੀ ਹੋਏ, ਪਰਮੇਸ਼ਰ ਵੱਲੋਂ ਸ਼ਹੀਦੀ ਫੌਜਾਂ ਉਦੋਂ ਵੀ ਕਾਇਮ ਕੀਤੀਆਂ ਗਈਆਂ ਸਨ। ਤੇ ਜਿਹੜੇ ਬਾਅਦ ਦੇ ਵਿੱਚ ਕਹਿੰਦੇ ਵੀ ਸ਼ਹੀਦ ਹੁੰਦੇ ਨੇ, ਫਿਰ ਉਹ ਵੀ ਉਹਨਾਂ ਦੇ ਨਾਲ ਜਾ ਕੇ ਰਲਦੇ ਨੇ। ਇਹਨਾਂ ਦੇ ਵਿੱਚ ਵੀ ਜਿਹੜੇ ਸ਼ਹੀਦ ਹਨ, ਸ਼ਹੀਦ ਅਰਬੀ ਦਾ ਅਰਥ ਸ਼ਬਦ ਹੈ, ਸ਼ਹੀਦ ਦਾ ਭਾਵ ਹੈ ਸ਼ਹਾਦਤ ਹੁੰਦਾ ਹੈ ਗਵਾਹੀ ਦੇਣਾ। ਹੁਣ ਵੀ ਜਿਹੜੀ ਦਫ਼ਤਰੀ ਭਾਸ਼ਾ ਹੈ ਨਾ, ਜਿਹੜੇ ਪੁਲਿਸ ਵਾਲਿਆਂ ਦੇ ਕੋਈ ਵਹੀ ਖਾਤੇ ਜੇ ਹੁੰਦੇ ਆ, ਉੱਥੇ ਜ਼ਿਆਦਾਤਰ ਜਿਹੜਾ ਹੈ ਸ਼ਹਾਦਤ ਸ਼ਬਦ ਵਰਤਿਆ ਜਾਂਦਾ ਵੀ ਅੱਜ ਫਲਾਣੇ ਦੀ ਸ਼ਹਾਦਤ ਹੈ। ਕੋਰਟ ਦੇ ਵਿੱਚ ਸ਼ਹਾਦਤ ਨਾਮ ਹੈ ਗਵਾਹੀ ਦੇਣੀ, ਵੀ ਕਿਸੇ ਦੀ ਗਵਾਹੀ ਹੋਵੇ ਉਹਨੂੰ ਕਹਿੰਦੇ ਵੀ ਅੱਜ ਸ਼ਹਾਦਤ ਹੈ। ਤੇ ਇਸੇ ਤਰ੍ਹਾਂ ਹੀ ਧਰਮ ਵਾਸਤੇ ਜੂਝਣਾ, ਇਹ ਵੀ ਗਵਾਹੀ ਦੇਣੀ ਹੈ ਵੀ ਮੈਂ ਜਿੱਥੇ ਅਧਰਮ ਹੋ ਰਿਹਾ ਸੀ, ਮੈਂ ਧਰਮ ਵਾਸਤੇ ਖੜਿਆ, ਮੈਂ ਉਸ ਪਾਸੇ ਖਲੋਤਾ। ਜਿਵੇਂ ਕੋਈ ਕਹਿੰਦੇ ਵੀ ਅੱਗ ਬਲ ਰਹੀ ਸੀ, ਤੇ ਅੱਗ ਬਲਦਿਆਂ ਹੋਇਆਂ ਚਿੜੀ ਦੀ ਵੀ ਕਈਆਂ ਸਾਖੀ ਬਣਾਈ ਵੀ ਉਹ ਲਿਆ ਕੇ ਚੁੰਝ ਨਾ ਭਰ ਕੇ ਪਾਣੀ ਪਾਵੇ, ਤੇ ਵੇਖਣ ਵਾਲਿਆਂ ਕਹਿ ਦਿੱਤਾ ਵੀ ਤੇਰੀ ਚੁੰਝ ਦੇ ਨਾਲ ਅੱਗ ਕਿਵੇਂ ਬੁਝ ਜਾਊਗੀ। ਉਹ ਕਹਿੰਦੀ ਅੱਗ ਬੁਝੇ ਨਾ ਬੁਝੇ ਮੈਨੂੰ ਪਤਾ ਨਹੀਂ, ਪਰ ਜਿੱਦਣ ਗਿਣਤੀ ਹੋਵੇਗੀ ਮੇਰੀ ਗਿਣਤੀ ਅੱਗ ਬੁਝਾਉਣ ਵਾਲਿਆਂ 'ਚ ਹੋਵੇਗੀ। ਸੱਚ ਤੇ ਪਹਿਰਾ ਦੇਣ ਵਾਲੇ ਜਿਹੜੇ ਨੇ ਨਾ, ਉਹਨਾਂ ਨੂੰ ਵੀ ਸ਼ਹੀਦ ਕਹਿੰਦੇ ਹਨ। ਸੱਚ ਦੀ ਗਵਾਹੀ ਦੇਣੀ, ਸੱਚ ਦਾ ਹੋਕਾ ਦੇਣਾ। ਤੇ ਕਲਗੀਧਰ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਐਸੇ ਨੇ ਜਿਨ੍ਹਾਂ ਸਿਦਕ ਕਾਇਮ ਕਰ ਲਿਆ, ਜਿਹੜੇ ਧਰਮ ਦੀ ਸ਼ਹਾਦਤ ਦਿੰਦੇ ਨੇ, ਧਰਮ ਵਾਸਤੇ ਗਵਾਹੀ ਦਿੰਦੇ ਹਨ, ਧਰਮ ਦੇ ਲਈ ਸਰੀਰ ਲੇਖੇ ਲਾ ਦਿੰਦੇ ਹਨ। ਪਾਤਸ਼ਾਹ ਕਹਿੰਦੇ ਉਹ ਜਿਹੜੇ ਸਿਦਕੀ ਸਿੱਖ ਨੇ, ਜਿਹੜੇ ਸੂਰਮੇ ਜੰਗ ਕਰਦੇ ਨੇ, ਜੰਗ ਕਰਦਿਆਂ ਜਿਹੜੇ ਸ਼ਹੀਦ ਹੋ ਜਾਂਦੇ, ਉਹ ਸੰਸਾਰ ਸਮੁੰਦਰ ਤੋਂ ਕਹਿੰਦੇ ਪਾਰ ਹੋ ਜਾਂਦੇ ਹਨ। ਪਾਇਓ ਪਦ ਰੂਰਾ। ਉਹ ਸੋਹਣੀ ਪਦਵੀ ਨੂੰ ਪ੍ਰਾਪਤ ਕਰਦੇ ਨੇ, ਉੱਚੀ ਅਵਸਥਾ ਦੇ ਵਿੱਚ, ਉੱਚੇ ਕਹਿੰਦੇ ਵੀ ਮਰਾਤਬੇ ਦੇ ਪਹੁੰਚ ਜਾਂਦੇ ਹਨ। ਜਿਨਕੇ ਸਿਦਕ ਨ ਸਾਬਤੀ। ਪਰ ਦੂਜੇ ਪਾਸੇ ਉਹ ਨੇ ਜਿਨ੍ਹਾਂ ਦਾ ਕੋਈ ਸਿਦਕ ਸਾਬਤ ਨਹੀਂ, ਜਿਹੜੇ ਭਰੋਸਾ ਨਹੀਂ ਰੱਖਦੇ, ਜਿਨ੍ਹਾਂ ਦੇ ਅੰਦਰ ਸਿਦਕ ਕਾਇਮ ਨਹੀਂ ਰਹਿੰਦਾ, ਡੋਲ ਜਾਂਦੇ ਹਨ ਵੀ ਆ ਜਿਹੜੀ ਗੱਲ ਗੁਰੂ ਸਾਹਿਬ ਕਹਿੰਦੇ ਇਦਾਂ ਕਿਵੇਂ ਹੋ ਸਕਦੀ ਹੈ। ਜਿਹੜੇ ਇਸ ਗੱਲ ਤੋਂ ਡੋਲ ਜਾਂਦੇ ਹਨ, ਕਾਤੁਰ ਜੰਜਾਲੀ। ਉਹ ਕਾਇਰ ਲੋਕ ਨੇ, ਕਾਇਰ ਨੇ। ਕਹਿੰਦੇ ਲੈ ਇੰਨੀ ਫੌਜ ਚੜ ਕੇ ਆ ਗਈ ਆ, ਮਹਾਰਾਜ 40 ਕਿਵੇਂ 10 ਲੱਖ ਨਾਲ ਲੜਾ ਲੈਣਗੇ, ਕਿਵੇਂ ਲੜ ਗਏ ਹੋਣਗੇ। ਹੁਣ ਵੀ ਕਈ ਕਹਿੰਦੇ ਹਨ। ਜਿਹੜੇ ਇਹੋ ਜਿਹੇ ਕਾਇਰ ਹਨ ਅਤੇ ਜੰਜਾਲੀ, ਜਿਹੜੇ ਜੰਜਾਲਾਂ 'ਚ ਬੰਧਨਾਂ 'ਚ ਫਸੇ ਨੇ, ਜਿਹੜਾ ਨੂੰ ਆਪਣੇ ਘਰ ਦੇ ਕੰਮ ਹੀ ਨਹੀਂ ਮੁੱਕਦੇ। ਜਦੋਂ ਆਨੰਦਪੁਰ ਸਾਹਿਬ ਜੰਗ ਲੱਗੀ, ਉਧਰ ਦੇ ਇਲਾਕੇ ਦੇ ਜਿਹੜੇ ਕੋਈ ਸਿੱਖ ਬਣੇ ਵੀ ਸੀ, ਮਹਾਰਾਜ ਕਹਿੰਦੇ ਆਓ ਜੰਗ ਲੱਗੀ ਹੈ। ਕੋਈ ਕਹਿੰਦਾ ਮਹਾਰਾਜ ਘਾਹ ਵੱਢਣ ਜਾਣਾ, ਪਸ਼ੂਆਂ ਨੂੰ ਪੱਠੇ ਪਾਉਣੇ, ਕੋਈ ਕਹਿੰਦਾ ਮੇਰਾ ਕੋਈ ਕੰਮ ਹੈ। ਇੱਦਾਂ ਜਿਹੜੇ ਕੋਈ ਧਰਮ ਵਾਲੇ ਪਾਸੇ ਆਪਣਾ ਜੀਵਨ ਲਾਉਣ ਵੱਲੋਂ ਕਹਿ ਦਿੰਦੇ ਵੀ ਸਾਡੇ ਦਾ ਜੀ ਕੰਮ ਬਹੁਤ ਨੇ, ਅਸੀਂ ਜਾ ਨਹੀਂ ਸਕਦੇ। ਉਹ ਜਿਹੜੇ ਜੰਜਾਲੀ ਤੇ ਜਿਹੜੇ ਕਾਇਰ ਲੋਕ ਨੇ, ਜਿਨ੍ਹਾਂ ਦਾ ਸਿਦਕ ਸਾਬਤ ਨਹੀਂ। ਭਟਕਤ ਜਨਮ ਮਰਨ ਮਹਿ। ਉਹ ਜੰਮਣ ਮਰਨ ਦੇ ਚੱਕਰਾਂ ਸਾਹਿਬ ਕਹਿੰਦੇ ਭਟਕਦੇ ਰਹਿੰਦੇ। ਫਿਰ ਸੁਖ ਤੇ ਨਿਤ ਖਾਲੀ। ਸੁੱਖਾਂ ਤੋਂ ਨਿਤ ਖਾਲੀ ਹੈ, ਉਹਨਾਂ ਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ ਕਾਇਰਾਂ ਡਰਪੋਕਾਂ ਨੂੰ। ਗੁਰੂ ਕਰੇ ਸੰਗਤ ਸਹਿਤ। ਪਰ ਮਹਾਰਾਜ ਜਿਹੜੇ ਫਿਰ ਇਦਾਂ ਦੇ ਕਾਇਰ ਨੇ, ਉਹਨਾਂ ਦਾ ਭਲਾ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਹੋ ਸਕਦਾ। ਗੁਰੂ ਖਰੇ ਸੰਗਤ ਸਹਿਜ। ਸਾਹਿਬ ਜੀ ਕਹਿੰਦੇ ਜਿਹੜਾ ਇੱਕ ਵਾਰ ਅੰਮ੍ਰਿਤ ਛਕ ਲੈਂਦਾ ਹੈ ਨਾ, ਤੇ ਅੰਮ੍ਰਿਤ ਛਕ ਕੇ ਜੇ ਕਿਤੇ ਉਹ ਡੋਲ ਡਾਲ ਵੀ ਜਾਂਦਾ,
ਫੇਰ ਵੀ ਗੁਰੂ ਸਾਹਿਬ ਜੀ ਆਪਣੀ ਸੰਗਤ ਦੇ ਸਮੇਤ ਖਲੋਤੇ ਹੋਏ ਸੱਚਖੰਡ ਦੇ ਵਿੱਚ। ਚਿਰ ਕਾਲ ਉਡੀਕ ਕਹਿੰਦੇ ਬੜਾ ਲੰਮਾ ਸਮਾਂ ਕਲਗੀਧਰ ਸਾਹਿਬ ਕਹਿੰਦੇ ਪਰਲੋਕ 'ਚ ਸੰਗਤਾਂ ਦੇ ਸਮੇਤ ਗੁਰੂ ਸਾਹਿਬ ਆਪਣੇ ਸਿੱਖ ਦੀ ਉਡੀਕ ਕਰਦੇ ਨੇ ਵੀ ਜਿਹੜਾ ਸਿੱਖ ਬਣ ਕੇ ਫਿਰ ਕਾਇਰ ਡਰਪੋਕ ਬਣ ਗਿਆ, ਜੇ ਕੋਈ ਅੰਮ੍ਰਿਤ ਛਕ ਕੇ ਫਿਰ ਛੱਡ ਗਿਆ, ਇਹ ਕਰਾਂ ਮਹਾਰਾਜ ਸਾਹਿਬ ਉਡੀਕਦੇ ਹਨ ਵੀ ਫੇਰ ਕਦੇ ਸਮਾਂ ਆਵੇ, ਫੇਰ ਕਹਿੰਦੇ ਵੀ ਖੇਡ ਬਣੇ। ਜਿਹੜਾ ਕੋਈ ਸੰਗਤ ਕਰਕੇ ਔਜੜਾ 'ਚ ਪੈ ਗਿਆ ਵੀ ਜਿਹੜਾ ਕੋਈ ਗਲਤ ਪਾਸੇ ਚਲਾ ਗਿਆ, ਮਹਾਰਾਜ ਤੱਕਦੇ ਆ ਵੀ ਇਹ ਸਾਡੇ ਪੰਥ ਵਿੱਚ ਫੇਰ ਕਦੋਂ ਆਉਂਦਾ ਹੈ, ਵੀ ਇਹ ਆ ਹੀ ਜਾਵੇ ਤੇ ਚੰਗਾ ਹੈ। ਹੋੜ ਸਤਤਨ ਦੇਹ ਧਰ ਜਦੋਂ 16 ਤੱਤਾਂ ਦੀ 16 + 1 17 ਤੱਤਾਂ ਦੀ ਸੂਖਮ ਦੇਹੀ ਧਾਰ ਕੇ ਆਪ ਸਥੂਲ ਸਰੀਰ ਛੱਡ ਕੇ ਤੇ ਜਦੋਂ ਆਪਣਾ ਸੂਖਮ ਸਰੀਰ ਤਿਆਗ ਕੇ ਕੋਈ ਪ੍ਰਲੋਕ ਜਾਂਦਾ ਹੈ, ਥਿਰ ਰਹੇ ਸੋ ਨੀਕੇ ਉੱਥੇ ਕਹਿੰਦੇ ਵੀ ਉਹਨਾਂ ਨੂੰ ਸਹਾਈ ਹੋਣ ਵਾਸਤੇ ਜਿਹੜੇ ਕੋਈ ਪ੍ਰਲੋਕ ਵਿੱਚ ਜਾਂਦੇ ਹਨ, ਉਹਨਾਂ ਸਿੱਖਾਂ ਦੀ ਸਹਾਇਤਾ ਵਾਸਤੇ ਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਅਸੀਂ ਆਪ ਉੱਥੇ ਉਹਨਾਂ ਦੀ ਮਦਦ ਦੇ ਵਾਸਤੇ ਖਲੋਤੇ ਰਹਿੰਦੇ, ਉਡੀਕ ਕਰਦੇ ਰਹਿੰਦੇ ਹਾਂ। ਇਹ ਸਹਾਇਤਾ ਹਮ ਤਹਾਂ ਅਸੀਂ ਆਪਣੇ ਸਿੱਖਾਂ ਦੀ ਮਦਦ ਵਾਸਤੇ ਅਬ ਬਨੇ ਸਹਾਈ ਕਹਿੰਦੇ ਵੀ ਤਹਾਂ ਤਬ ਬਨੇ ਸਹਾਈ, ਉਦੋਂ ਫਿਰ ਸਹਾਈ ਬਣਦੇ ਹਾਂ, ਉਹਦੀ ਮਦਦ ਕਰਦੇ ਆ ਜਦੋਂ ਕੋਈ ਆਪਣਾ ਸਥੂਲ ਸਰੀਰ ਛੱਡ ਕੇ ਤੇ ਪਰਲੋਕ ਗਮਨ ਕਰਦਾ। ਵਿੱਚੋਂ ਕਿਸੇ ਸਿੰਘ ਨੇ ਕਿਹਾ ਮਹਾਰਾਜ ਜਿਹੜਾ ਸਿੱਖ ਭੁੱਲ ਜਾਂਦਾ ਹੈ ਕਿੰਨਾ ਕੁ ਚਿਰ ਉਹਨੂੰ ਉਡੀਕੋਗੇ ਤੁਸੀਂ, ਕਿੰਨਾ ਕੁ ਚਿਰ ਉਹਦੀ ਉਡੀਕ ਕਰੋਗੇ ਵੀ ਇਹ ਪੰਥ ਵਿੱਚ ਵਾਪਸ ਆ ਜਾਵੇ। ਦਾਸ ਸਹੰਸਰ ਸੰਮਤ ਲਗੋ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਸਾਹਿਬ ਕਹਿੰਦੇ ਵੀ 10,000 ਸਾਲ ਤੀਕਰ ਜਿਹਨੇ ਅੰਮ੍ਰਿਤ ਛਕਿਆ, ਜਿਹੜਾ ਮੇਰਾ ਸਿੰਘ ਸੱਜ ਗਿਆ, ਜੇ ਭੁੱਲ ਗਿਆ ਕਹਿੰਦੇ ਵੀ 10,000 ਸਾਲ ਤੀਕਰ ਵੀ ਅਸੀਂ ਉਹਦੀ ਉਡੀਕ ਕਰਨ ਨੂੰ ਤਿਆਰ ਹਾਂ। ਦੇਖੋ ਦ੍ਰਿਗ ਲਾਈ ਸਾਡਾ ਧਿਆਨ ਉਸ ਸਿੱਖ ਦੇ ਵੱਲ ਰਹੇਗਾ, ਉਹ ਸਿੰਘ ਵੱਲ ਰਹੇਗਾ ਵੀ ਇਹ ਕਦੋਂ ਪੰਥ ਵਿੱਚ ਸ਼ਾਮਲ ਹੁੰਦਾ, ਇਹ ਕਦੋਂ ਪਾਕ ਖਾਲਸੇ ਦੀ ਗੁਰੂ ਦੀ ਤਾਬਿਆ ਵਿੱਚ ਆਉਂਦਾ ਹੈ। ਵੇਖੋ ਸਾਧ ਸੰਗਤ ਕਿੱਡਾ ਵੱਡਾ ਮਹਾਰਾਜ ਸਾਨੂੰ ਮੌਕਾ ਬਖਸ਼ਦੇ ਨੇ, ਕਿੱਡੀ ਵੱਡੀ ਮਹਾਰਾਜ ਸਾਹਿਬ ਜੀ ਦੇ ਸਾਡੇ ਉੱਤੇ ਬਖਸ਼ਿਸ਼ ਹੈ। ਕਹਿੰਦੇ ਵੀ ਜਿਹੜਾ ਗੁਰੂ ਦਾ ਸਿੱਖ ਹੈ ਪਹਿਲੀ ਗੱਲ ਤਿਆਰ ਬਰ ਤਿਆਰ ਹੀ ਰਹੇ, ਪਰ ਜੇ ਕੋਈ ਕਹਿੰਦੇ ਆਪਣੇ ਜੀਵਨ ਤੋਂ ਡਿੱਗ ਜਾਂਦਾ ਫਿਰ ਵਾਪਸ ਕਹਿੰਦੇ ਵੀ ਉਹ ਸਾਡੇ ਕੋਲ ਆ ਜਾਵੇ, ਇਹਦੇ ਲਈ ਅਸੀਂ 10,000 ਵਰੇ ਤੀਕਰ ਉਹਦੀ ਉਡੀਕ ਕਰਾਂਗੇ। ਹਮਰੀ ਦਿਸ ਕੋ ਸਿੱਖ ਇਹ ਹਮਰੀ ਦੇਸ਼ ਕੋ ਸਿੱਖ ਇਹੋ, ਕੀ ਉਡੀਕਣਾ ਹੈ ਵੀ ਇਹ ਜਿਹੜਾ ਸਾਡਾ ਸਿੱਖ ਭੁੱਲ ਗਿਆ, ਕਹਿੰਦੇ ਵੀ ਇਹ ਸਾਡੇ ਵੱਲ ਆਉਂਦਾ ਹੈ ਜਾਂ ਨਹੀਂ ਆਉਂਦਾ। ਚੱਲ ਆਵੇ ਕੈਸੇ ਅਸੀਂ ਇਹੀ ਚਾਹੁੰਦੇ ਆ ਵੀ ਜਿਵੇਂ ਕਿਵੇਂ ਜਿਹੜਾ ਹੈ ਨਾ ਕਿਸੇ ਤਰ੍ਹਾਂ ਚੱਲ ਕੇ ਫਿਰ ਸਾਡੇ ਕੋਲ ਆ ਜਾਵੇ। ਸਾਨੂੰ ਹੁੰਦਾ ਵੀ ਇਹਦਾ ਭਲਾ ਕਰ ਦਈਏ। ਸਾਧ ਸੰਗਤ ਸਾਰੀ ਖੇਡ ਸਮਝਣੀ ਹੋਵੇ, ਜਿਵੇਂ ਬੱਚੇ ਜਿਹੜੇ ਹਨ ਕਈਆਂ ਦੇ ਵਿਗੜ ਜਾਂਦੇ ਨੇ, ਪਰ ਮਾਪੇ ਵਿਚਾਰਿਆਂ ਦੀ ਸਾਰੀ ਉਮਰ ਇਹੀ ਸੋਚਦਿਆਂ ਲੰਘਦੀ ਹੈ ਵੀ ਇਹ ਕਦੇ ਇੱਕ ਦਿਨ ਆ ਕੇ ਆਖ ਦੇਣ ਮਾਤਾ ਪਿਤਾ ਨੂੰ ਵੀ ਅਸੀਂ ਗਲਤੀ ਕੀਤੀ ਹੈ ਵੀ ਸਾਨੂੰ ਬਖਸ਼ ਲਓ। ਮਾਂ ਬਾਪ ਦਿਲੋਂ ਸਦਾ ਚਾਹੁੰਦੇ ਰਹਿੰਦੇ ਨੇ ਵੀ ਨਿਆਣੇ ਆ ਜਾਣ ਜਿਵੇਂ ਕਿਵੇਂ, ਜੇ ਕੋਈ ਭੁੱਲ ਗਿਆ, ਜੇ ਕੋਈ ਵਿਛੜ ਗਿਆ ਵੀ ਫਿਰ ਨਾਲ ਮੇਲ ਲਈਏ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਅਸੀਂ ਵਹਿੰਦੇ ਰਹਿੰਦੇ ਆਂ ਵੀ ਕਦੋਂ ਕੋਈ ਜਿਹੜਾ ਭੁੱਲਿਆ ਹੈ ਸਾਡੇ ਵੱਲ ਆਵੇ ਤੇ ਇਹਨੂੰ ਅਸੀਂ ਆਪਣੇ ਨਾਲ ਮੇਲ ਲਈਏ। ਜੋ ਆਵਤ ਰਲ ਜਾਤ ਹੈ ਤੇ ਜਿਹੜਾ ਮਹਾਰਾਜ ਕਹਿੰਦੇ ਫਿਰ ਵਾਪਸ ਪੰਥ ਵਿੱਚ ਆ ਜਾਂਦਾ ਏ, ਉਹ ਫਿਰ ਸੰਗਤ ਦੇ ਨਾਲ ਜਦੋਂ ਰਲ ਜਾਂਦਾ ਹੈ, ਸਿੱਖਣ ਮਹਿ ਤੈਸੇ ਉਹ ਸਿੱਖਾਂ ਦੇ ਵਿੱਚ ਉਸੇ ਤਰ੍ਹਾਂ ਦਾ ਬਣ ਜਾਂਦਾ ਜਿਵੇਂ ਮੇਰੇ ਪਿਆਰੇ ਸਿੱਖ ਨੇ ਜਿਹੜਾ ਭੁੱਲ ਕੇ ਵਾਪਸ ਆ ਗਿਆ, ਫਿਰ ਉਸੇ ਤਰ੍ਹਾਂ ਹੀ ਸੰਗਤ ਵਿੱਚ ਮੇਲ ਲੈਨੇ ਅਸੀਂ ਉਹਨੂੰ। ਸਿੱਖ 56 ਕਰੋੜ ਹੈ ਕਹਿੰਦੇ ਮਹਾਰਾਜ ਸਿੱਖ ਕਿੰਨੇ ਕੁ ਹੋਣਗੇ? ਕਲਗੀਧਰ ਮਹਾਰਾਜ ਕਹਿੰਦੇ 56 ਕਰੋੜ। ਆਪਾਂ ਕਵਾਂਗੇ ਪਾਤਸ਼ਾਹ ਇਹ ਕਿਵੇਂ ਕਹਿ ਰਹੇ ਆ? ਇਹ ਅਗੰਮੀ ਖੇਡਾਂ ਨੇ, ਕਈ ਗੱਲਾਂ ਹੁੰਦੀਆਂ ਅਸੀਂ ਬਸ ਜਿਹੜੀ ਚੀਜ਼ ਦੇਖਦੇ ਆ ਨਾ ਸਾਨੂੰ ਉੱਤੇ ਹੀ ਭਰੋਸਾ ਹੁੰਦਾ ਹੈ। ਕਈ ਚੀਜ਼ਾਂ ਆਉਂਦੀਆਂ ਜਿਹੜੀ ਵੇਖੀਏ ਕਹਿੰਦੇ ਇਦਾਂ ਹੋ ਹੀ ਨਹੀਂ ਸਕਦਾ ਜਿਹੜੀ ਚੀਜ਼ ਨਹੀਂ ਵੇਖੀ। ਹੁਣ ਮਨ ਹੀ ਹੈ, ਮਨ ਸਾਧ ਸੰਗਤ ਸਾਰਿਆਂ ਨੂੰ ਪਤਾ ਵੀ ਹੈਗਾ ਏ, ਇੱਕ ਥਾਂ ਟਿਕਦਾ ਹੀ ਨਹੀਂ, ਕਦੀ ਇੱਧਰ ਜਾਂਦਾ ਕਦੀ ਉੱਧਰ ਜਾਂਦਾ, ਪਰ ਮਨ ਵੇਖਿਆ ਤਾਂ ਨਹੀਂ ਕਿਸੇ ਨੇ। ਹਰ ਕੋਈ ਕਹਿ ਤਾਂ ਦਿੰਦਾ ਹੈ ਨਾ, ਕਹਿੰਦਾ ਮੇਰਾ ਮਨ ਨਹੀਂ ਠੀਕ, ਮੇਰਾ ਮਨ ਨਹੀਂ ਲੱਗਦਾ, ਮੇਰਾ ਮਨ ਨਹੀਂ ਮੰਨਦਾ, ਮੇਰੇ ਮਨ ਦੀ ਮਰਜ਼ੀ, ਇੱਦਾਂ ਦੇ ਕਿੰਨੇ ਸ਼ਬਦ ਅਸੀਂ ਵਰਤਦੇ ਹਾਂ, ਮੇਰਾ ਮਨ ਨਹੀਂ ਟਿਕਦਾ, ਪਰ ਵੇਖਿਆ ਕਿਸੇ ਨੇ ਨਹੀਂ ਹੈ। ਇਸੇ ਤਰ੍ਹਾਂ ਕਈ ਸ਼ਕਤੀਆਂ ਹੁੰਦੀਆਂ ਜਿਹੜੀਆਂ ਅਗੰਮੀ ਹੁੰਦੀਆਂ। ਸਾਹਿਬ ਕਹਿੰਦੇ ਜਿਹੜੇ 56 ਕਰੋੜ ਸਿੱਖ ਹਨ, ਜਾਂ ਦੂਜੇ ਅਰਥਾਂ 'ਚ ਇਹ ਵੀ ਕਹਿ ਲਈਏ ਵੀ ਜਿਹੜੇ ਸਾਰੇ ਹੀ
ਕੋਈ ਹਿੰਦੂ ਕੋਈ ਮੁਸਲਮਾਨ ਜੋ ਵੀ ਸ਼ਰਨ ਆ ਗਿਆ ਉਹਨਾਂ ਸਾਰਿਆਂ ਨੂੰ ਗਿਣਤੀ 'ਚ ਲੈਂਦੇ ਹਨ। ਸੌਂਪੇ ਗੁਰ ਹੱਥ ਸਾਹਿਬ ਕਹਿੰਦੇ ਵਾਹਿਗੁਰੂ ਨੇ ਇਹ ਸਾਰੇ ਗੁਰੂ ਦੇ ਹੱਥ ਵਿੱਚ ਭਾਵ ਗੁਰੂ ਦੀ ਤਾਬਿਆ ਕੀਤੇ ਨੇ। ਅਕਾਲ ਪੁਰਖ ਨੇ 56 ਕਰੋੜ ਜਿਹੜੇ ਸਿੱਖ ਨੇ ਇਹਨਾਂ ਨੂੰ ਤਾਰਨ ਦੇ ਲਈ ਗੁਰੂ ਨਾਨਕ ਸਾਹਿਬ ਦੀ ਸ਼ਰਨ ਲਾਇਆ ਹੈ। ਹੁਕਮ ਹੈ ਕਰਤਾਰ ਕੋ ਇਹ ਕਰਤਾਰ ਦਾ ਵਾਹਿਗੁਰੂ ਦਾ ਹੁਕਮ ਹੈ ਗੁਰੂ ਸਾਹਿਬ ਦੇ ਤਾਈਂ। ਸਭ ਕਰੋ ਸਨਾਥਾ ਸਾਰਿਆਂ ਨੂੰ ਸੰਗਤ ਦੇ ਵਿੱਚ ਲਾ ਕੇ ਇਹਨਾਂ ਦੀ ਕਲਿਆਣ ਕਰਦੇ ਹੋ। ਸੁਧ ਧਰਮ ਕਰ ਕੇ ਇਨੋ ਆ ਜਿਹੜੇ ਧਰਮ ਤੋਂ ਡੋਲੇ ਨੇ ਕਹਿੰਦੇ ਸ਼ੁੱਧ ਕਰਕੇ ਇਹਨਾਂ ਦਾ ਜੀਵਨ ਤੇ ਧਰਮ ਦੇ ਸਹਿਜ ਇਹਨਾਂ ਜੀਵਾਂ ਨੂੰ ਕਰਕੇ। ਕਾਲ ਮਝਾਰਾ ਇਹ ਕਲਯੁਗ ਦੇ ਸਮੇਂ ਦੇ ਵਿੱਚ ਪਾਪਾਂ ਨਾਲ ਕਾਲੇ ਜੀਵਨ ਜਿਨ੍ਹਾਂ ਦੇ ਨੇ ਸ਼ੁੱਧ ਜੀਵਨ ਕਰਕੇ ਧਰਮੀ ਬਣਾ ਕੇ ਇਹਨਾਂ ਨੂੰ ਤਾਰ ਦਿਓ। ਕਰੋ ਉਦਾਹਰਨ ਜਗਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਰੱਬ ਦਾ ਹੁਕਮ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਨੂੰ ਵੀ ਇਹਨਾਂ ਜੀਵਾਂ ਦਾ ਉਧਾਰ ਜਗਤ ਤੋਂ ਕਰਦੇ ਜਿਹੜਾ ਤੁਹਾਡੀ ਸ਼ਰਨ ਆਵੇ। ਲਹਿ ਸਿੰਧ ਕਿਨਾਰਾ ਤੇ ਜਿਹੜਾ ਤੁਹਾਡੀ ਮਹਾਰਾਜ ਸ਼ਰਨ ਆਵੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ। ਤੇ ਲੋਕ ਕੋ ਬੇਰ ਲੱਗ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਅਸੀਂ ਸਿੱਖਾਂ ਦੀ ਕਲਿਆਣ ਕਰਦੇ ਆਂ। ਤੇ ਜਿਹੜੀ ਗੱਲ ਸ਼ਹੀਦਾਂ ਦੀ ਹੈ ਨਾ ਉਤ ਤੇ ਲੋਕ ਕੁਬੇਰ ਲੱਗ। ਪਾਤਸ਼ਾਹ ਜੀ ਕਹਿੰਦੇ ਵੀ ਜੋ ਕੁਬੇਰ ਆਦਿਕ ਤਿੱਕਰ ਜਿੰਨੀ ਵੀ ਧਰਤੀ ਹੈ ਨਾ ਜਿੰਨੇ ਵੀ ਅਸਥਾਨ ਹਨ ਵਾਹਿਗੁਰੂ ਦਾ ਹੁਕਮ ਹੈ ਉਧਰੋਂ ਕੁਬੇਰਪੁਰੀ ਜਿਹੜੀ ਹੈ ਕੁਬੇਰਪੁਰੀ ਤੋਂ ਸ਼ੁਰੂ ਕਰਕੇ ਤੇ ਇੱਥੇ ਜਿੱਥੇ ਆਪਾਂ ਮਹਾਰਾਜ ਕਹਿੰਦੇ ਰਹਿ ਰਹੇ ਆ ਇਹ ਧਰਤੀ ਲੋਕ ਤੀਕਰ ਜਿੰਨੇ ਵੀ ਸਥਾਨ ਹਨ ਇਹ ਤਾਂ ਭੂ ਪਰ ਸਾਰੇ ਆ ਜਿੰਨੇ ਵੀ ਇਹ ਭੂ ਪਰ ਸਾਰੇ ਕੁਬੇਰ ਲੋਕ ਤੋਂ ਲੈ ਕੇ ਧਰਤੀ ਤੀਕਰ ਜਿੰਨੀ ਵੀ ਦੁਨੀਆ ਦੇ ਜਿੱਥੇ ਵੀ ਕੋਈ ਸਿੱਖ ਸੇਵਕ ਵਸਦੇ ਹਨ ਗੁਰੂ ਉਡੀਕਣਗੇ ਖਰੇ। ਕਲਗੀਧਰ ਮਹਾਰਾਜ ਸਾਹਿਬ ਜੀ ਕਹਿੰਦੇ ਗੁਰੂ ਜੀ ਖੜੇ ਹੋ ਕੇ ਉਡੀਕਣਗੇ ਸਿੱਖਾਂ ਵੱਲ ਤੱਕਦੇ ਹੋਏ। ਜਿਹੜਾ ਕੋਈ ਭੁੱਲ ਗਿਆ ਕਲਗੀਧਰ ਸਾਹਿਬ ਕਹਿੰਦੇ ਅਸੀਂ ਉਹਨੂੰ ਉਡੀਕਾਂਗੇ ਕਦੀ ਵੀ ਉਹਦੀ ਉਡੀਕ ਬੰਦ ਨਹੀਂ ਕਰਾਂਗੇ। ਸਦਾ ਸਾਡੇ ਵੱਲੋਂ ਉਡੀਕ ਰਹੇਗੀ 10,000 ਵਰੇ ਤੀਕਰ ਵੀ ਉਡੀਕ ਰਹੇਗੀ। ਸਿੱਖ ਔਰ ਨਿਹਾਰੇ ਆਪਣੇ ਸਿੱਖਾਂ ਵੱਲ ਅਸੀਂ ਵੇਖਾਂਗੇ ਹਰ ਸਮੇਂ ਵੀ ਇਹ ਕਹਿੰਦਾ ਆ ਕੇ ਮਹਾਰਾਜ ਮੈਂ ਗਲਤੀ ਕਰ ਬੈਠਾ ਮੈਨੂੰ ਮਾਫ ਕਰ ਲਿਓ। ਇੱਕ ਗੱਲ ਬਸ ਇੰਨੀ ਕਹਿ ਕੇ ਸਾਡੀ ਸ਼ਰਨ ਪੈ ਜਾਵੇ ਅਸੀਂ ਛਾਤੀ ਦੇ ਨਾਲ ਲਾ ਲਵਾਂਗੇ। ਧਨ ਦਾ ਲੋਕ ਭਵ ਲੋਕ ਲੱਗ ਧਨ ਦਾ ਲੋਕ ਭਵ ਲੋਕ ਲੱਗ। ਇਸ ਤਰ੍ਹਾਂ ਕਹਿੰਦੇ ਕੁਬੇਰ ਲੋਕ ਤੋਂ ਲੈ ਕੇ ਤੇ ਇਹ ਮਾਤ ਲੋਕ ਦੀ ਧਰਤੀ ਜਿਹੜੀ ਹੈ ਵਿਚਰੇ ਗੱਲ ਸਾਰੇ। ਆ ਪਹਿਲਾਂ ਇਹ ਪੁੱਛਿਆ ਸੀ ਨਾ ਵੀ ਸ਼ਹੀਦ ਕੌਣ ਨੇ ਸਾਹਿਬਾਂ ਦੱਸਿਆ ਵੀ ਜਿਹੜੇ ਸਿਦਕ ਰੱਖਦੇ ਨੇ ਜਿਹੜੇ ਧਰਮ 'ਚ ਕਾਇਮ ਰਹਿੰਦੇ ਨੇ। ਫਿਰ ਪੁੱਛਿਆ ਸੀ ਮਹਾਰਾਜ ਇਹ ਵਿਚਰਦੇ ਕਿੱਥੋਂ ਤੀਕਰ ਨੇ। ਸਾਹਿਬ ਕਲਗੀਧਰ ਜੀ ਕਹਿੰਦੇ ਵੀ ਇਹ ਸਾਰੀ ਦੁਨੀਆ 'ਚ ਵਿਚਰਦੇ ਹਨ। ਕੁਬੇਰ ਲੋਕ ਤੋਂ ਲੈ ਕੇ ਮਾਤ ਲੋਕ ਤੀਕਰ ਜਿੰਨੀ ਵੀ ਧਰਤੀ ਹੈ ਸਭ ਥਾਵਾਂ ਤੇ ਸ਼ਹੀਦ ਵਿਚਰਦੇ ਨੇ। ਜਿਨ ਕੋ ਨਾਮ ਸ਼ਹੀਦ ਹੈ ਜਿਨ੍ਹਾਂ ਦਾ ਨਾਮ ਸ਼ਹੀਦ ਹੈ ਨਾ ਇੱਕ ਤਾਂ ਜਿਹੜੇ ਪਰਮੇਸ਼ਰ ਨੇ ਪਹਿਲਾਂ ਹੀ ਦੁਨੀਆ ਦੀ ਮਰਿਆਦਾ ਚਲਾਉਣ ਨੂੰ ਬਣਾਏ ਨੇ। ਇੱਕ ਜਿਹੜੇ ਇੱਥੇ ਜੰਗ ਵਿੱਚ ਜੂਝਦੇ ਹੋਏ ਸ਼ਹੀਦੀਆਂ ਪਾ ਕੇ ਉਹਨਾਂ ਨਾਲ ਜਾ ਕੇ ਮਿਲਦੇ ਨੇ ਜਿਨ੍ਹਾਂ ਦਾ ਨਾਮ ਸ਼ਹੀਦ ਸਿੰਘ ਹੈ। ਸਭ ਪਰ ਬਲ ਧਾਰੇ ਮਹਾਰਾਜ ਕਹਿੰਦੇ ਵੀ ਇਹ ਸਾਰਿਆਂ ਦੇ ਹੀ ਬਲ ਧਾਰਦੇ ਨੇ। ਇਹਨਾਂ ਦੀ ਤਾਕਤ ਸਾਰੀਆਂ ਸ਼ਕਤੀਆਂ ਦੇ ਨਾਲੋਂ ਉੱਤੇ ਹੈ। ਜਸ ਜਸ ਹੋਏ ਇਹ ਭਾਵਨਾ ਕਹਿੰਦੇ ਜਿਹੋ ਜੀ ਇਹਨਾਂ ਦੀ ਭਾਵਨਾ ਹੁੰਦੀ ਨਾ ਜਿਹੜੇ ਸ਼ਹੀਦ ਜਿਵੇਂ ਪਿੱਛੇ ਵੀ ਜ਼ਿਕਰ ਕੀਤਾ ਵੀ ਕੋਈ ਜੰਗ ਕਰਦੇ ਆ ਕੋਈ ਕਾਮਨਾ ਰੱਖਦਾ ਹੈ ਉਹਦੀ ਕਾਮਨਾ ਪੂਰੀ ਹੁੰਦੀ। ਜਿਹੜਾ ਨਿਸ਼ਕਾਮ ਹੁੰਦਾ ਹੈ ਤਾਂ ਉਹ ਸੱਚਖੰਡ ਵਿੱਚ ਐ ਸ਼ਹੀਦਾਂ ਨਾਲ ਮਿਲ ਕੇ ਵਿਚਰਦਾ। ਜਿਹੋ ਜੀ ਸ਼ਹੀਦਾਂ ਦੀ ਕਿਸੇ ਦੀ ਭਾਵਨਾ ਹੈ ਤਸ ਸਿੱਧ ਹੋਵੇ ਉਸੇ ਤਰ੍ਹਾਂ ਦੀ ਕਹਿੰਦੇ ਵੀ ਉਹ ਸਿੱਧ ਹੋ ਜਾਂਦੀ ਹੈ। ਸ਼ਹੀਦ ਸਿੰਘ ਕਿਰਪਾ ਕਰ ਦਿੰਦੇ ਨੇ। ਭੂਤ ਪਰੇ ਤੇ ਅਸਰਾਨ ਪਰ ਮਹਾਰਾਜ ਕਹਿੰਦੇ ਜਿਹੜੇ ਲੋਕਾਂ ਨੇ ਮੰਨੇ ਨੇ ਨਾ ਭੂਤ ਹਨ। ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਲਿਖਿਆ ਵੀ ਕਈ ਕਰੋੜਾਂ ਹੀ ਇਹ ਐਸੀਆਂ ਰੂਹਾਂ ਹੈਗੀਆਂ ਨੇ। ਕਹਿੰਦੇ ਜਿਹੜੇ ਭੂਤ ਨੇ ਜਿਹੜੇ ਪ੍ਰੇਤ ਆਤਮਾ ਹਨ ਅਤੇ ਅਸਰਾਨ ਪਰ ਤੇ ਜਿਹੜੇ ਹੋਰ ਕਹਿੰਦੇ ਅਸੁਰ ਆਦਿਕ ਹਨ ਦੈਂਤ ਆਦਿਕ ਸਭ ਕੋ ਇਹ ਜੋਵੇ। ਇਹਨਾਂ ਸਾਰਿਆਂ ਨੂੰ ਕਹਿੰਦੇ ਵੀ ਜਿਹੜੇ ਸ਼ਹੀਦ ਸਿੰਘ ਹਨ ਨਾ ਉਹ ਵੇਖਦੇ ਨੇ ਭਾਵ ਕਿ ਸਾਰੇ ਸ਼ਹੀਦਾਂ ਦੀ ਤਾਬਿਆਈ ਨੇ ਵੀ ਸ਼ਕਤੀਆਂ ਹੈਗੀਆਂ ਨੇ ਵੀ ਬੁਰੀਆਂ ਤਾਕਤਾਂ ਬਥੇਰੀਆਂ ਪਰ ਕਲਗੀਧਰ ਸਾਹਿਬ ਕਹਿੰਦੇ ਵੀ ਇਹ ਸਾਰੇ ਸ਼ਹੀਦਾਂ ਦੀ ਤਾਬਿਆ ਹਨ। ਬਸ ਪੰਖੀ ਨਾਗ ਨਰ ਫਿਰ ਜਿਵੇਂ ਕੋਈ ਪਸ਼ੂ ਨੇ ਪੰਛੀ ਨੇ ਅਤੇ ਪਰਬਤ ਹਨ ਪਰਬਤ ਵਾਸੀ ਨੇ ਸੱਪ ਹਨ ਜਸ ਗਧਰਬ ਬ੍ਰਿੰਦਾ ਤੇ ਫਿਰ ਜਿਵੇਂ ਕੋਈ ਨਰ ਜਸ ਆਦਿਕ ਨੇ ਗੰਧਰਵ ਅਤੇ ਹੋਰ ਬ੍ਰਿੰਦ ਐਸੀਆਂ
ਕਿੰਨੀਆਂ ਕਿ ਜਿਹੜੀਆਂ ਗੁਪਤ ਸ਼ਕਤੀਆਂ ਹਨ। ਰਾਖਸ ਆਦਿਕ ਅਪਸਰਾ। ਫਿਰ ਜਿਹੜੇ ਰਾਖਸ਼ ਲੋਕ ਨੇ ਤੇ ਜਿਹੜੀਆਂ ਅਪਸਰਾਵਾਂ ਹਨ, ਦੇਵਤਿਆਂ ਦੇ ਨਾਚ ਕਰਨ ਵਾਲੀਆਂ। ਹਰ ਸਖਤ ਬਿਲੰਦਾ। ਪਾਤਸ਼ਾਹ ਕਹਿੰਦੇ ਜਿੰਨੇ ਵੀ ਸ਼ਕਤੀ ਧਾਰਨ ਵਾਲੀਆਂ ਰੂਹਾਂ ਨੇ, ਇਹਨਾਂ ਸਾਰਿਆਂ ਦੇ ਉੱਤੇ ਸ਼ਕਤੀ ਸਭ ਤੋਂ ਉੱਤੇ ਦੀ ਤਾਕਤ ਇਹਨਾਂ ਸ਼ਹੀਦਾਂ ਸਿੰਘਾਂ ਦੀ ਹੈ। ਸ਼ਹੀਦ ਸਿੰਘ ਸਭ ਤੋਂ ਵੱਡੀ ਤਾਕਤ ਰੱਖਦੇ ਨੇ। ਸਾਧ ਸੰਗਤ ਜਦੋਂ ਕਲਗੀਧਰ ਮਹਾਰਾਜ ਦੀਨੇ ਗਏ ਨਾ, ਦੀਨੇ ਕਾਂਗੜਲ ਭਾਈ ਕੇ ਰੂਪੇ ਤੋਂ ਹੋ ਗਏ, ਤੇ ਉਹਨਾਂ ਦੇ ਬੰਸ਼ ਵਿੱਚੋਂ ਉਹਨਾਂ ਦਾ ਪੜਪੋਤਰਾ ਉਹ ਭਾਈ ਪਰਮ ਸਿੰਘ, ਉਹ ਨਾਲੇ ਦਰਸ਼ਨ ਕਰਨ ਤੁਰਿਆ ਜਾ ਰਿਹਾ, ਪੋਤਰਾ ਦੇ ਨਾਲੇ ਸੋਚਦਾ ਜਾ ਰਿਹਾ ਇਹ ਵੀ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਉਹ ਪਹਿਲੇ ਗੁਰਾਂ ਵਾਲੀ ਸ਼ਕਤੀ ਨਹੀਂ ਹੋਣੀ। ਇਹੀ ਕਾਰਨ ਹੈ ਵੀ ਆਨੰਦਪੁਰ ਵੇਖੋ ਉੱਜੜ ਗਿਆ, ਹੋਰ ਕਿੰਨਾ ਕੁਝ ਹੋ ਗਿਆ ਵੀ ਇਹ ਮਹਾਰਾਜ ਥੋੜੀ ਸ਼ਕਤੀ ਘੱਟ ਰੱਖਦੇ ਨੇ। ਸਿੱਖ ਦੇ ਮਨ ਦੇ ਵਿੱਚ ਫਿਰ ਜਿਹੜਾ ਸਿੱਖ ਹੋਵੇ ਵੀ ਜੱਦੀ ਪੁਰਖੀ ਜਿਨ੍ਹਾਂ ਦੇ ਵੱਡਿਆਂ ਨੇ ਬਹੁਤ ਸੇਵਾ ਕੀਤੀ ਹੋਵੇ, ਮਹਾਰਾਜ ਸਾਹਿਬ ਜੀ ਉਹਨਾਂ ਨੂੰ ਡੋਲਣ ਨਹੀਂ ਦਿੰਦੇ। ਇਹਦਾ ਜਿਹੜਾ ਮਨ ਡੋਲਿਆ ਨਾ ਵੀ ਗੁਰੂ ਸਾਹਿਬ ਦੇ ਉੱਤੇ ਸਿਦਕ ਦਾ ਥੋੜਾ ਜਿਹਾ ਕਹਿੰਦੇ ਭਰੋਸਾ ਘਟਿਆ, ਸਾਹਿਬਾਂ ਨੇ ਖੇਡ ਵਰਤਾ ਦਿੱਤੇ। ਇਹ ਤੁਰਿਆ ਜਾ ਰਿਹਾ ਸੀ, ਉੱਥੇ ਇੱਕ ਸ਼ਹੀਦ ਸਿੰਘ ਪ੍ਰਗਟ ਕਰ ਦਿੱਤਾ, ਉਹ ਪਿੱਛੇ ਪਿੱਛੇ ਆਵੇ। ਇਹ ਪਿੱਛਾ ਭੌਂ ਕੇ ਭਾਈ ਪਰਮ ਸਿੰਘ ਨੇ ਵੇਖਿਆ ਵੀ ਕੋਈ ਸਿੰਘ ਆਉਂਦਾ। ਉਹ ਵੇਖਿਆ ਕੀ ਕਰਦਾ ਏ, ਉਹ ਕਹਿੰਦਾ ਵੀ ਕਿੱਥੇ ਜਾਣਾ? ਕਹਿੰਦਾ ਜਿੱਥੇ ਤੂੰ ਚੱਲਿਆ ਉੱਥੇ ਮੈਂ ਜਾਣਾ। ਪਿੱਛੋਂ ਆਵਾਜ਼ ਆਈ, ਫਿਰ ਵੇਖਿਆ ਵੀ ਪਹਿਲਾਂ ਵੇਖਿਆ ਵੀ ਨੀਲਾ ਬਾਣਾ ਪਾਇਆ ਸੀ, ਕੁਝ ਸਮੇਂ ਬਾਅਦ ਮੁੜ ਕੇ ਵੇਖਿਆ ਉਹ ਬਾਣੇ ਦਾ ਰੰਗ ਪੀਲਾ ਹੋ ਗਿਆ, ਕਦੀ ਵੇਖਦਾ ਵੀ ਉਹ ਚਿੱਟਾ ਰੰਗ ਹੋ ਗਿਆ। ਇਹਨੇ ਸੋਚਿਆ ਵੀ ਇਹ ਕੋਈ ਸ਼ਕਤੀ ਕਰਨੀ ਵਾਲਾ ਹੈ। ਨੇੜੇ ਹੋ ਕੇ ਪੁੱਛਣ ਲੱਗਾ ਵੀ ਤੁਸੀਂ ਕੌਣ ਹੋ? ਕਹਿਣ ਲੱਗਾ ਮੈਂ ਸ਼ਹੀਦ ਸਿੰਘ ਹਾਂ। ਤੇ ਪਰਮ ਸਿੰਘ ਕਹਿੰਦਾ ਵੀ ਤੂੰ ਸ਼ਹੀਦ ਸਿੰਘ ਕਾਹਦਾ? ਕਹਿੰਦਾ ਵੀ ਤੁਸੀਂ ਕਿੰਨੀ ਕੁ ਤਾਕਤ ਰੱਖਦੇ? ਕਹਿੰਦੇ ਸਾਡੇ ਵਿੱਚ ਬੜੀਆਂ ਤਾਕਤਾਂ ਨੇ, ਬੜੀਆਂ ਸ਼ਕਤੀਆਂ ਨੇ। ਤੇ ਪਰਮ ਸਿੰਘ ਕਹਿੰਦਾ ਮੈਂ ਨਹੀਂ ਮੰਨਦਾ ਵੀ ਤੁਹਾਡੇ 'ਚ ਇੰਨੀਆਂ ਸ਼ਕਤੀਆਂ ਨੇ, ਜੇ ਤੁਸੀਂ ਇੰਨੀਆਂ ਤਾਕਤਾਂ ਰੱਖਦੇ ਹੋ। ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਛੱਡਣਾ ਪਿਆ, ਇੰਨਾ ਕੁਝ ਹੋਇਆ, ਸਰਸਾ ਤੇ ਬਿਪਤਾ ਪਈ, ਹੋਰ ਉਹਨਾਂ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਉਹਨਾਂ ਦੀ ਤੁਸੀਂ ਤਾਂ ਮਦਦ ਨਹੀਂ ਕੀਤੀ। ਸਾਰਾ ਕੁਝ ਮਹਾਰਾਜ ਸਾਹਿਬ ਜੀ ਦਾ ਖਰਾਬ ਹੋ ਗਿਆ, ਤੂੰ ਆਨਾ ਮੈਂ ਸ਼ਕਤੀਆਂ ਰੱਖਦਾ ਸ਼ਹੀਦ, ਤੁਸੀਂ ਕਾਹਦੇ ਸ਼ਹੀਦ ਜੇ? ਤੇ ਉਹ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਨਹੀਂ ਸੀ ਸਾਨੂੰ, ਅਸੀਂ ਮਹਾਰਾਜ ਦੇ ਹੁਕਮ ਤੋਂ ਬਗੈਰ ਕੁਝ ਕਰ ਨਹੀਂ ਸਕਦੇ। ਜੇ ਕਦੇ ਗੁਰੂ ਸਾਹਿਬ ਹੁਕਮ ਕਰਦੇ ਤਾਂ ਹੋਰ ਸ਼ਹੀਦਾਂ ਦੀ ਲੋੜ ਨਹੀਂ ਸੀ, ਮੈਂ ਇਕੱਲਾ ਹੀ ਬਹੁਤ ਸੀ, ਸਾਰੇ ਤੁਰਕਾਂ ਨੂੰ ਕਹਿੰਦੇ ਨਾਸ਼ ਕਰ ਦਿੰਦਾ। ਉਹ ਕਹਿੰਦਾ ਮੈਂ ਨਹੀਂ ਮੰਨਦਾ ਵੀ ਤੂੰ ਸ਼ਹੀਦ ਹੈ, ਕੋਈ ਕਲਾ ਵਰਤਾ ਕੇ ਵਿਖਾ। ਉਹ ਭਾਈ ਪਰਮ ਸਿੰਘ ਦੇ ਕਹਿੰਦਿਆਂ ਉਹਨੇ ਏਡਾ ਵੱਡਾ ਉਹ ਆਕਾਸ਼ ਤਿੱਕਰ ਲੱਗੇ ਵੀ ਬੜਾ ਉੱਚਾ ਸਰੀਰ ਬਣਾ ਕੇ ਵਿਖਾਇਆ। ਉਹ ਡਰ ਕੇ ਹੱਥ ਜੋੜਨ ਲੱਗ ਪਿਆ, ਕਹਿਣ ਲੱਗਾ ਨਹੀਂ ਤੁਸੀਂ ਪਹਿਲੇ ਸਰੂਪ ਜੀ ਵਾਪਸ ਆ ਜਾਓ। ਇੱਦਾਂ ਫਿਰ ਉਹਨੂੰ ਇਹ ਭਰੋਸਾ ਕਰਾਇਆ ਸੀ ਇਹ ਵੀ ਗੁਰੂ ਸਾਹਿਬ ਦੇ ਕੋਲ ਬੜੀਆਂ ਤਾਕਤਾਂ ਨੇ। ਮਹਾਰਾਜ ਸਾਹਿਬ ਨੇ ਤਾਂ ਜਗਤ ਦੀ ਮਰਿਆਦਾ ਦੇ ਵਾਸਤੇ ਕਿ ਲੋਕਾਂ ਨੂੰ, ਆਮ ਲੋਕਾਂ ਨੂੰ ਹੌਸਲਾ ਆਵੇ। ਜੇ ਸ਼ਹੀਦਾਂ ਸਿੰਘਾਂ ਦੇ ਕੋਲੋਂ ਸਾਰੇ ਕੰਮ ਕਰਾ ਲੈਂਦੇ ਮਹਾਰਾਜ, ਆਮ ਸਿੰਘਾਂ ਨੇ ਇਹੀ ਕਿਹਾ ਕਰਨਾ ਸੀ ਵੀ ਗੁਰੂ ਸਾਹਿਬ ਦੇ ਕੋਲ ਤਾਂ ਸ਼ਕਤੀ ਸੀ ਵੀ ਹੁਣ ਅਸੀਂ ਨਹੀਂ ਜੰਗ ਕਰ ਸਕਦੇ, ਮਹਾਰਾਜ ਕੋਲ ਤੇ ਸ਼ਕਤੀ ਸੀ, ਦੁਸ਼ਮਣ ਅੱਗੇ ਅੜੇ ਰਹੇ, ਅਸੀਂ ਨਹੀਂ ਅੜ ਸਕਦੇ। ਉਹ ਹੌਸਲਾ ਨਹੀਂ ਸੀ ਨਾ ਹੋਣਾ। ਹੁਣ ਸਿੰਘਾਂ ਦੇ ਵਿੱਚ ਹੌਸਲਾ ਹੈ ਵੀ ਅਸੀਂ ਵੀ ਜਿੱਧਰ ਨੂੰ ਕਿਧਰ ਨੂੰ ਜਾਵਾਂਗੇ ਤੇ ਚੜ੍ਹਦੀ ਕਲਾ ਹੋ। ਤਾਂ ਹੀ ਹੈ ਵੀ ਮਹਾਰਾਜ ਸਾਹਿਬ ਜੀ ਨੇ ਆਮ ਸਧਾਰਨ ਕਲਾ ਦੇ ਵਿੱਚ ਵਰਤੇ, ਮਹਾਰਾਜ ਸਾਹਿਬ ਨਰ ਲੀਲਾ ਦੇ ਵਿੱਚ ਵਰਤੇ। ਜਿਵੇਂ ਸ਼ਹੀਦ ਸਿੰਘ ਜਿਹੜੇ ਨੇ ਬੜੀਆਂ ਵੱਡੀਆਂ ਸ਼ਕਤੀਆਂ ਰੱਖਦੇ ਨੇ, ਜਿੰਨੀਆਂ ਵੀ ਕਹਿੰਦੇ ਦੁਨੀਆ ਦੀਆਂ ਤਾਕਤਾਂ ਹਨ, ਉਹਨਾਂ ਸਾਰਿਆਂ ਨਾਲੋਂ ਵੱਡੀ ਤਾਕਤ ਜਿਹੜੀ ਉਹ ਸ਼ਹੀਦਾਂ ਸਿੰਘਾਂ ਦੇ ਵਿੱਚ ਹੈ। ਹੁਕਮ ਸ਼ਹੀਦਾਂ ਕੋ ਚੱਲ ਹੈ, ਸਾਹਿਬ ਕਹਿੰਦੇ ਸ਼ਹੀਦਾਂ ਸਿੰਘਾਂ ਦਾ ਹੀ ਹੁਕਮ ਚੱਲਦਾ ਹੈ। ਸਭ ਪਰ ਜਾਨੋ, ਸਭ ਪਰ ਜਨ, ਇਹਨ ਸਭ ਪਰ ਜਨ, ਇਹ ਜਿੰਨੇ ਵੀ ਨੇ ਨਾ ਕੋਈ ਭੂਤ ਪ੍ਰੇਤ ਜਿੰਨੀਆਂ ਵੀ ਕਹਿੰਦੇ ਵੀ ਇਹ ਆਤਮਾਵਾਂ ਹਨ, ਇਹਨਾਂ ਸਾਰਿਆਂ ਦੇ ਉੱਤੇ ਸ਼ਹੀਦਾਂ ਸਿੰਘਾਂ ਦਾ ਹੁਕਮ ਚੱਲਦਾ। ਕਈ ਬੜਾ ਸ਼ੰਕਾ ਜਿਹਾ ਕਰ ਦਿੰਦੇ, ਕਹਿੰਦੇ ਕੁਝ ਇਹੋ ਜਿਹਾ ਹੁੰਦਾ ਨਹੀਂ, ਇਹਦੇ ਜਿਹਦੇ ਨਾਲ ਕੋਈ ਇਹੋ ਜਿਹੀ ਬਿਪਤਾ ਪੈਂਦੀ ਉਹਨੂੰ ਪਤਾ ਨਾ। ਜਦੋਂ ਕਿਸੇ ਦਾ ਕੋਈ ਆ ਕੇ ਜਦੋਂ ਕਿਸੇ ਨੂੰ ਕੋਈ ਚੰਬੜਦਾ ਹੈ ਉਦੋਂ ਉਹਨੂੰ ਪਤਾ ਹੁੰਦਾ, ਉਹ ਵਿਚਾਰਾ ਦੁਖੀ ਹੁੰਦਾ, ਦੂਜਾ ਆਖੀ ਜਾਂਦਾ ਕੁਝ ਹੁੰਦਾ ਨਹੀਂ। ਜਿਵੇਂ ਕਹਿੰਦੇ ਨਾ ਵੀ ਜਿਹਨੂੰ ਰੋਗ ਲੱਗਾ ਹੋਵੇ, ਰੋਗ ਦਾ ਦੁੱਖ ਤਾਂ ਉਹੀ ਹੈ ਜਿਨ੍ਹਾਂ ਅੰਦਰ ਅੰਮ੍ਰਿਤਸਰ ਸਹੀ ਜਾਣਨ ਸੂਲੀਆਂ। ਅੰਮ੍ਰਿਤਸਰ ਇੱਕ ਫੋੜਾ ਹੁੰਦਾ ਜਿਹੜਾ ਮਾਸ ਦੇ ਅੰਦਰ ਹੁੰਦਾ, ਬਾਹਰੋਂ ਲੱਗਦਾ ਵੀ ਮਾਸ ਠੀਕ ਹੈ ਪਰ ਅੰਦਰ ਬਹੁਤ ਦਰਦ ਹੁੰਦੀ ਹੈ। ਜਿਨ੍ਹਾਂ ਦੇ ਅੰਦਰ ਹੋਵੇ ਉਹਨੂੰ ਹੀ ਪਤਾ, ਬਾਹਰਲਾ ਦੇ ਆਖੂ ਵੀ ਇਹ ਤਾਂ ਠੀਕ ਠਾਕ ਲੱਗਦਾ। ਇਸੇ ਤਰ੍ਹਾਂ ਹੀ ਜਿਹੜੀਆਂ ਕਈ ਤਰ੍ਹਾਂ ਦੀਆਂ ਗੁਪਤ ਰੂਹਾਂ, ਗੁਪਤ ਸ਼ਕਤੀਆਂ 84 ਲੱਖ ਜੂਨਾਂ ਚਾਉਂਦੀਆਂ ਨੇ,
ਹੈਗੀਆਂ ਨੇ, ਪਰ ਇਹਨਾਂ ਦੇ ਉੱਤੇ ਮਹਾਰਾਜ ਕਹਿੰਦੇ ਸ਼ਹੀਦਾਂ ਦਾ ਹੁਕਮ ਚੱਲਦਾ, ਸ਼ਹੀਦਾਂ ਤੋਂ ਬਾਹਰ ਨਹੀਂ ਕਿਤੇ ਚੱਲ ਸਕਦੇ। ਅਪਰਨ ਕੀ ਗਿਣਤੀ ਕਹਾਂ। ਹੋਰ ਤਾਂ ਕੀ ਮਹਾਰਾਜ ਕਹਿੰਦੇ ਕਿਸੇ ਦੀ ਗਿਣਤੀ ਕਰਕੇ ਦੱਸੀਏ ਵੀ ਕਿੱਡੇ ਕੁ ਵੱਡੇ ਤਾਕਤ ਦੇ ਮਾਲਕ ਹਨ। ਜਮਦੂਤ ਮਹਾਨ। ਵੇਖੋ ਜਮਦੂਤ ਕਿੱਡੇ ਵੱਡੇ ਮਹਾਨ ਹਨ, ਜਿਹੜੇ ਜਮਦੂਤ ਨੇ ਹਰ ਇੱਕ ਨੂੰ ਜਿਹਨੂੰ ਮਰਜ਼ੀ ਕਹਿੰਦੇ ਵੀ ਲੈ ਜਾਂਦੇ ਨੇ ਫੜ ਕੇ ਸੰਸਾਰ ਚੋਂ। ਬੋਝ ਸ਼ਹੀਦਨ ਕੋ ਫਿਰ। ਪਰ ਜਿਹੜੇ ਉਹ ਜਮਦੂਤ ਹਨ ਉਹ ਵੀ ਸ਼ਹੀਦਾਂ ਨੂੰ ਪੁੱਛ ਕੇ ਇੱਧਰ ਉੱਧਰ ਜਾਂਦੇ ਨੇ, ਇਹਨਾਂ ਦੇ ਹੁਕਮ ਤੋਂ ਬਗੈਰ ਕਿਤੇ ਜਾ ਨਹੀਂ ਸਕਦੇ। ਔਰ ਮੈਂ ਡਰ ਧਾਰੇ। ਦਿਲ ਵਿੱਚ ਡਰਦੇ ਰਹਿੰਦੇ ਵੀ ਜੇ ਸ਼ਹੀਦ ਸਿੰਘਾਂ ਦੇ ਪੁੱਛੇ ਤੋਂ ਬਗੈਰ ਕਿਧਰੇ ਚਲੇ ਗਏ ਇਹ ਨਾ ਹੋਵੇ ਵੀ ਸਾਡੀ ਵੀ ਸ਼ਾਮਤ ਆ ਜੇ। ਸਾਹਿਬ ਕਹਿੰਦੇ ਹੋਰ ਕਿਹੜੀ ਗੱਲ ਕਰੀਏ, ਜਿਹੜੇ ਜਮਦੂਤ ਜਦੋਂ ਮਰਜੀ ਜਿੱਥੋਂ ਮਰਜੀ ਜਿਹਨੂੰ ਮਰਜੀ ਚੁੱਕ ਕੇ ਲੈ ਜਾਂਦੇ ਹਨ, ਵੱਡੇ ਵੱਡਿਆਂ ਨੂੰ ਪਤਾ ਨਹੀਂ ਲੱਗਣ ਦਿੰਦੇ ਕਦੋਂ ਲੈ ਜਾਂਦੇ ਨੇ। ਪਾਤਸ਼ਾਹ ਕਹਿੰਦੇ ਉਹ ਵੀ ਸ਼ਹੀਦਾਂ ਦੇ ਕੋਲੋਂ ਡਰਦੇ ਨੇ, ਇਹਨਾਂ ਦੇ ਕੋਲੋਂ ਪੁੱਛ ਕੇ ਜਾਂਦੇ ਹਨ ਜਿੱਥੇ ਜਾਂਦੇ ਨੇ। ਲੋਕ ਕਹੇ ਬੈਤਾਲ ਇਹਨਾਂ। ਕਲਗੀਧਰ ਸਾਹਿਬ ਕਹਿੰਦੇ ਵੀ ਇਹ ਸ਼ਹੀਦ ਸਿੰਘ ਨੇ ਨਾ ਜਿਹੜੇ, ਕਈ ਲੋਕ ਇਹਨਾਂ ਨੂੰ ਹੀ ਬੈਤਾਲ ਕਹਿ ਦਿੰਦੇ ਨੇ। ਬੈਤਾਲ ਹੁੰਦੀਆਂ ਜਿਹੜੀਆਂ ਗੁਪਤ ਸ਼ਕਤੀਆਂ, ਉਹ ਆਪਣੀ ਬੋਲੀ ਦੇ ਅਨੁਸਾਰ ਇਹਨਾਂ ਨੂੰ ਕਈ ਬੈਤਾਲ ਕਹਿੰਦੇ ਹਨ। ਲਗ ਭੇਦ ਉਦਾਰੇ। ਇਸ ਤਰ੍ਹਾਂ ਕਹਿੰਦੇ ਵੀ ਇਹ ਬੜਾ ਤਗੜਾ ਭੇਦ ਹੈ ਵੀ ਜਿਹੜਾ ਗੁਰੂ ਕਾ ਖਾਲਸਾ ਇਹਨਾਂ ਨੂੰ ਸ਼ਹੀਦ ਕਹਿੰਦਾ ਹੈ, ਤੇ ਕਈ ਲੋਕ ਜਿਹੜੇ ਹੋਰ ਹੀ ਗ੍ਰੰਥ ਪੜ੍ਹੇ ਹੁੰਦੇ ਉਹਨਾਂ ਸ਼ਹੀਦਾਂ ਨੂੰ ਬੈਤਾਲ ਵੀ ਕਹਿੰਦੇ ਨੇ, ਗੁਪਤ ਸ਼ਕਤੀਆਂ ਕਹਿੰਦੇ ਨੇ। ਸ਼ਾਸਤਰਾਨ ਕੋ ਪੜ੍ਹੇ ਜੋ। ਆ ਜਿਹੜੇ ਸ਼ਾਸਤਰਾਂ ਨੂੰ ਪੜ੍ਹਦੇ ਨੇ ਹੋਰ ਕਈ ਗ੍ਰੰਥਾਂ ਨੂੰ ਪੜ੍ਹਦੇ ਹਨ, ਸੋ ਇਨਕੇ ਨਾਮੋ। ਉਹ ਇਹਨਾਂ ਦੇ ਕਈ ਤਰ੍ਹਾਂ ਦੇ ਨਾਮ ਲੈਂਦੇ ਨੇ ਆਪੋ ਆਪਣੇ ਹਿਸਾਬ ਦੇ ਨਾਲ। ਵਿਦਿਆ ਧਰ ਭਾਗਤ ਸਕਲ। ਇਹ ਕਈ ਕਹਿੰਦੇ ਵੀ ਵਿਦਿਆ ਧਰ ਕਹਿੰਦੇ ਨੇ, ਪਰ ਅਸਲ ਜੋ ਇੱਕ ਪ੍ਰਕਾਰ ਦੇ ਦੇਵਤੇ ਹੁੰਦੇ ਹਨ। ਬਿਲਸਤ ਅਬਰਾਮੋ। ਬਿਲਸਤ ਅਬਰਾਮੋ ਦੇ ਕਹਿੰਦੇ ਵੀ ਉਹ ਬੜੇ ਆਨੰਦ ਦੇ ਵਿੱਚ ਵਿਚਰਦੇ, ਇੱਧਰ ਉੱਧਰ ਹੱਸਦੇ ਖੇਡਦੇ ਹਨ। ਲਖੋ ਅਸੁਭ ਵੀ ਇਨਹੁ ਮੈਂ। ਪਰ ਪਾਤਸ਼ਾਹ ਜੀ ਕਹਿੰਦੇ ਜਿਹੜੇ ਸ਼ਹੀਦ ਹਨ ਨਾ, ਸ਼ਹੀਦ ਕਈ ਵਿਦਿਆ ਧਰ ਕਹਿ ਦਿੰਦੇ ਨੇ ਸ਼ਹੀਦਾਂ ਨੂੰ, ਪਰ ਉਹ ਵਿਦਿਆ ਧਰ ਇੱਕ ਪ੍ਰਕਾਰ ਦੇ ਦੇਵਤੇ ਨੇ, ਕਿਉਂਕਿ ਉਹਨਾਂ ਦੇ ਵਿੱਚ ਤਾਂ ਅਸ਼ੁਭ ਤੇ ਸ਼ੁਭ ਦੋਵੇਂ ਤਰ੍ਹਾਂ ਦੇ ਹੀ ਹਨ। ਸ਼ੁਭ ਅਹੇ ਕਨੇਰੇ। ਪਰ ਜਿਹੜੇ ਸ਼ੁਭ ਹਨ ਉਹ ਜ਼ਿਆਦੇ ਨੇ, ਅਸ਼ੁਭ ਵੀ ਹੈਗੇ ਨੇ ਪਰ ਜ਼ਿਆਦੇ ਕਹਿੰਦੇ ਸ਼ੁਭ ਹਨ। ਸ਼ੁਭ ਹੈ ਸੁਭਾਵ ਤ੍ਰੈ ਵਿਦਨ ਗਉਣ। ਫਿਰ ਅੱਗੇ ਇਹਨਾਂ ਦੇ ਤਿੰਨ ਤਰ੍ਹਾਂ ਦੇ ਸੁਭਾਅ ਹਨ। ਸਤ ਰਜ ਤਮ ਕੇਰੇ। ਰਜੋ ਤਮੋ ਦੇ ਸਤੋ ਗੁਣੀ ਤਿੰਨ ਤਰ੍ਹਾਂ ਦੇ ਸੁਭਾਅ ਵਾਲੇ ਨੇ। ਸੰਗਤ ਤੇ ਪੁਜਵਾਵਈ। ਪਾਤਸ਼ਾਹ ਕਹਿੰਦੇ ਜਿਹੜੇ ਸ਼ਹੀਦ ਸਿੰਘ ਨੇ ਨਾ, ਇਹ ਸੰਗਤਾਂ ਦੇ ਕੋਲੋਂ ਆਪਣੀ ਪੂਜਾ ਕਰਾਉਂਦੇ ਨੇ ਲੋਕਾਂ ਦਾ ਭਲਾ ਕਰਨ ਵਾਸਤੇ। ਜੋ ਹੈ ਇਨ ਕੇਰੀ। ਆ ਜਿਹੜੀਆਂ ਸ਼ਹੀਦਾਂ ਦੀਆਂ ਸੰਗਤਾਂ ਨੇ ਭਾਵ ਵੀ ਜਿਹੜੇ ਵੀ ਇਹਨਾਂ ਦੇ ਭਰੋਸਾ ਰੱਖਦੇ ਨੇ ਸਾਡੇ ਹੀ ਜਾਣ ਕੇ, ਪੂਰੀ ਕਰਤ ਸੋ ਕਾਮਨਾ। ਫਿਰ ਉਹਨਾਂ ਦੀ ਸਾਡੇ ਸ਼ਹੀਦ ਸਿੰਘ ਕਲਗੀਧਰ ਸਾਹਿਬ ਕਹਿੰਦੇ ਕਾਮਨਾਵਾਂ ਸਭ ਤਰ੍ਹਾਂ ਦੀਆਂ ਪੂਰੀਆਂ ਕਰਦੇ ਹਨ। ਜਸ ਜਨ ਹੈ ਕੇਰੀ। ਜਿਹੋ ਜੀ ਕਿਸੇ ਗੁਰਸਿੱਖ ਜਨ ਦੀ ਭਾਵਨਾ ਏ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਸ਼ਹੀਦ ਨੇ ਇਹਨਾਂ ਕੋਲ ਵੀ ਜਿਹੜਾ ਕੋਈ ਕਾਮਨਾ ਰੱਖ ਕੇ ਜਾਂਦਾ ਇਹ ਪੂਰੀਆਂ ਕਰ ਦਿੰਦੇ ਆ। ਜਿਵੇਂ ਵੇਖੋ ਜਦੋਂ ਅੰਮ੍ਰਿਤਸਰ ਸਾਹਿਬ ਸੰਗਤ ਜਾਂਦੀ, ਜਿੰਨੀ ਸੰਗਤ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਂਦੀ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਵੀ ਉਤੋਂ ਘੱਟ ਨਹੀਂ ਸੰਗਤਾਂ ਜਾਂਦੀਆਂ। ਮਹਾਰਾਜ ਨੇ ਆਪਣੇ ਸ਼ਹੀਦਾਂ ਨੂੰ, ਆਪਣੇ ਸਿੱਖਾਂ ਨੂੰ ਆਪਣੇ ਵਰਗਾ ਹੀ ਮਾਣ ਬਖਸ਼ਿਆ। ਸਾਹਿਬ ਕਲਗੀਧਰ ਜੀ ਕਹਿੰਦੇ ਵੀ ਇਹ ਜਿਹੜੇ ਸਾਡੇ ਸ਼ਹੀਦ ਸਿੰਘ ਨੇ ਨਾ, ਇਹਨਾਂ ਦੇ ਜਿਹੜਾ ਅੱਗੇ ਕੋਈ ਭਰੋਸਾ ਰੱਖਦਾ, ਇਹਨਾਂ ਵਰਗਾ ਕੋਈ ਜੀਵਨ ਰੱਖਦਾ, ਇਹਨਾਂ ਵਰਗੇ ਕੋਈ ਜੀਵਨ ਦੇ ਵਿਚਾਰ ਰੱਖਦਾ ਤੇ ਸ਼ਹੀਦਾਂ ਕੋਲੋਂ ਜੋ ਵੀ ਮੰਗਦਾ ਕਹਿੰਦੇ ਉਹਨਾਂ ਸਾਰਿਆਂ ਦੀਆਂ ਭਾਵਨਾ ਪੂਰੀਆਂ ਹੋ ਜਾਂਦੀਆਂ ਨੇ। ਦੁੱਖ ਸੁੱਖ ਕੇ ਦਾਤਾ ਹੈ। ਸਭ ਤਰ੍ਹਾਂ ਦੇ ਦੁੱਖਾਂ ਸੁੱਖਾਂ ਦੇ ਦੇਣ ਦੇ ਦਾਤੇ ਦਤਾਰ ਹਨ ਸ਼ਹੀਦ ਸਿੰਘ। ਦੇਤੇ ਸਭ ਪ੍ਰਾਨੀ। ਸਭ ਪ੍ਰਾਣੀਆਂ ਨੂੰ ਦੁੱਖ ਸੁੱਖ ਕਹਿੰਦੇ। ਜੇ ਕੋਈ ਬਹੁਤ ਅੜੀ ਫੜੀ ਕਰੇ, ਜਿਵੇਂ ਮੁਗਲ ਚੜ੍ਹ ਕੇ ਆਉਂਦੇ ਸੀ, ਬਾਬਾ ਦੀਪ ਸਿੰਘ ਵਰਗੇ ਸੂਰਮਿਆਂ ਨੇ ਖੰਡਾ ਵਾਹ ਕੇ ਜਿਹੜੇ ਉਹਨਾਂ ਦੇ ਸਰੀਰਾਂ ਦੇ ਆਹੂ ਲਾਏ, ਉਹਨਾਂ ਦੀ ਕਰਨੀ ਮੁਤਾਬਕ ਉਹਨਾਂ ਨੂੰ ਦੁੱਖ ਮਿਲਿਆ। ਤੇ ਜਿਹੜੇ ਕਹਿੰਦੇ ਸ਼ਰਨ ਪੈਂਦੇ ਨੇ ਉਹਨਾਂ ਨੂੰ ਉਹਨਾਂ ਦੀ ਕਰਨੀ ਮੁਤਾਬਕ ਸੁੱਖ ਮਿਲਦਾ। ਐਵੇਂ ਦੁੱਖ ਸੁੱਖ ਜੋ ਸ਼ਹੀਦ ਚਾਉਣ, ਸ਼ਹੀਦ ਸਿੰਘ ਚਾਉਣ, ਸਭ ਕਹਿੰਦੇ ਦੁੱਖ ਤੇ ਸੁੱਖ ਸਭ ਪ੍ਰਾਣੀਆਂ ਨੂੰ ਦੇ ਦਿੰਦੇ ਹਨ। ਸਰਬ ਕਲਾ ਸਮਰੱਥ ਇਹ। ਸਭ ਸ਼ਕਤੀਆਂ ਦੇ ਕਹਿੰਦੇ ਮਾਲਕ ਹਨ ਇਹ। ਹਰ ਸ਼ਕਤ ਮਹਾਨ। ਬੜੀ ਵੱਡੀ ਸ਼ਕਤੀ, ਬੜੀ ਵੱਡੀ ਸ਼ਹੀਦ ਸਿੰਘ ਆਪਣੇ ਵਿੱਚ ਤਾਕਤ ਰੱਖਦੇ ਨੇ, ਬੜੀਆਂ ਵੱਡੀਆਂ ਤਾਕਤਾਂ। ਬਾਬਾ ਬਿਸ਼ਨ ਸਿੰਘ ਸਾਹਿਬ ਜੀ, ਉਹਨਾਂ ਮਹਾਂਪੁਰਖਾਂ ਦਾ ਕੱਲ ਨੂੰ ਜੋੜ ਮੇਲਾ, ਤੇ ਬਾਬਾ ਪਾਲਾ ਸਿੰਘ ਜੀ ਨੂੰ ਜਦੋਂ ਗਊਆਂ ਦੀ ਸੇਵਾ ਲਾਈ, ਉਹ ਕਹਿੰਦਾ ਮਹਾਰਾਜ ਮੈਂ ਬਾਬਾ ਜੀ ਕਹਿੰਦੇ ਮੈਂ ਕੱਲਾ ਨਹੀਂ ਆ ਮਹਾਰਾਜ, ਗਊਆਂ ਬਾਬਾ ਜੀ ਸਾਂਭ ਸਕਦਾ। ਉਹ ਕਹਿੰਦੇ ਤੂੰ ਕੱਲਾ ਥੋੜਾ, ਤੂੰ ਬਸ ਅੱਗੇ ਪਹਿਰਾ ਦੇਣਾ, ਬਾਕੀ ਕੰਮ ਤਾਂ ਸਾਰੇ ਸ਼ਹੀਦਾਂ ਸਿੰਘਾਂ ਨੇ ਕਰਨੇ ਆ।
ਸ਼ਹੀਦ ਸਿੰਘ ਜਿਹੜੇ ਹਨ, ਜਿਵੇਂ ਆਪਾਂ ਕਹਿ ਦਿੰਦੇ ਵੀ 10 ਲੱਖ ਨਾਲ 40 ਲੜੇ, ਉਹ 40 ਲੜੇ, ਉਹਨਾਂ ਦੇ ਪਿੱਛੇ ਕੋਈ ਤਾਕਤ ਤਾਂ ਕੰਮ ਕਰਦੀ ਹੋਈ ਹੈ ਨਾ। ਉਹੀ ਤਾਕਤ ਜਿਹੜੀ ਮਹਾਰਾਜ ਦੀ ਤਾਬਿਆ ਰਹਿੰਦੇ, ਉਹ ਗੁਰੂ ਕੇ ਸ਼ਹੀਦ ਸਿੰਘ, ਅਕਾਲ ਪੁਰਖ ਦੀ ਜਿਹੜੀ ਸ਼ਕਤੀ ਹੈ, ਉਹ ਸ਼ਹੀਦ ਸਦਾ ਹੀ ਵਰਤਦੇ ਨੇ। 1.25 ਲੱਖ ਇਕੱਲਾ ਹੀ ਸਿੰਘ ਜਿੱਧਰ ਨੂੰ ਮਰਜੀ ਜਾਵੇ, ਉਹ ਹਮੇਸ਼ਾ ਜਿਹੜੇ ਪੁਰਾਣੇ ਸਿੰਘ ਉਹਨਾਂ ਦਾ ਭਰੋਸਾ ਹੁੰਦਾ ਸੀ। ਜੇ ਕੋਈ ਆਖੇ ਹੁਣ ਵੀ ਤੂੰ ਇਕੱਲਾ ਹੀ ਚੱਲਿਆ, ਕਹਿੰਦਾ ਮੈਂ ਇਕੱਲਾ ਕੌਣ, ਸ਼ਹੀਦ ਸਿੰਘਾਂ ਦਾ ਆਸਰਾ ਮੇਰੇ ਨਾਲ ਹੈ। ਸ਼ਹੀਦਾਂ ਦਾ ਬਹੁਤ ਭਰੋਸਾ ਗੁਰੂ ਕੇ ਪੁਰਾਣੇ ਸਿੱਖ ਰੱਖਦੇ ਸਨ। ਤੇ ਕਲਗੀਧਰ ਮਹਾਰਾਜ ਕਹਿੰਦੇ ਬੜੀਆਂ ਵੱਡੀਆਂ ਤਾਕਤਾਂ, ਬੜੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਹਨ ਸ਼ਹੀਦ ਸਿੰਘ। ਦੇ ਕਰ ਇਨਕੋ ਭਰਤ ਖੰਡ, ਆ ਜੋ ਭਾਰਤ ਖੰਡ ਦੇ ਜੋ ਦੁਨੀਆ ਦੀ ਪਾਲਣਾ ਕਰਨ ਦੀ ਸਭ ਕਹਿੰਦੇ ਵੀ ਦਾਤ ਦੇ ਕੇ ਸੁਰ ਸੁਰਗ ਸੁਧਾਰੇ। ਸ਼ਾਇਦ ਕਹਿੰਦੇ ਜਿਹੜੇ ਦੇਵਤੇ ਨੇ ਨਾ, ਇਹ ਵੀ ਇੱਥੇ ਉੱਥੇ ਹੀ ਪਹਿਲਾਂ ਰਹਿੰਦੇ ਹੁੰਦੇ ਸੀ, ਪਰ ਸ਼ਹੀਦਾਂ ਸਿੰਘਾਂ ਕੋਲ ਸਾਰੀ ਤਾਕਤ ਆ ਗਈ ਤੇ ਦੇਵਤੇ ਆਪ ਸਵਰਗਾਂ ਵਿੱਚ ਜਾ ਕੇ ਬੈਠ ਗਏ। ਬੈਠੇ ਜਾਏ ਨਿਸ਼ਚੰਤ ਹੋਏ, ਉਹ ਚਿੰਤਾ ਤੋਂ ਰਹਿਤ ਹੋ ਕੇ ਬੈਠ ਗਏ ਵੀ ਕੋਈ ਨਹੀਂ, ਸ਼ਹੀਦ ਸਿੰਘ ਸਾਰਾ ਪਹਿਰਾ ਚਲਾਉਣਗੇ ਹੁਣ। ਸਾਂਭੀ ਸਭ ਕਾਰੇ, ਸਾਰੇ ਕਹਿੰਦੇ ਵੀ ਕਾਰਜ ਇਹਨਾਂ ਸ਼ਹੀਦਾਂ ਨੇ ਦੁਨੀਆ ਦੇ ਚਲਾਉਣ ਦੇ ਮਹਾਰਾਜ ਕਹਿੰਦੇ ਸਾਂਭ ਲਏ ਹਨ। ਪਹੁੰਚੇ ਜੋ ਦੇਵਨ ਸਭਨ, ਸਾਹਿਬ ਕਹਿੰਦੇ ਕਈ ਦੇਵਤਿਆਂ ਨੂੰ ਵੀ ਮੰਨਦੇ ਹਨ, ਕਈ ਕਿਸੇ ਦੀ ਪੂਜਾ ਕਰਦੇ ਨੇ, ਕੋਈ ਕਿਸੇ ਨੂੰ ਖਾਣ ਪੀਣ ਨੂੰ ਦਿੰਦੇ ਨੇ, ਪਰ ਜੋ ਕੁਝ ਵੀ ਖਾਣ ਪੀਣ ਨੂੰ ਕਿਸੇ ਨੂੰ ਕੁਝ ਪਹੁੰਚਦਾ ਹੈ ਨਾ, ਜੇ ਦੇਵਤਿਆਂ ਨੂੰ ਵੀ ਕੁਝ ਖਾਣ ਨੂੰ ਮਿਲਦਾ ਹੈ, ਹਰਪਤ ਜੇ ਪ੍ਰਾਨੀ, ਉਹ ਸਾਰਾ ਕੁਝ ਜਿਹੜੇ ਕਹਿੰਦੇ ਦੇਵਤਿਆਂ ਨੂੰ ਜਾਂ ਹੋਰ ਕੋਈ ਸ਼ਕਤੀਆਂ ਨੂੰ ਜਿਹਨੂੰ ਕਿਨੂੰ ਵੀ ਕੋਈ ਭਾਵਨਾ ਰੱਖ ਕੇ ਅਰਪਣ ਕਰਦਾ ਹੈ, ਆਤ ਸ਼ਹੀਦਨ ਹੋਏ ਕਰ, ਉਹ ਸਾਰਾ ਸਾਹਿਬ ਕਹਿੰਦੇ ਸ਼ਹੀਦਾਂ ਦੇ ਹੱਥ ਵਾਸੀ ਹੈ। ਜਿਹੜਾ ਕਿਸੇ ਨੂੰ ਵੀ ਕੁਝ ਖਾਣ ਪੀਣ ਨੂੰ ਮਿਲਦਾ, ਜਿੰਨੀਆਂ ਵੀ ਜਗਤ ਵਿੱਚ ਜੁਨੀਆਂ ਹਨ, ਉਹ ਸਾਰਾ ਕੁਝ ਸ਼ਹੀਦਾਂ ਦੇ ਹੱਥ ਵਿੱਚ ਵਾਹਿਗੁਰੂ ਨੇ ਸੌਂਪਿਆ ਹੋਇਆ ਏ। ਜਹ ਸਭ ਥਾਨੀ, ਸਭ ਥਾਵਾਂ ਤੇ ਜਿੱਥੇ ਕਿਤੇ ਵੀ ਕੁਝ ਕਿਸੇ ਨੂੰ ਪ੍ਰਾਪਤ ਹੁੰਦਾ, ਕਲਗੀਧਰ ਸਾਹਿਬ ਕਹਿੰਦੇ ਸ਼ਹੀਦਾਂ ਸਿੰਘਾਂ ਦੇ ਰਾਹੀਂ ਹੁੰਦਾ ਏ। ਪਰਮੇਸ਼ਰ ਕਰਤਾ ਪੁਰਖ, ਜੋ ਪਰਮੇਸ਼ਰ ਕਰਤਾ ਸਾਰੇ ਜਗਤ ਦਾ ਪੁਰਖ ਵਿਆਪਕ ਵਾਹਿਗੁਰੂ ਹੈ। ਇਸ ਕਾਰ ਲਗਾਏ, ਇਹ ਕੰਮ ਦੇ ਵਿੱਚ ਵਾਹਿਗੁਰੂ ਨੇ ਆਪ ਸ਼ਹੀਦ ਸਿੰਘ ਲਾਏ ਨੇ। ਖਾਲਸੇ ਦਾ ਬੋਲਾ ਸ਼ਹੀਦ ਹੈ। ਹੋਰ ਸਮਝਣ ਲਈ ਕਹਿ ਲਓ ਵੀ ਜਿਹੜੀਆਂ ਰੱਬੀ ਸ਼ਕਤੀਆਂ ਹਨ, ਪਰਮੇਸ਼ਰ ਦਾ ਜਿਹੜਾ ਸਾਰਾ ਕਾਰ ਵਿਹਾਰ ਚੱਲ ਰਿਹਾ, ਇਹ ਵਾਹਿਗੁਰੂ ਆਪਣੀਆਂ ਸ਼ਕਤੀਆਂ ਦੇ ਰਾਹੀਂ ਕਰ ਰਿਹਾ ਹੈ ਨਾ। ਤੇ ਜਿਹੜੀਆਂ ਰੱਬੀ ਤਾਕਤਾਂ ਹਨ, ਉਹਨੂੰ ਖਾਲਸਾ ਸ਼ਹੀਦ ਕਹਿੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਸ਼ਹੀਦਾਂ ਦੇ ਹੱਥ ਵਸ ਪਰਮੇਸ਼ਰ ਨੇ ਸਭ ਕੁਝ ਕੀਤਾ, ਇਹਨਾਂ ਦੇ ਰਾਹੀਂ ਹੀ ਜੋ ਕੋਈ ਦਾਤ ਪਹੁੰਚੀ ਜਿੱਥੇ ਪਹੁੰਚਦੀ ਹੈ। ਹੋਏ ਸੁਚੇਤ ਨਿਤ ਕਰਤ ਹੈ, ਹੋਏ ਸੁਚੇਤ, ਫਿਰ ਸ਼ਹੀਦ ਸਿੰਘ ਹਮੇਸ਼ਾ ਸੁਚੇਤ ਹੋ ਕੇ ਪਰਮੇਸ਼ਰ ਦੇ ਹੁਕਮ ਦੇ ਨਾਲ ਸਭ ਦੀ ਪਾਲਣਾ, ਸਭ ਦੀ ਰੋਜੀ ਪਹੁੰਚਾਉਣ ਦਾ ਕਾਰਜ ਕਰਦੇ ਨੇ। ਕਬ ਨਹਿ ਬਿਸਰਾਏ, ਕਦੀ ਵੀ ਕਹਿੰਦੇ ਕਿਸੇ ਦਾ ਚੇਤਾ ਨਹੀਂ ਭੁਲਾਉਂਦੇ। ਜੋ ਵਾਹਿਗੁਰੂ ਦਾ ਹੁਕਮ ਜਿੰਨਾ ਜਿੰਨਾ ਲਿਖਿਆ ਗਿਆ, ਜਿਹਦੇ ਕਰਮਾਂ ਜੋ ਪਹੁੰਚਾ ਦਿੰਦੇ ਹਨ। ਹੈ ਸ਼ਹੀਦ ਸਭ ਰੀਤ ਕੇ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜੇ ਸ਼ਹੀਦ ਹਨ ਸਭ ਤਰ੍ਹਾਂ ਦੇ, ਲੱਖ ਬ੍ਰਿੰਦ ਵਿਸਾਲਾ, ਉਹਨਾਂ ਵਿੱਚ ਕਈ ਛੋਟੇ ਵੀ ਹੈ, ਕੋਈ ਵੱਡੇ ਵੀ ਹੈ। ਜਿੰਨੀ ਕਿਸੇ ਦੀ ਕਮਾਈ ਹੈ, ਉਹ ਛੋਟੇ ਵੱਡੇ ਵੀ ਹਨ। ਉਹਨਾਂ ਦਾ ਮਾਣ ਸਨਮਾਨ ਵੱਧ ਘੱਟ ਵੀ ਹੁੰਦਾ ਹੈ। ਇਸ ਤਰ੍ਹਾਂ ਸ਼ਹੀਦ ਕਹਿੰਦੇ ਵੀ ਅਨੇਕਾਂ ਤਰ੍ਹਾਂ ਦੇ ਹਨ, ਕੋਈ ਛੋਟੀ ਤੇ ਕੋਈ ਵੱਡੇ ਤਾਕਤ ਰੱਖਦੇ। ਭੋਜਨ ਅਨੇਕ ਪ੍ਰਕਾਰ ਕੇ, ਫਿਰ ਸ਼ਹੀਦਾਂ ਸਿੰਘਾਂ ਦੇ ਭੋਜਨ ਜਿਹੜੇ ਅਨੇਕਾਂ ਪ੍ਰਕਾਰਾਂ ਦੇ ਹਨ। ਚਲੇ ਸਭ ਕਾਲਾ, ਤੇ ਸਭ ਸਮਿਆਂ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜੇ ਸ਼ਹੀਦ ਸਿੰਘ ਹੈ ਨਾ, ਉਹਨਾਂ ਨੂੰ ਜਿਹੜਾ ਕੋਈ ਅਰਪਣ ਕਰੇ, ਉਹਨਾਂ ਦਾ ਭੋਜਨ ਉਹ ਛਕਦੇ ਹਨ। ਜਿਵੇਂ ਬਹੁਤ ਵੱਡੇ ਭਿੰਡਰਾਂ ਵਾਲੇ ਜਥੇ ਦੇ ਇੱਕ ਗਿਆਨੀ ਮਹਾਂਪੁਰਖ ਹਨ, ਉਹ ਮਹਾਂਪੁਰਖ ਆਪਣੀ ਕਥਾ ਦੇ ਵਿੱਚ ਦੱਸਦੇ ਹਨ, ਹਰਭਜਨ ਸਿੰਘ ਜੀ ਢੁੱਡੀਕੇ ਦੇ, ਕਹਿੰਦੇ ਵੀ ਜਿੱਥੇ ਇਹ ਖੋਸਾ ਕੋਟਲਾ ਹੈ ਨਾ, ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ, ਉੱਥੇ ਇੱਕ ਮਹਾਂਪੁਰਖ ਰਹਿੰਦੇ ਸੀ, ਬਾਬਾ ਸੁੰਦਰ ਸਿੰਘ ਸੀ ਉਹਨਾਂ ਦਾ ਨਾਮ। ਤੇ ਜਦੋਂ ਕੋਈ ਕਿਸੇ ਦਾ ਕਾਰ ਜੜਦਾ, ਉਹਨਾਂ ਨੇ ਆ ਕੇ ਆਖਣਾ ਵੀ ਮਹਾਂਪੁਰਖੋ ਸਾਡਾ ਕੰਮ ਅੜਿਆ ਏ ਤੇ ਅਰਦਾਸ ਕਰੋ। ਉਹਨਾਂ ਨੇ ਆਖਣਾ ਵੀ ਲੈ ਆਓ, ਰਸਤ ਲੈ ਕੇ ਆਓ। ਸ਼ਹੀਦਾਂ ਸਿੰਘਾਂ ਨੂੰ ਕਵਾਂਗੇ ਗਿਰੀਆਂ, ਬਦਾਮ, ਖਸਖਾਸ, ਜੋ ਵੀ ਇਹ ਰਗੜੇ ਦੀਆਂ ਰਸਤਾਂ, ਇਹ ਸਾਰੀਆਂ ਲੈ ਕੇ ਆਉਣੀਆਂ। ਫਿਰ ਵੱਡਾ ਕੜਾਇਆ ਕਹਿੰਦੇ ਭਰਦੇ ਹੁੰਦੇ ਸੀ, ਇੱਕ ਵੱਡਾ ਉਹਨਾਂ ਕੜਾਇਆ ਰੱਖਿਆ, ਉਹ ਕੜਾਇਆ ਰਗੜਾ ਲਾ ਕੇ ਤੇ ਭਰ ਦੇਣਾ, ਇੱਕ ਕਮਰੇ ਦੇ ਵਿੱਚ ਰੱਖ ਕੇ ਬਾਹਰੋਂ ਬੰਦ ਕਰ ਦੇਣਾ ਤੇ ਅਰਦਾਸਾਂ ਬੇਨਤੀਆਂ ਕਰੀ ਜਾਣੀਆਂ ਵੀ ਸ਼ਹੀਦੋ ਸਿੰਘੋ ਇਹ ਆਪ ਜੀ ਦੀ ਖੁਰਾਕ ਹੈ, ਇਹ ਦੇਗ ਪਾਣੀ ਆਪ ਛਕੋ ਤੇ ਇਹਨਾਂ ਸੇਵਕਾਂ ਦੇ ਕਾਰਜ ਰਾਸ ਕਰੋ। ਤੇ ਜਦੋਂ ਕਹਿੰਦੇ ਵੀ ਕੁਝ ਘੜੀਆਂ ਬਾਅਦ ਉਹ ਖੋਲ ਕੇ ਵੇਖਣਾ, ਉਹ ਸਾਰੇ ਦਾ ਸਾਰਾ ਕਹਿੰਦੇ ਖੜਾਇਆ ਖਾਲੀ ਹੁੰਦਾ ਸੀ।
ਇਹ ਜਿਹੜੇ ਮਹਾਂਪੁਰਖ ਹੁਣ ਇਸ ਵੇਲੇ ਮੌਜੂਦ ਨੇ, ਉਹ ਕਹਿੰਦੇ ਜਿਨ੍ਹਾਂ ਸਿੰਘਾਂ ਨੇ ਅੱਖਾਂ ਨਾਲ ਵੇਖਿਆ, ਨਹੀਂ ਤੇ ਬਹੁਤੇ ਤਾਂ ਕਹਿਣਗੇ ਵੀ ਇਹ ਗੱਪਾਂ ਹੀ ਮਾਰਦੇ ਆ, ਇੱਦਾਂ ਹੀ ਹੁੰਦਾ, ਕਹਿੰਦੇ ਕਿੱਡੀ ਵੱਡੀ ਗੱਪ ਹੈ। ਪਰ ਉਹ ਕਹਿੰਦੇ ਜਿਨ੍ਹਾਂ ਅੱਖਾਂ ਨਾਲ ਵੇਖਿਆ, ਕਹਿੰਦੇ ਅਸੀਂ ਤੇ ਆਪ ਹੈਰਾਨ ਆ ਵੀ ਇਹ ਖੇਡ ਕੀ ਵਰਤਦੀ ਰਹੀ। ਉਹ ਮਹਾਂਪੁਰਖ ਜਿਹੜੇ ਸਨ, ਉਹ ਇੱਦਾਂ ਕਿਸੇ ਕੋਲੋਂ ਵੀ ਰਸਤਾ ਲੈ ਕੇ ਰਗੜੇ ਲਾ ਕੇ ਅਰਦਾਸ ਸੋਧ ਸੁਧਾਈ ਨਾ ਕਰਕੇ ਅੰਦਰ ਰੱਖ ਦੇਣਾ, ਕੜਾਇਆ ਕਹਿੰਦੇ ਖਾਲੀ ਹੁੰਦਾ ਸੀ। ਆਵਾਜ਼ ਤਾਂ ਕਹਿੰਦੇ ਸੁਣਦੀ ਹੁੰਦੀ ਸੀ ਅੰਦਰੋਂ, ਪਰ ਸਾਨੂੰ ਦਿਖੇ ਨਹੀਂ ਕਦੀ, ਕਹਿੰਦੇ ਵੇਖਿਆ ਨਹੀਂ, ਪਤਾ ਨਹੀਂ ਵੀ ਕੌਣ ਆਉਂਦੇ ਕੌਣ ਨਹੀਂ, ਪਰ ਉਹਨਾਂ ਉਹ ਕੜਾਇਆ ਖਾਲੀ ਕੀਤਾ ਹੁੰਦਾ ਸੀ। ਇਹ ਸ਼ਹੀਦਾਂ ਸਿੰਘਾਂ ਦੀ ਖੁਰਾਕ ਹੈ। ਜਦੋਂ ਜਮਰੌਦ ਦਾ ਜਿਹੜਾ ਕਿਲ੍ਹਾ ਹੈ ਨਾ, ਫਤਿਹ ਨਹੀਂ ਸੀ ਹੁੰਦਾ, ਤੋਪਾਂ ਦੇ ਗੋਲਿਆਂ ਨਾਲ ਫਤਿਹ ਨਹੀਂ ਹੋਇਆ। ਫਿਰ ਉਸ ਵੇਲੇ ਸਿੰਘਾਂ ਨੇ ਰਗੜੇ ਲਾ ਲਾ ਕੇ ਗੋਲਾ ਉਹ ਕੰਧ ਤੇ ਮਾਰਦੇ ਰਹੇ। ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਇਹ ਲਿਖਤ ਹੈ ਵੀ ਇਹ ਫਿਰ ਗੋਲੇ ਮਾਰ ਮਾਰ ਕੇ ਜਕਾਰੇ ਛੱਡਦੇ ਹੁੰਦੇ ਸੀ। ਫਿਰ ਜਮਰੌਦ ਦੇ ਉਹ ਕਿਲ੍ਹੇ ਦੀ ਕੰਧ ਢਹਿ ਗਈ, ਸ਼ਹੀਦਾਂ ਸਿੰਘਾਂ ਨੇ ਆਪ ਮਦਦ ਕੀਤੀ। ਇਹ ਸ਼ਹੀਦਾਂ ਸਿੰਘਾਂ ਦੀ ਖੁਰਾਕ ਹੈ। ਪੁਰਾਣੇ ਗੁਰਸਿੱਖ ਕੋਈ ਵੀ ਕੰਮ ਕਰਦੇ ਸਨ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਹੁਕਮ ਨਾਲ ਇੱਕ ਕੜਾਹ ਪ੍ਰਸ਼ਾਦ ਦੀ ਦੇਗ ਤੇ ਇੱਕ ਸਾਧ ਸੰਗਤ ਸ਼ਹੀਦਾਂ ਦੀ ਖੁਰਾਕ, ਸ਼ਹੀਦੀ ਰਗੜੇ, ਇਹ ਦੋ ਚੀਜ਼ਾਂ ਜਿਹੜਾ ਲਾ ਕੇ ਅਰਦਾਸ ਕਰਦਾ ਹੈ ਨਾ, ਗੁਰੂ ਸਾਹਿਬ ਦੇ ਗੁਰੂ ਦੇ ਸ਼ਹੀਦ ਉਹਦੇ ਮਦਦਗਾਰ ਹੁੰਦੇ ਰਹੇ ਨੇ। ਇਹਦੇ ਵਿੱਚ ਕੋਈ ਸੰਸਾ ਨਹੀਂ ਹੈ। ਸਾਡੇ ਅੰਦਰ ਕੁਤਰਕ ਵੱਧ ਗਏ ਆ, ਸਾਡੇ ਅੰਦਰ ਭਾਵਨਾ ਘਟ ਗਈ, ਇਸ ਕਰਕੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਜੇ ਕਰਦੇ ਆ। ਫਿਰ ਅੱਗੇ ਜੇ ਕਿੰਤੂ ਪਰੰਤੂ ਕਰਦੇ ਆ, ਫਿਰ ਕਿਹੜਾ ਅਸੀਂ ਕੁਝ ਖੱਟ ਲਿਆ? ਜੇ ਕਿਸੇ ਨੇ ਕੁਝ ਖੱਟ ਲਿਆ ਤੇ ਤਾਂ ਦੱਸੋ, ਅਸੀਂ ਆਹ ਨਹੀਂ ਮੰਨਦੇ, ਅਸੀਂ ਉਹ ਨਹੀਂ ਮੰਨਦੇ, ਇਹ ਤਾਂ ਅਸੀਂ ਸੁਣਦੇ ਆ। ਪਰ ਜੇ ਤੁਸੀਂ ਨਹੀਂ ਮੰਨਦੇ, ਫਿਰ ਤੁਸੀਂ ਕਿਹੜਾ ਰੱਬ ਬਣ ਗਏ? ਜੇ ਤਾਂ ਕੋਈ ਤੁਹਾਡੇ ਕੋਲ ਤਾਕਤ ਆ ਗਈ ਹੈ ਤੇ ਫਿਰ ਮੰਨੀਏ ਵੀ ਵਾਕਿਆ ਹੀ ਹੈ। ਸਾਰੇ ਇੱਥੇ ਤੁਰੇ ਫਿਰਦੇ, ਹਰ ਇੱਕ ਨੂੰ ਚਿੰਤਾ, ਫਿਕਰ, ਟੈਨਸ਼ਨਾਂ, ਬਿਮਾਰੀਆਂ ਵਧੀਆਂ ਹੀ ਆ। ਜਿੰਨਾ ਗੁਰੂ ਤੇ ਕਿੰਤੂ, ਜਿੰਨਾ ਮਹਾਰਾਜ ਦੀ ਮਰਿਆਦਾ ਛੱਡੀ ਹੈ, ਕਹਿ ਦਿੰਦੇ ਜੀ, ਕਹਿੰਦੇ ਜੀ ਇਹੋ ਜਿਹੀਆਂ ਗੱਲਾਂ ਦੇ ਵਿਸ਼ਵਾਸ ਨਾ ਕਰੋ, ਡਾਕਟਰਾਂ ਵੱਲ ਜਾਓ। ਉਹ ਡਾਕਟਰ ਤਾਂ ਵੱਧਦੇ ਹੀ ਜਾ ਰਹੇ ਨੇ, ਬਿਮਾਰੀਆਂ ਉਹ ਤੋਂ ਦੁੱਗਣੀਆਂ ਹੋ ਗਈਆਂ। ਜਦੋਂ ਦੇ ਹਸਪਤਾਲ ਬਣੇ, ਜਦੋਂ ਦੇ ਡਾਕਟਰ ਆਏ, ਉਦੋਂ ਦੀਆਂ ਬਿਮਾਰੀਆਂ ਮੁੱਕ ਗਈਆਂ, ਬਿਮਾਰੀਆਂ ਤੁਹਾਡੀਆਂ ਵਧੀਆਂ ਨੇ। ਤੁਹਾਡੇ ਅੰਦਰ ਰੋਗ ਵਧੇ ਹਨ ਜਦੋਂ ਦੇ ਜਿੰਨੀਆਂ ਸਹੂਲਤਾਂ ਹੋਣਗੀਆਂ। ਵੱਡੇ ਹਸਪਤਾਲ ਬਣਾ ਲਓ, ਜਿੰਨੇ ਹਸਪਤਾਲ ਵੱਡੇ ਬਣਾਓਗੇ ਉਨੀਆਂ ਵੱਡੀਆਂ ਬਿਮਾਰੀਆਂ ਹੋਰ ਤੁਰੀਆਂ ਆਉਂਦੀਆਂ ਹੀ ਹੈ ਨਾ। ਕਿਉਂ? ਅਸੀਂ ਇੱਕ ਪਾਸਾ ਕਰ ਲਿਆ, ਇੱਕ ਪਾਸਾ ਛੱਡਤਾ। ਮਹਾਰਾਜ ਇਹ ਨਹੀਂ ਕਹਿੰਦੇ ਵੀ ਇਲਾਜ ਨਹੀਂ ਕਰਾਉਣਾ ਚਾਹੀਦਾ, ਉਹ ਪਾਸਾ ਤੇ ਅਸੀਂ ਰੱਖ ਲਿਆ, ਪਰ ਜਿਹੜੇ ਇਲਾਜ ਵਿੱਚ ਸਹਾਈ ਹੋਣਾ ਸੀ, ਜਿਹਨੇ ਦਵਾਈ ਵਿੱਚ ਹੋ ਕੇ ਵਰਤਣਾ ਸੀ, ਉਹ ਗੁਰੂ ਵਾਲਾ, ਉਹ ਸ਼ਹੀਦਾਂ ਸਿੰਘਾਂ ਵਾਲਾ, ਮਹਾਰਾਜ ਵਾਲਾ ਪਾਸਾ ਅਸੀਂ ਛੱਡ ਦਿੱਤਾ। ਕਿਉਂਕਿ ਵਾਹਿਗੁਰੂ ਦਵਾਈ ਦੇ ਵਿੱਚੋਂ ਹੋ ਕੇ ਸਾਰੇ ਰੋਗ ਦੂਰ ਕਰ ਦਿੰਦਾ। ਤੇ ਉਹ ਇਸ ਤਰ੍ਹਾਂ ਕਹਿੰਦੇ ਵੀ ਕੜਾਏ ਦਾ ਕੜਾਇਆ ਸਾਰਾ ਖਾਲੀ ਹੋ ਜਾਂਦਾ ਸੀ। ਇਹ ਸ਼ਹੀਦਾਂ ਸਿੰਘਾਂ ਦੀ ਖੁਰਾਕ ਹੈ। ਇਹਨੂੰ ਤਾਈਓ ਸ਼ਹੀਦੀ ਦੇਗਾਂ ਕਹਿ ਦਿੰਦੇ ਹਨ। ਤੇ ਕਵੀ ਜੀ ਨੇ ਇੱਥੇ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਹੈ, ਤੇ ਕਲਗੀਧਰ ਸਾਹਿਬ ਕਹਿ ਰਹੇ ਨੇ, ਛੋਟੇ ਵੱਡੇ ਜਿਹੜੇ ਸ਼ਹੀਦ ਹਨ, ਇਹ ਜਿੰਨੀਆਂ ਵੀ ਸ਼ਕਤੀਆਂ ਨੇ, ਇਹ ਸ਼ਹੀਦ ਫਿਰ ਕਹਿੰਦੇ ਮਿੱਠਾ ਬਹੁਤ ਛਕਦੇ। ਬਾਬਾ ਬਿਸ਼ਨ ਸਿੰਘ ਜੀ ਦਾ ਹੁਕਮ ਹੁੰਦਾ ਸੀ ਵੀ ਸ਼ਰਦਾਈਆਂ ਦੇ ਵਿੱਚ ਬਹੁਤਾ ਮਿੱਠਾ ਪਾਇਆ ਜਾਵੇ, ਮੁੱਛਾਂ ਚੂਪਵੀਆਂ ਮਿੱਠਾ ਹੋਵੇ, ਵੀ ਮਿੱਠਾ ਹੋਵੇ ਵੀ ਛਕਣ ਵਾਲਾ, ਜਿਹੜਾ ਬਾਅਦ ਵਿੱਚ ਆਪਣੀ ਮੁੱਛਾਂ ਤੇ ਜ਼ੁਬਾਨ ਜਿਹੜੀ ਹੈ ਇਹਨਾਂ ਨੂੰ ਫੇਰ ਕੇ ਪੂੰਝਦਾ ਫਿਰੇ। ਜਿੰਨਾ ਜ਼ਿਆਦਾ ਮਿੱਠਾ ਹੋਵੇ, ਕਹਿੰਦੇ ਸ਼ਹੀਦ ਸਿੰਘ ਫਿਰ ਖੁਸ਼ ਹੁੰਦੇ ਆ। ਇੱਦਾਂ ਇਹ ਸ਼ਹੀਦਾਂ ਸਿੰਘਾਂ ਦੀ ਖੁਰਾਕ ਹੈ। ਤੇ ਸ਼ਹੀਦ ਸਿੰਘ ਦਾ ਖੁਸ਼ ਹੁੰਦੇ ਹੀ ਹੈ। ਸਾਧ ਸੰਗਤ ਦੇ ਸਰੀਰ ਦੇ ਵਾਸਤੇ ਵੀ ਇੱਕ ਨਿਆਮਤ ਹੀ ਹੈ। ਇਹ ਬੜੀ ਵੱਡੀ ਨਿਆਮਤ ਹੈ। ਜਿਹੜਾ ਕੋਈ ਖਸਖਾਸ, ਗਿਰੀਆਂ, ਕਾਲੀਆਂ ਮਿਰਚਾਂ, ਹਰੀਆਂ ਇਲਾਇਚੀਆਂ, ਇਹ ਤਾਦਕ ਹੋਰ ਵੀ ਕੁਝ ਵਸਤੂਆਂ ਪਾ ਕੇ ਰਗੜ ਕੇ ਜਿਹੜਾ ਇਹਨਾਂ ਨੂੰ ਛਕ ਲਵੇ, ਉਹਦੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਰੋਗ ਦੂਰ ਕਰਦੀਆਂ। ਇਹ ਇੱਕ ਤਾਕਤ ਹੈ, ਰੱਬੀ ਤਾਕਤ ਹੈ ਇਹਦੇ ਵਿੱਚ ਪਰਮੇਸ਼ਰ ਵੱਲੋਂ। ਤੇ ਜਦੋਂ ਸ਼ਹੀਦਾਂ ਦਾ ਨਾਮ ਜੁੜ ਜਾਵੇ, ਫਿਰ ਆਤਮਿਕ ਤਾਕਤ ਵੀ ਆਉਂਦੀ ਹੈ। ਕਲਗੀਧਰ ਸਾਹਿਬ ਕਹਿੰਦੇ ਇੱਦਾਂ ਸ਼ਹੀਦਾਂ ਸਿੰਘਾਂ ਦੇ ਭੋਜਨ ਨੇ, ਖੁਰਾਕਾਂ ਨੇ, ਤੇ ਜਦੋਂ ਕੋਈ ਅਰਪਣ ਕਰਦਾ ਉਹ ਹਰ ਸਮੇਂ ਛਕਦੇ ਨੇ, ਕੋਈ ਸਮਾਂ ਨਹੀਂ ਜਦੋਂ ਨਹੀਂ ਛਕਦੇ। ਸੂਖਮ ਬਸਤਰਨ ਵਰਨ ਬਹੁ, ਫਿਰ ਕਹਿੰਦੇ ਬਸਤਰ ਵੀ ਪਹਿਨਦੇ ਆ, ਬੜੇ ਸੂਖਮ ਪਹਿਨਦੇ ਆ, ਨੀਲੇ ਤੇ ਪੀਲੇ ਤੇ ਚਿੱਟੇ, ਇਹ ਤਿੰਨ ਤਰ੍ਹਾਂ ਦੇ ਚੋਲੇ ਪਹਿਨਦੇ ਨੇ ਸ਼ਹੀਦ ਸਿੰਘ। ਜਿਹੜੇ ਤਾਂ ਕੋਈ ਬਹੁਤੇ ਸ਼ਗਨ ਛਕਾਉਣ ਵਾਲੇ ਹੁੰਦੀ ਫੌਜ, ਉਹ ਕਹਿੰਦੇ ਵੀ ਚਿੱਟੇ ਜਿਹੇ ਬਸਤਰ ਪਹਿਨਦੇ ਆ। ਤੇ ਜਿਹੜੇ ਕੋਈ ਬਹੁਤ ਤਾੜ ਫਾੜ ਕਰਨ ਵਾਲੇ ਹਰ ਸਮੇਂ ਕਹਿੰਦੇ ਗਰਮ ਰਹਿੰਦੇ ਨੇ, ਉਹ ਨੀਲੇ ਬਸਤਰ ਪਹਿਨਦੇ ਹਨ। ਪੀਲੇ ਬਸਤਰ ਵੀ ਪਹਿਨਦੇ ਨੇ। ਇਸ ਤਰ੍ਹਾਂ ਸੂਖਮ ਬਸਤਰ ਸ਼ਹੀਦ ਸਿੰਘ ਪਹਿਨਦੇ ਹਨ। ਨਿਜ ਤਨ ਪਰ ਧਾਰੇ, ਨਿਤ ਆਪਣੇ ਸਰੀਰ ਦੇ ਉੱਤੇ ਧਾਰਨ ਕਰਦੇ ਨੇ। ਜਿਹੜਾ ਕੋਈ ਕਿਸੇ ਸਿੰਘ ਨੂੰ ਦੇ ਦੇਣਾ, ਭੇਟ ਕਰ ਦੇਣਾ, ਉਹ ਸ਼ਹੀਦਾਂ ਨੂੰ ਪਹੁੰਚ ਜਾਂਦਾ। ਸਵਾਰੀ ਸਭ ਰੀਤ ਕੀ, ਫਿਰ ਪਾਤਸ਼ਾਹ ਕਹਿੰਦੇ ਸ਼ਹੀਦਾਂ ਦੇ ਕੋਲ ਸਭ ਤਰ੍ਹਾਂ ਦੀਆਂ ਸਵਾਰੀਆਂ ਨੇ।
ਇਹ ਪੈਦਲ ਨਹੀਂ ਜਾਂਦੇ, ਵੱਡੀਆਂ ਵੱਡੀਆਂ ਇਹਨਾਂ ਕੋਲ ਸਵਾਰੀਆਂ ਹਨ। ਆਰੋਹੇ ਬਿਹਾਰੇ ਆਓ ਤੇ ਸਵਾਰ ਹੋ ਕੇ ਜਿੱਧਰ ਜੀ ਕਰਦਾ ਉਧਰ ਨੂੰ ਚਲੇ ਜਾਂਦੇ ਹਨ। ਆਸਨ ਬਸਨ ਵਾਹਨ ਭਲੇ ਆ ਭੋਜਨ ਬਸਤਰ ਤੇ ਚੰਗੇ ਚੰਗੇ ਜਿਹੜੇ ਵਾਹਨ ਹਨ। ਜੇ ਤੱਕ ਇਹ ਲੈ ਹੈ ਜਿੰਨੇ ਕੁਝ ਹੈ ਸਾਰਾ ਕੁਝ ਹੀ ਸ਼ਹੀਦ ਸਿੰਘ ਕਹਿੰਦੇ ਲੈਂਦੇ ਨੇ, ਕਿਉਂਕਿ ਸਾਰੀ ਤਾਕਤ ਹੀ ਇਹਨਾਂ ਦੇ ਹੱਥ ਵੱਸ ਹੈ। ਸਭੇ ਮੁਹਾਬ ਸ਼ਹੀਦ ਗਨ ਆ ਸਭੈ ਮੁਹਾਬ ਸ਼ਹੀਦ ਗਨ, ਇਹ ਜਿੰਨੇ ਵੀ ਕਹਿੰਦੇ ਸਿਦਕੀ ਸ਼ਹੀਦ ਹਨ ਰੱਬ ਦੇ। ਜਿਮ ਕਿਮ ਕੋ ਦੇ ਹੈ ਜਿਹਨੂੰ ਕਿਨੂੰ ਸਾਰੇ ਕਹਿੰਦੇ ਵੀ ਸਾਰੇ ਪਦਾਰਥ ਸਵਾਰੀਆਂ ਇਹ ਜਿਹੜੇ ਸ਼ਹੀਦ ਸੰਘ ਹਨ ਨਾ, ਇਹਨਾਂ ਨੂੰ ਮਾਫ ਨੇ ਸ਼ਹੀਦਾਂ ਨੂੰ, ਜਿਸੇ ਕਿਸੇ ਨੂੰ ਚਾਹਣ ਉਹਨੂੰ ਦੇ ਦਿੰਦੇ ਹਨ। ਇਹ ਸ਼ਹੀਦ ਇਹਨੂੰ ਅਰਬੀ ਦਾ ਜਿਹੜਾ ਜਿਵੇਂ ਮੁਹਾਬ ਆਇਆ ਨਾ, ਮੁਹਾਬ ਦਾ ਭਾਵ ਹੈ ਵੀ ਇਹ ਜਿਹੜੇ ਸਮਝਦੇ ਹਨ ਕਿ ਜਿਹੜੇ ਅਕਾਲ ਪੁਰਖ ਦੀਆਂ ਸ਼ਕਤੀਆਂ ਨੇ, ਜਿਹੜੇ ਸ਼ਹੀਦ ਜਨ ਹਨ, ਇਹ ਸਭ ਤਰ੍ਹਾਂ ਕਹਿੰਦੇ ਵੀ ਸਵਾਰੀਆਂ ਸਵਾਰ ਹੁੰਦੇ, ਬਸਤਰ ਪਹਿਨਦੇ, ਭੋਜਨ ਛਕਦੇ, ਪਰ ਜਿਹਨੂੰ ਜੋ ਦੇਣਾ ਚਾਹਣ ਕਹਿੰਦੇ ਵੀ ਦੇ ਦਿੰਦੇ ਹਨ, ਕੋਈ ਰੋਕ ਨਹੀਂ, ਕੋਈ ਅਟਕਾ ਨਹੀਂ ਹੈ। ਸਭ ਦੀਪਕ ਸਭ ਖੰਡ ਹੈ ਮਹਾਰਾਜ ਕਿੰਨਿਆਂ ਨੂੰ ਦਿੰਦੇ, ਸਾਹਿਬ ਕਹਿੰਦੇ ਜਿੰਨੇ ਵੀ ਦੁਨੀਆ 'ਚ ਦੀਪ ਨੇ ਗਿਣ ਲਓ, ਜਿੰਨੇ ਵੀ ਦੁਨੀਆ ਦੇ ਖੰਡ ਹਨ ਉਹ ਸਾਰੇ ਗਿਣ ਲਓ। ਸਭ ਸੈਲਨ ਸੈਲਾ ਆ ਸਭ ਪਹਾੜਾਂ ਦੇ ਪਹਾੜ ਉੱਚੇ ਨੀਵੇਂ ਜਿੰਨੇ ਹਨ, ਸਾਗਰ ਸਰਤਾ ਪਰ ਫਿਰੇ ਸਮੁੰਦਰ ਦੇ ਸਭ ਨਦੀਆਂ ਤੇ ਜਿੱਥੋਂ ਤਾਈਂ ਧਰਤੀ ਆ ਉੱਥੋਂ ਤਾਈਂ ਸ਼ਹੀਦ ਸਿੰਘ ਫਿਰਦੇ ਹਨ। ਭੁੱਲੇ ਨਹਿ ਪਹਿਲਾ ਮਹਾਰਾਜ ਕਹਿੰਦੇ ਰਾਹ ਨਹੀਂ ਭੁੱਲਦੇ, ਸਭ ਥਾਵਾਂ ਦਾ ਇਹਨਾਂ ਨੂੰ ਪਤਾ ਹੈ, ਸਭ ਦੀ ਕਲਿਆਣ ਕਰਨ ਦੇ ਲਈ ਇਹ ਰੱਬ ਦੀਆਂ ਸ਼ਕਤੀਆਂ ਪਹੁੰਚਦੀਆਂ ਹਨ। ਅਵਲੋਕੇ ਸਭ ਥਲ ਵਿਚਰ ਆ ਕਹਿੰਦੇ ਵੀ ਸਭ ਧਰਤੀ ਦੇ ਵਿਚਰ ਕਰਕੇ ਨਾ ਇਹ ਵੇਖਦੇ ਹਨ। ਮਾਸਾ ਜੋ ਤਮਾਸ਼ਾ ਆ ਮਾਇਆ ਜੋ ਤਮਾਸ਼ਾ, ਜਿਹੜਾ ਕਹਿੰਦੇ ਵੀ ਮਾਇਆ ਦਾ ਤਮਾਸ਼ਾ ਹੈ ਨਾ ਜਗਤ, ਇਹ ਮਾਇਆ ਦਾ ਰਚਿਆ ਤਮਾਸ਼ਾ ਜਗਤ ਨੂੰ ਵੇਖਦੇ ਰਹਿੰਦੇ ਆ ਸ਼ਹੀਦ ਸਿੰਘ ਕੇ ਰੱਬ ਨੇ ਕਿਹੋ ਜੀ ਧਰਤੀ ਬਣਾਈ ਆ। ਜਥਾ ਬਿਬਸ ਚਿਤ ਨਿਰਪ ਭਇਓ ਜਥਾ ਬੇਪਸਚਿਤ ਨਿਰਪ ਭਇਓ, ਕਹਿੰਦੇ ਵੀ ਜਿਵੇਂ ਇੱਕ ਰਾਜਾ ਹੋਇਆ ਬੇਪਸਚਿਤ ਨਾਮ ਦਾ, ਕੀਨੀ ਤੇਰੇ ਆਸਾ ਉਹਦੇ ਮਨ ਵਿੱਚ ਆਸ ਸੀ ਵੀ ਮੈਂ ਸਾਰੀ ਦੁਨੀਆ ਵੇਖਾਂ ਵੀ ਰੱਬ ਨੇ ਕਿੱਡੀ ਕੁ ਵੱਡੀ ਬਣਾਈ ਆ। ਮਾਇਆ ਕੋ ਦੇਖਣ ਗਇਓ ਉਹ ਰਾਜਾ ਰੱਬ ਦੀ ਮਾਇਆ ਨੂੰ ਵੇਖਣ ਵਾਸਤੇ ਕਹਿੰਦੇ ਜਦੋਂ ਚੱਲਿਆ, ਚਾਹ ਕੁੰਟ ਮਝਾਰਾ ਆ ਦੁਨੀਆ ਦੇ 4 ਕੁੰਟਾਂ ਦੇ ਵਿੱਚ ਜਾਣ ਦਾ ਉਹਨੇ ਉਦਮ ਕੀਤਾ। ਦੇਖਤ ਦੇਖਤ ਨਹਿ ਮੁਰਿਓ ਵੇਖਦਿਆਂ ਕਹਿੰਦੇ ਦੁਨੀਆ ਦਾ ਤੇ ਅੰਤ ਨਾ ਆਇਆ, ਪਰ ਉਹ ਰਾਜਾ ਵਾਪਸ ਨਹੀਂ ਮੁੜਿਆ ਆਪਣੇ ਘਰ। ਨਹਿ ਅੰਤ ਨਿਹਾਰਾ ਤੇ ਨਾ ਹੀ ਕਹਿੰਦੇ ਰੱਬ ਦੀ ਜਿਹੜੀ ਮਾਇਆ, ਰੱਬ ਦੀ ਜਿਹੜੀ ਕੁਦਰਤ ਉਹਦਾ ਅੰਤ ਪਾ ਸਕਿਆ। ਰੱਬ ਦੀਆਂ ਖੇਡਾਂ ਤੇ ਬੜੀਆਂ ਵੱਡੀਆਂ ਨੇ, ਕਹਿ ਦਿੰਦੇ ਵੀ ਆਹ ਸ਼ਕਤੀ ਨਹੀਂ ਹੁੰਦੀ, ਉਹ ਨਹੀਂ ਹੁੰਦੀ, ਤੁਸੀਂ ਰੱਬ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਨਹੀਂ ਅੰਤ ਪਾ ਸਕਦੇ। ਕਹਿੰਦੇ ਵੀ ਵੇਖਦਿਆਂ ਉਹ ਰਾਜਾ ਮਰ ਗਿਆ, ਪਰ ਅੰਤ ਨਹੀਂ ਪਾ ਸਕਿਆ। ਤਿਮਹੀ ਸਕਲ ਸ਼ਹੀਦ ਉਸੇ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਸਾਰੇ ਸ਼ਹੀਦ ਸਿੰਘ ਹਨ, ਜਗ ਵੇਖੇ ਤੇ ਤਮਾਸ਼ਾ ਜਗਤ ਦਾ ਤਮਾਸ਼ਾ ਜਿਹੜਾ ਵਾਹਿਗੁਰੂ ਨੇ ਰਚਿਆ ਉਹ ਵੇਖਦੇ ਰਹਿੰਦੇ ਨੇ। ਤਨ ਜੋਨੀ ਅਪਰਣਾ ਧਰੇ ਇਹ ਹੋਰ ਕਿਸੇ ਸਰੀਰ ਨੂੰ, ਹੋਰ ਕਿਸੇ ਜੂਨ ਨੂੰ ਨਹੀਂ ਧਾਰਨ ਕਰਦੇ। ਜਿਮ ਜੀਵ ਸੋ ਆਸਾ ਇਹ ਮਹਾਰਾਜ ਕਹਿੰਦੇ ਜਿਹੜੇ ਜੀਵ ਨੇ ਆਸਾ ਦੇ ਮਨਸਾ ਦੇ ਬੰਧਨਾਂ 'ਚ ਬੱਧੇ ਹੋਏ, ਕਈ ਜੂਨੀਆਂ 'ਚ ਜਨਮ ਲੈਂਦੇ, ਕਈ ਜੂਨੀਆਂ ਭੋਗਦੇ ਨੇ। ਜਿਹੜੇ ਸ਼ਹੀਦ ਸਿੰਘ ਹਨ ਇਹ ਕਹਿੰਦੇ ਵੀ ਜੂਨੀਆਂ ਤੋਂ ਰਹਿਤ ਨੇ, ਜੂਨੀਆਂ ਨਹੀਂ ਭੋਗਦੇ। ਇੱਕ ਜਿਵੇਂ ਪਹਿਲਾਂ ਦੱਸਿਆ ਉਹ ਸ਼ਹੀਦ ਨੇ ਜਿਹੜੇ ਰੱਬ ਦੀਆਂ ਸ਼ਕਤੀਆਂ ਸ਼ੁਰੂ ਤੋਂ ਹਨ, ਇੱਕ ਉਹ ਨੇ ਜਿਹੜੇ ਜਨਮ ਲੈ ਕੇ ਆਏ ਤੇ ਸ਼ਹੀਦ ਹੋ ਕੇ ਉਹਨਾਂ ਨਾਲ ਜਾ ਰਲੇ, ਫਿਰ ਉਹ ਵੀ ਨਹੀਂ ਜੂਨੀਆਂ ਵਿੱਚ ਆਉਂਦੇ, ਜਿਵੇਂ ਬਾਬਾ ਦੀਪ ਸਿੰਘ ਸਾਹਿਬ ਵਰਗੇ। ਪਰਮਤ ਨਹਿ ਮਰ ਬੈ ਜਨਮ ਆ ਕਹਿੰਦੇ ਵੀ ਜੰਮਣ ਮਰਨ ਵਿੱਚ ਨਹੀਂ ਭਰਮ ਦੇ ਜਿਹੜੇ ਸ਼ਹੀਦ ਹਨ। ਸਿਰ ਪਰ ਗੁਰ ਪੂਰਾ ਆ ਉਹਨਾਂ ਦੇ ਸਿਰ ਤੇ ਪੂਰਾ ਗੁਰੂ ਖਲੋਤਾ ਹੈ, ਪੂਰਾ ਗੁਰ ਠਾਡਾ, ਪੂਰਾ ਗੁਰੂ ਉਹਨਾਂ ਦਾ ਮਦਦਗਾਰ ਸਹਾਈ ਆ। ਪਾਲੀ ਸਭ ਸੰਭਾਲ ਲੈ ਉਹ ਸਭ ਸ਼ਹੀਦਾਂ ਦਾ ਪਾਲਣਹਾਰ ਹੈ। ਸ਼ਹੀਦ ਅੱਗੇ ਦੁਨੀਆ ਦੇ ਪਾਲਣਹਾਰ ਨੇ, ਗੁਰੂ ਸ਼ਹੀਦਾਂ ਨੂੰ ਸੰਭਾਲ ਲੈਂਦਾ, ਸ਼ਹੀਦ ਸਾਰੀ ਦੁਨੀਆ ਨੂੰ ਸੰਭਾਲ ਲੈਂਦੇ ਨੇ। ਕਹਿ ਕੇ ਬਚ ਰੂਰਾ ਸੋਹਣੇ ਭਜਨ ਕਹਿ ਕਰਕੇ ਸਬਰ ਸਮੂਹ ਸ਼ਹੀਦ ਕੀ ਇਸ ਤਰ੍ਹਾਂ ਜਿੰਨੇ ਵੀ ਸ਼ਹੀਦ ਨੇ ਸਹਿਤ ਬਲ ਦੇ, ਵੱਡੀਆਂ ਤਾਕਤਾਂ ਦੇ ਸਹਿਤ ਹਨ। ਗਤ ਮਿਤ ਲਖ ਐਸੇ ਇਹ ਕਹਿੰਦੇ ਸੀ ਮਹਾਰਾਜ ਉਹਨਾਂ ਦੀ ਮਰਿਆਦਾ ਕੀ ਆ, ਉਹਨਾਂ ਦੀ ਅਵਸਥਾ ਪਹੁੰਚ ਕੀ ਹੈ। ਕਲਗੀਧਰ ਸਾਹਿਬ ਕਹਿੰਦੇ ਭਾਈ ਸ਼ਹੀਦਾਂ ਦੀ ਜਿਹੜੀ ਪਹੁੰਚ ਹੈ ਨਾ, ਇਸ ਤਰ੍ਹਾਂ ਜਿਹੜੀ ਤੁਹਾਨੂੰ ਦੱਸੀ ਹੈ ਤੁਸੀਂ ਜਾਣ ਲਵੋ। ਤੁਮ ਮੇਰੇ ਪ੍ਰੈ ਸਿੱਖ ਹੋ ਹੇ ਭਾਈ ਦਇਆ ਸਿੰਘ, ਧਰਮ ਸਿੰਘ, ਤੁਸੀਂ ਸਾਡੇ ਬੜੇ ਪਿਆਰ ਵਾਲੇ ਸਿੰਘ ਹੋ।
ਜੀ ਕਹਿ ਤੈਸੇ। ਜਿਵੇਂ ਤੁਸੀਂ ਬੁੱਝਿਆ ਉਹ ਤੁਹਾਨੂੰ ਅਸੀਂ ਦੱਸ ਦਿੱਤਾ ਹੈ। ਮੁੱਖ ਦੀ ਗੱਲ ਇਹ ਆ ਵੀ ਇਹ ਸ਼ਹੀਦ ਸਿੰਘ ਹੀ ਸਾਰੀ ਖੇਡ ਚਲਾ ਰਹੇ ਨੇ ਦੁਨੀਆ ਦੀ। ਅਹੇ ਨਾਥ ਜੇ ਸਖਤ ਧਾਰ। ਬਾਕੀ ਹੋਰ ਵੀ ਜਿਹੜੇ ਪਾਤਸ਼ਾਹ ਕਹਿੰਦੇ ਸ਼ਕਤੀਆਂ ਵਾਲੇ ਜਿਵੇਂ 9 ਨਾਥ ਹੁੰਦੇ ਨੇ ਨਾ, ਕਹਿੰਦੇ ਵੀ 9 ਨਾਥ ਹਨ। ਤਿਨ ਸੰਗਤ ਜੋਈ। ਉਹ 9 ਨਾਥਾਂ ਦੀ ਜਿਹੜੀ ਸੰਗਤ ਹੈ, ਭਾਵ ਜਿੰਨੇ ਵੀ ਸਿੱਧ ਲੋਕ ਉਹਨਾਂ 9 ਨਾਥਾਂ ਨੂੰ ਮੰਨਦੇ ਹਨ। ਸਿੱਧ ਅਹੇ ਸਮੁਦਾਏ ਸੋ। ਉਹਨਾਂ ਸਮੂਹਾਂ ਦਾ ਜਿਹੜਾ ਨਾਮ ਹੈ ਸਿੱਧ ਹੈ। ਜਿੰਨੀ ਵੀ ਉਹਨਾਂ 9 ਨਾਥਾਂ ਦੀ ਸੰਗਤ, ਜਿੰਨੇ ਵੀ ਸਿੱਧ ਆਦਿਕ ਹਨ, ਸਿੱਧੀ ਧਰ ਸੋਈ। ਜੋ ਵੀ ਸਿੱਧੀ ਧਾਰਨ ਵਾਲੇ ਸਿੱਧ ਨੇ, ਜੋ ਵੀ ਉਹਨਾਂ ਦੀ ਗਿਣਤੀ ਉਹ ਵੀ ਸ਼ਹੀਦਾਂ ਸਿੰਘਾਂ ਦੇ ਥੱਲੇ ਹੀ ਨੇ, ਉਹ ਵੀ ਉੱਪਰ ਨਹੀਂ ਹਨ। ਕਹੇ ਦੀਨ ਵਾਲੀ ਜਿਸੈ। ਤੇ ਜਿਵੇਂ ਇਸੇ ਤਰ੍ਹਾਂ ਦੀਨ ਦੇ ਕਹਿੰਦੇ ਵੀ ਵਾਲੀ ਕੀ ਹੈ, ਕਹੇ ਦੀਨ ਵਾਲੀ ਜਿਸੈ, ਜਿਨ੍ਹਾਂ ਨੂੰ ਕਹਿੰਦੇ ਵੀ ਮੁਹੰਮਦ ਸਾਹਿਬ ਦੇ ਜਿਹੜੇ ਦੀਨ ਵਾਲੇ ਕਿਹਾ ਜਾਂਦਾ ਹੈ। ਬਹੁ ਦੀਨ ਕਮਾਵੇ। ਜਿਹੜੇ ਬਹੁਤ ਹੀ ਇਸਲਾਮ ਦੀਨ ਮਜ਼ਹਬ ਧਰਮ ਨੂੰ ਕਮਾਉਣ ਵਾਲੇ ਹਨ। ਲਖੋ ਮੁਹੰਮਦ ਕੀ ਆਹ। ਉਹ ਸਾਰੇ ਕਹਿੰਦੇ ਮੁਹੰਮਦ ਸਾਹਿਬ ਦੀ ਕਹਿੰਦੇ ਉਮਤ ਜਾਣਨਾ ਕਰੋ, ਉਹਨਾਂ ਦੇ ਸਿੱਖ ਸੇਵਕ ਉਹਨਾਂ ਦੀ ਸੰਗਤ ਹੈ। ਨਿਕਟ ਰਹਾਵੇ। ਉਹ ਸਦਾ ਮੁਹੰਮਦ ਸਾਹਿਬ ਦੇ ਨੇੜੇ ਰਹਿੰਦੇ ਹਨ, ਕੋਈ ਸ਼ਕਤੀਆਂ ਵਾਲੇ। ਨਾਮ ਜਨਾਇਤ ਤਾਹੇ। ਉਹਨਾਂ ਦਾ ਨਾਮ ਮਹਾਰਾਜ ਕਹਿੰਦੇ ਜਨਾਇਤ ਕਹਿੰਦੇ ਨੇ, ਜਿਨ੍ਹਾਂ ਨੂੰ ਸਾਧ ਸੰਗਤ ਜੀ ਜਿੰਨ ਵੀ ਕਹਿ ਦਿੰਦੇ ਹਨ। ਜਗ ਵਿਖੇ ਕਹਾਵੇ। ਜਿਹੜੇ ਜਗਤ ਦੇ ਵਿੱਚ ਜਿੰਨ ਜੁਨ ਕਹਾਉਂਦੇ, ਜਨਾਇਤ ਕਹਾਉਂਦੇ ਹਨ। ਕਿਆ ਕਹੀਏ ਇਸ ਬਾਤ ਕੋ। ਸਾਹਿਬ ਜੀ ਕਹਿੰਦੇ ਵੀ ਤੁਹਾਨੂੰ ਅਸੀਂ ਕੀ ਗੱਲ ਦੱਸੀਏ। ਤੁਸੀਂ ਵੀ ਕਈਆਂ ਨੇ ਕਹਿਣਾ ਵੀ ਇਹ ਮਹਾਰਾਜ ਸਾਹਿਬ ਜੀ ਕਿਹੜਾ ਭਜਨ ਕਰ ਰਹੇ ਨੇ, ਕਿਆ ਕਿਸੇ ਸੁਣਾਵੇ। ਕਿਹਨੂੰ ਕਹਿ ਕੇ ਕਹਿੰਦੇ ਅਸੀਂ ਸੁਣਾਈਏ। ਤੁਸੀਂ ਆਖਣਾ ਵੀ ਇਹ ਗੱਲ ਕਿਵੇਂ ਹੋ ਸਕਦੀ ਆ। ਨਗੁਰੇ ਬੇਮੁਖ ਹੋਤ ਜੇ। ਪਾਤਸ਼ਾਹ ਕਹਿੰਦੇ ਜਿਹੜੇ ਨਗੁਰੇ ਨੇ ਨਾ, ਜਿਹੜੇ ਗੁਰੂ ਨਹੀਂ ਧਾਰਨ ਕਰਦੇ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ, ਕਰਤੇ ਮਨ ਭਾਇਆ। ਜਿਹੜੇ ਮਨ ਆਈਆਂ ਕਰਦੇ, ਮਨ ਭਾਉਂਦੀਆਂ ਕਰਦੇ ਨੇ, ਮਰਿਆਦਾ ਨੂੰ ਤੇ ਗੁਰੂ ਦੇ ਬਚਨ ਨੂੰ ਨਹੀਂ ਲੋਕ ਮੰਨਦੇ। ਤਨ ਤਿਆਗਤ ਹੋਏ ਭੂਤ ਨੇ। ਸਾਹਿਬ ਕਹਿੰਦੇ ਜਦੋਂ ਸਰੀਰ ਛੱਡਦੇ ਨੇ ਉਹ ਸਾਰੇ ਹੀ ਭੂਤ ਬਣ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਕਹਿੰਦੇ ਜਿਹੜੇ ਗੁਰੂ ਦਾ ਬਚਨ ਨਹੀਂ ਮੰਨਦੇ, ਜਿਹੜੇ ਗੁਰੂ ਤੋਂ ਬੇਮੁਖ ਹੋ ਗਏ, ਜਦੋਂ ਮਰਦੇ ਨੇ ਉਹ ਸਾਰੇ ਹੀ ਭੂਤ ਬਣਦੇ ਹਨ। ਤਨ ਪ੍ਰੇਤ ਕੋ ਪਾਇਆ। ਉਹਨਾਂ ਨੇ ਪ੍ਰੇਤ ਅਪਵਿੱਤਰ ਕਹਿੰਦੇ ਸੂਖਮ ਜਿਹੜੀਆਂ ਦੇਹਾਂ ਪਾਈਆਂ ਹੋਈਆਂ ਨੇ, ਉਹਨਾਂ ਦੀ ਕਲਿਆਣ ਨਹੀਂ ਹੁੰਦੇ। ਸੰਕਟ ਵੇਖੇ ਬਤਾਵਤੇ। ਉਹ ਦੁੱਖਾਂ ਦੇ ਵਿੱਚ ਹੀ ਸਮਾਂ ਬਤੀਤ ਕਰਦੇ ਹਨ। ਇਸ ਵੈਸ ਮਹਾਨੀ। ਆਪਣੀ ਜਿੰਨੀ ਵੀ ਉਹਨਾਂ ਭੂਤਾਂ ਪ੍ਰੇਤਾਂ ਦੀ ਬਹੁਤ ਲੰਮੀ ਉਮਰ ਹੁੰਦੀ, ਕਹਿੰਦੇ ਇਦਾਂ ਦੁੱਖਾਂ 'ਚ ਇਹ ਸਾਰੀ ਬਤੀਤ ਕਰਦੇ ਨੇ। ਗੁਰ ਬਿਨ ਕਿਮ ਸਿੱਖ ਕੋਲ ਹੈ। ਹਾਂਜੀ, ਗੁਰ ਬਿਨ ਕਿਮ ਸਿੱਖ ਕੋ। ਗੁਰ ਬਿਨ ਕਿਮ ਸੁਖ ਕੋ ਲਹੈ। ਕਹਿੰਦੇ ਗੁਰੂ ਦੀ ਸ਼ਰਨ ਤੋਂ ਬਗੈਰ ਕਿਵੇਂ ਕੋਈ ਸੁਖ ਪ੍ਰਾਪਤ ਕਰ ਸਕਦਾ। ਇਹ ਭਾਵ ਨਹੀਂ ਮਿਲਦਾ ਸੁਖ। ਅੰਧੇ ਅਗਿਆਨੀ। ਉਹ ਅੰਨੇ ਅਗਿਆਨੀ ਜੀਵ ਨੇ ਜਿਹੜੇ ਗੁਰੂ ਤੋਂ ਬੇਮੁਖ ਹੋ ਗਏ ਹਨ। ਸੁਣ ਸਿੱਖਾਂ ਨੇ ਗੁਰ ਕੋ ਬਚਨ। ਜਦੋਂ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਕੋਲੋਂ ਇਹ ਗੁੱਝੇ ਬਚਨ ਸੁਣੇ, ਤਨ ਵਿਖੇ ਬਸਾਇਓ। ਮਨ ਵਿੱਚ ਵਸਾ ਲਿਆ ਮਹਾਰਾਜ ਧੰਨ ਹੋ। ਧੰਨ ਪ੍ਰਭੂ ਪੂਰਨ ਕਲਾ। हे ਮਹਾਰਾਜ ਤੁਸੀਂ ਧੰਨ ਹੋ, ਸਭ ਸ਼ਕਤੀਆਂ ਵਿੱਚ ਪਰਿਪੂਰਨ ਹੋ। ਹਮ ਸਕਲ ਬਤਾਇਓ। ਮਹਾਰਾਜ ਧੰਨ ਹੋ ਜਿਹੜਾ ਹੈ ਤੁਸੀਂ ਸਾਰਾ ਸ਼ਹੀਦਾਂ ਸਿੰਘਾਂ ਦਾ ਵੀ ਦੱਸਤਾ। ਇਹ ਬਾਕੀ ਜਿੰਨ ਜੁਨ ਭੂਤ ਪ੍ਰੇਤ ਸਾਰੇ ਜਿਹੜੇ ਸ਼ਹੀਦਾਂ ਤੋਂ ਥੱਲੇ ਹਨ। ਪਰੇ ਸ਼ਰਨ ਤੁਮਰੀ ਮਿਲਨ। ਮਲਿਨ ਮਹਾਰਾਜ ਅਸੀਂ ਬੜੇ ਮਲੀਨ ਆ, ਤੁਹਾਡੀ ਸ਼ਰਨ ਪੈ ਗਏ ਆ, ਕਿਰਪਾ ਕਰੋ ਸਾਡੇ ਤੇ। ਇਹੋ ਆਪ ਸੁਧਾਰੀ। ਸਾਹਿਬ ਜੀ ਅਸੀਂ ਵਿਗੜੇ ਆ, ਆਪ ਹੀ ਕਿਰਪਾ ਕਰਕੇ ਸਾਨੂੰ ਸੁਧਾਰ ਲਵੋ, ਅਸੀਂ ਨਾ ਕਿਤੇ ਭੂਤ ਪ੍ਰੇਤ ਬਣ ਜਾਈਏ। ਕਿਆ ਜਾਣੇ ਨਰ ਮੰਦ ਮਤ। ਮਹਾਰਾਜ ਮੰਦੀ ਮਤ ਹੈ, ਮਨੁੱਖ ਹੈ, ਕੀ ਅਸੀਂ ਜਾਣ ਸਕਦੇ ਆ ਇਹੋ ਜਿਹੀਆਂ ਸ਼ਕਤੀਆਂ ਬਾਰੇ। ਐਵੇਂ ਉਂਗਲ ਚੁੱਕ ਬੈਠਦੇ ਆ। ਗਤ ਅਗਮ ਅਪਾਰੀ। ਇਹ ਰੱਬ ਦੀ ਜਿਹੜੀ ਖੇਡ ਹੈ ਨਾ, ਕਹਿੰਦੇ ਵੀ ਬੜੀ ਪਹੁੰਚ ਬੜੀ ਅਗਮਾ ਪਾਰ ਹੈ। ਮਹਾਰਾਜ ਕਿਰਪਾ ਕਰੋ, ਸਾਨੂੰ ਸੁਧਾਰ ਲਵੋ, ਅਸੀਂ ਨਹੀਂ ਜਾਣ ਸਕਦੇ ਜੋ ਤੁਹਾਡੇ ਸ਼ਹੀਦਾਂ ਦੀਆਂ ਮਹਾਰਾਜ ਖੇਡਾਂ ਹਨ। ਜਿਵੇਂ ਸ਼ਹੀਦਾਂ ਸਿੰਘਾਂ ਬਾਰੇ ਕਲਗੀਧਰ ਸਾਹਿਬ ਜੀ ਨੇ ਦੱਸਿਆ, ਪਹਿਲਾਂ ਵੀ ਕੁਝ ਪ੍ਰਸੰਗ ਆਏ ਸੀ, ਅੱਗੇ ਨੂੰ ਵੀ ਕੋਈ ਸ਼ਹੀਦਾਂ ਸਿੰਘਾਂ ਬਾਬਤ ਆਵੇਗਾ। ਜਿਵੇਂ ਇੱਕ ਕਲਗੀਧਰ ਜੀ ਨੂੰ ਕਿਹਾ ਵੀ ਸੀ, ਕਹਿੰਦੇ ਮਹਾਰਾਜ ਸ਼ਹੀਦ ਸਿੰਘਾਂ ਦੇ ਜਿਹੜੇ ਹਨ ਜਾਂ ਹੋਰ ਜਿਹੜੀਆਂ ਇਹ ਭੂਤ ਪ੍ਰੇਤ ਜੇ ਆ ਇਹ ਹੁੰਦੇ ਤੇ ਵਿਖਾਓ ਖਾਂ। ਉਹ ਸਾਹਿਬਾਂ ਨੇ ਉਸ ਵੇਲੇ ਸਾਰੇ ਪ੍ਰਗਟ ਜੇ ਕਰ ਲਏ। ਉਹ ਕਹਿੰਦੇ ਵੀ ਕੌਣ? ਕਹਿੰਦੇ ਜੀ ਅਸੀਂ ਮਹਾਰਾਜ ਭੂਤ ਪ੍ਰੇਤ ਹਾਂ, ਤੁਹਾਡੇ ਹੁਕਮ ਕਰਕੇ ਇੱਥੇ ਆਏ, ਉਵੇਂ ਅਸੀਂ ਆ ਨਹੀਂ ਸਕਦੇ ਜਿੱਥੇ ਸੰਗਤ ਹੋਵੇ। ਸਾਹਿਬ ਕਹਿੰਦੇ ਵੀ ਤੁਹਾਡੀ ਗਿਣਤੀ ਕਿੰਨੀ ਕੁ ਹੈ? ਕਹਿੰਦੇ ਮਹਾਰਾਜ ਪਹਿਲਾਂ ਤੇ ਬਹੁਤ ਹੁੰਦੀ ਸੀ, ਹੁਣ ਘਟ ਗਈ ਹੈ। ਕਹਿੰਦੇ ਘਟੀ ਕਿਉਂ? ਕਹਿੰਦੇ ਜਦੋਂ ਦਾ ਗੁਰੂ ਰਾਮਦਾਸ ਸਾਹਿਬ ਜੀ ਨੇ
ਇਹ ਲਾਵਾਂ ਦਾ ਪਾਠ ਉਚਾਰ ਦਿੱਤਾ ਨਾ, ਉਦੋਂ ਦਾ ਕਹਿੰਦੇ ਸਾਡੀ ਗਿਣਤੀ ਘਟ ਗਈ। ਉਹਦਾ ਕਾਰਨ ਇਹ ਸੀ ਵੀ ਪਹਿਲਾਂ ਜਦੋਂ ਕੋਈ ਵਿਆਹ ਹੁੰਦਾ ਸੀ ਅਸੀਂ ਇੱਕ ਵਾਲ ਉਹ ਲਾੜੇ ਦਾ ਤੇ ਇੱਕ ਲਾੜੀ ਦਾ ਕਹਿੰਦੇ ਵੀ ਖਿੱਚ ਜੇ ਲੈਂਦੇ ਸਾਂ, ਉਹ ਫਿਰ ਰਹਿੰਦਾ ਹੀ ਵੀ ਕਲੇ ਕੁਲੇ ਜੀ ਵੀ ਸਾਡੇ ਵਰਗੀ ਰਹਿਣੀ ਜਾਂ ਮਰ ਮੁਰ ਕੇ ਫਿਰ ਸਾਡੇ 'ਚ ਹੀ ਆ ਰਲਦੇ ਸੀ। ਹੁਣ ਗੁਰੂ ਰਾਮਦਾਸ ਸਾਹਿਬ ਨੇ ਲਾਵਾਂ ਦਾ ਪਾਠ ਉਚਾਰਤਾ, ਉਹਦਾ ਜਿੱਥੇ ਪਾਠ ਹੋ ਜਾਂਦਾ ਏ ਕਹਿੰਦੇ ਇੱਥੇ ਤਾਂ ਭਾਵੇਂ ਉਹ ਕਈ ਵਾਰ ਝਗੜ ਲੈਂਦੇ ਆ ਪਰ ਮਰ ਕੇ ਫਿਰ ਉਹ ਸਾਡੇ 'ਚ ਨਹੀਂ ਆ ਕੇ ਰਲਦੇ। ਇਵੇਂ ਸਾਡੀ ਗਿਣਤੀ ਘਟਦੀ ਜਾਂਦੀ। ਸਾਹਿਬ ਨੇ ਆਖਿਆ ਸੀ ਵੀ ਇੱਦਾਂ ਭਾਈ ਨਿਤਨੇਮ ਦੇ ਨਾਲ ਆ ਵੀ ਬਾਣੀ ਪੜ੍ਹ ਲਿਆ ਕਰੋ ਲਾਵਾਂ ਦੀ। ਗੁਰੂ ਰਾਮਦਾਸ ਸਾਹਿਬ ਨੇ ਵੇਖੋ ਤੁਹਾਨੂੰ ਭੂਤ ਪ੍ਰੇਤ ਜੂਨੀਆਂ 'ਚ ਜਾਣ ਤੋਂ ਬਚਾ ਦਿੱਤਾ। ਇਸੇ ਤਰ੍ਹਾਂ ਲਧਾਈ ਕੇ ਨਗਰ ਉੱਧਰ ਕਲਿਆਣਸਰ ਸਾਹਿਬ ਗੁਰਦੁਆਰਾ ਹੈ, ਉੱਧਰ ਦੇ ਮਹਾਂਪੁਰਖ ਬਾਬਾ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਹੋਰ ਜਥੇ ਦੇ ਸਿੰਘ, ਉਹ ਕਲਿਆਣਸਰ ਦੇ ਜਿਹੜੇ ਮਹਾਂਪੁਰਖ ਸੀ ਉਹਨਾਂ ਨੂੰ ਪੁੱਛਿਆ ਵੀ ਸਿੰਘ ਕਹਿੰਦੇ ਨੇ ਵੀ ਸ਼ਹੀਦਾਂ ਸਿੰਘਾਂ ਬਾਰੇ ਬੜਾ ਸੁਣਦੇ ਆ ਵੀ ਕਦੀ ਵੇਖੇ ਨੇ? ਕਹਿੰਦੇ ਹਾਂ ਇੱਕ ਵਾਰ ਦਰਸ਼ਨ ਹੋਏ ਸੀ। ਕਹਿੰਦੇ ਵੀ ਮੈਂ ਇੱਥੇ ਬਾਰ-ਬਾਰ ਜੇ ਸੈਰ ਕਰਦਾ ਸੀ ਤੇ ਉਧਰੋਂ ਬਰਸ਼ਿਆਂ ਵਾਲੇ ਨੀਲੇ ਬਾਣੇ ਹੱਥਾਂ 'ਚ ਕੜੇ, ਕਹਿੰਦੇ ਘੋੜਿਆਂ 'ਤੇ ਚੜ੍ਹੇ ਹੋਣ, ਨਗਾਰੇ ਵਜਾਉਂਦੇ ਹੋਣ, ਅਕਾਲ ਹੀ ਅਕਾਲ ਕਰਦੇ ਤੇ ਨੇੜੇ ਆਏ ਤੇ ਫਤਿਹ ਬੁਲਾਈ ਤੇ ਅੱਗੇ ਨੂੰ ਲੰਘ ਗਏ। ਤੇ ਉਹ ਮਹਾਂਪੁਰਖ ਕਹਿੰਦੇ ਵੀ ਜਦੋਂ ਅੱਗੇ ਨੂੰ ਲੰਘੇ ਤੇ ਮੈਂ ਸੋਚਿਆ ਵੀ ਇਹ ਹੁਣ ਕਲਿਆਣਸਰ ਜਾਣਗੇ ਤੇ ਆਪਾਂ ਵੀ ਛੇਤੀ ਜਾ ਕੇ ਵੀ ਇਹਨਾਂ ਨੇ ਰਸਦਾਂ ਮੰਗਣੀਆਂ ਏ ਤੇ ਉਹ ਜਾ ਕੇ ਰਸਦਾਂ ਬਸਦਾਂ ਦਈਏ। ਕਹਿੰਦੇ ਮੈਂ ਵੀ ਇਹਨਾਂ ਦੇ ਮਗਰ ਕਾਹਲੀ ਕਰਦਿਆਂ ਮੈਂ ਸੋਚਿਆ ਕਿਉਂਕਿ ਇੱਕ ਰਾਹ ਸੀ ਕਹਿੰਦੇ ਸਿੱਧਾ ਲਧਾਈ ਕੇ ਨੂੰ ਜਾਂਦਾ ਤੇ ਇੱਕ ਰਾਹ ਸੀ ਅੱਗੋਂ ਮੁੜ ਕੇ ਕਹਿੰਦੇ ਵੀ ਉਹ ਕਲਿਆਣਸਰ ਗੁਰਦੁਆਰੇ ਨੂੰ ਜਾਂਦਾ। ਵੀ ਮੈਂ ਇਹ ਸੋਚਿਆ ਵੀ ਜੇ ਤਾਂ ਕਲਿਆਣਸਰ ਨੂੰ ਮੁੜਨਗੇ ਤਾਂ ਫੇਰ ਰਸਤਾ ਦੇਵਾਂਗੇ ਜਾ ਕੇ, ਜੇ ਸਿੱਧੇ ਲੰਘ ਗਏ ਫਿਰ ਇਹਨਾਂ ਕਿਤੇ ਹੋਰ ਪੜਾਅ ਕਰਨਾ ਹੋਣਾ। ਉਹ ਕਹਿੰਦੇ ਕਲਿਆਣਸਰ ਨੂੰ ਮੁੜ ਗਏ। ਮੈਂ ਕਹਿੰਦੇ ਵੀ ਕਾਹਲੀ ਦੇ ਨਾਲ ਭੱਜ ਕੇ ਪਿੱਛੇ ਆਇਆ। ਉਹ ਜਦੋਂ ਆ ਕੇ ਉਹਨਾਂ ਨੂੰ ਵੇਖਿਆ ਉਹ ਕਿਤੇ ਦਿਖੇ ਨਾ, ਫਿਰ ਨਾਲ ਦਿਆਂ ਨੂੰ ਪੁੱਛਿਆ ਵੀ ਇੱਥੇ ਸਿੰਘ ਆਏ ਸੀ? ਉਹ ਕਹਿੰਦੇ ਜੀ ਇੱਥੇ ਤਾਂ ਕੋਈ ਨਹੀਂ ਆਇਆ। ਮਹਾਂਪੁਰਖ ਕਹਿੰਦੇ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ, ਨਗਾਰੇ ਵਜਾਉਂਦੇ, ਜਕਾਰੇ ਛੱਡਦੇ, ਨਿਸ਼ਾਨ ਸਾਹਿਬ ਹੱਥ ਵਿੱਚ ਘੋੜਿਆਂ ਨੂੰ ਦੜਾਉਂਦੇ ਹੋਏ ਕਹਿੰਦੇ ਵੀ ਇੱਧਰ ਅੰਦਰ ਨੂੰ ਆਏ ਆ। ਉਹ ਕਹਿੰਦੇ ਨਾ ਜੀ ਤੁਹਾਨੂੰ ਭੁਲੇਖਾ, ਕੋਈ ਨਹੀਂ ਆਇਆ। ਉਹ ਮਹਾਂਪੁਰਖ ਕਰਨੀ ਵਾਲੇ ਸਨ। ਉਹ ਕਹਿੰਦੇ ਫਿਰ ਅਸੀਂ ਜਾਣ ਲਿਆ ਵੀ ਇਹ ਅੰਦਰ ਨੂੰ ਗਏ ਨੇ ਪਰ ਅੰਦਰੋਂ ਕਿਸੇ ਨੂੰ ਦਿਖੇ ਨਹੀਂ। ਇਹ ਗੁਰੂ ਦੀਆਂ ਸ਼ਹੀਦੀ ਫੌਜਾਂ ਹਨ ਵੀ ਇਹ ਆਪਣੀ ਖੁਸ਼ੀ ਦੇ ਵਿੱਚ ਵਿਚਰਦੇ ਹਨ। ਜਿਵੇਂ ਪਿੱਛੇ ਆਇਆ ਨਾ ਵੀ ਇਹ ਕਦੀ ਨੀਲਾ ਬਾਣਾ, ਕਦੀ ਪੀਲਾ ਬਾਣਾ, ਕਦੀ ਚਿੱਟਾ ਬਾਣਾ ਵੀ ਧਾਰਦੇ ਨੇ, ਜ਼ਿਆਦਾ ਨੀਲਾ ਪੀਲਾ ਹੀ ਰੱਖਦੇ ਹਨ। ਇਸ ਤਰ੍ਹਾਂ ਸ਼ਹੀਦਾਂ ਸਿੰਘਾਂ ਦੇ ਬਾਰੇ ਕਲਗੀਧਰ ਸਾਹਿਬ ਜੀ ਨੇ ਦੱਸਿਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਦੇ ਦੱਸੇ ਦੇ ਸਾਨੂੰ ਸਿਦਕ ਆਵੇ। ਅਸਲ ਦੇ ਵਿੱਚ ਜਿਹੜਾ ਸਿਦਕੀ ਹੈ ਉਹੀ ਗੁਰੂ ਦੇ ਭਰੋਸੇ ਵਾਲਾ ਹੀ ਫਿਰ ਜਿਹੜਾ ਹੈ ਸ਼ਹਾਦਤ ਦੇ ਸਕਦਾ। ਸ਼ਹਾਦਤ ਨਾਮ ਹੈ ਗਵਾਹੀ ਦਾ, ਸੱਚ ਤੇ ਗਵਾਹੀ ਦੇਣੀ, ਸੱਚ ਧਰਮ ਦੇ ਵਾਸਤੇ ਆਪਾਂ ਕੁਰਬਾਨ ਕਰ ਦੇਣਾ। ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਹਿਮਤ ਕਰਨ। ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦੇ ਹਾਂ। ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਗੁਰੂ ਮਹਾਰਾਜ ਤੇ ਗੁਰੂ ਦੀਆਂ ਸੰਗਤਾਂ ਬਖਸ਼ਿੰਦ ਨੇ, ਬਖਸ਼ਣਹਾਰ ਹਨ, ਬਖਸ਼ ਲੈਣਾ ਜ਼ਰੂਰੀ ਬੇਨਤੀ ਹੈ। ਮਿਸ਼ਲ ਸ਼ਹੀਦਾਂ ਤਰਨਾ ਦਲ ਜਿਸ ਜਥੇਬੰਦੀ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਸਾਹਿਬ ਹੋਏ, ਜਿਹਨੂੰ ਸ਼ਹੀਦਾਂ ਵਾਲੀ ਮਿਸ਼ਲ ਕਹਿੰਦੇ ਸਨ, ਉਸ ਜਥੇਬੰਦੀ ਦੇ 12ਵੇਂ ਜਥੇਦਾਰ ਬਾਬਾ ਬਿਸ਼ਨ ਸਿੰਘ ਸਾਹਿਬ, ਜਿਨ੍ਹਾਂ ਨੇ ਇਸ ਨਗਰ ਵਿੱਚ, ਇਸ ਇਲਾਕੇ ਵਿੱਚ, ਪੰਥ ਦੇ ਵਿੱਚ ਬੜੇ ਭਾਗ ਲਾਏ। ਉਹ ਮਹਾਂਪੁਰਖ ਜੋ 1994 ਨੂੰ ਸੱਚਖੰਡ ਜਾ ਬਰਾਜੇ ਸਨ, ਉਹਨਾਂ ਦੀ ਯਾਦ ਦੇ ਵਿੱਚ ਪਿਛਲੇ ਕੱਲ੍ਹ ਦੇ ਰੋਜ਼ ਤੋਂ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਮੌਜੂਦਾ ਮੁਖੀ ਬਾਬਾ ਗੱਜਣ ਸਿੰਘ ਸਾਹਿਬ ਜੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਵਾਏ ਗਏ ਨੇ, ਜਿਨ੍ਹਾਂ ਦੇ ਭੋਗ ਕੱਲ੍ਹ 6 ਹਾੜ ਦਿਨ ਐਤਵਾਰ 20 ਜੂਨ ਨੂੰ ਪੈਣਗੇ। ਸਾਰਾ ਦਿਨ ਗੁਰਮਤਿ ਸਮਾਗਮ ਸੱਜਣੇ ਹਨ। ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਨੇ। ਤਰ੍ਹਾਂ ਤਰ੍ਹਾਂ ਦੇ ਪਕਵਾਨ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਬਣੇ ਹੋਏ ਹਨ। ਮਹਾਂਪੁਰਖਾਂ ਵੱਲੋਂ ਹੁਕਮ ਹੈ ਵੀ ਸਮੂਹ ਸੰਗਤ ਨੂੰ ਸੁਨੇਹਾ ਲਾ ਦਿਓ। ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਵੀ ਵੱਧ ਚੜ੍ਹ ਕੇ ਆਪ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੋ। ਛਕਣ ਛਕਾਉਣ ਦੇ ਬਹਾਨੇ ਮਹਾਰਾਜ ਦੇ ਦਰ ਘਰ ਦੇ ਦਰਸ਼ਨ ਵੀ ਹੋ ਜਾਂਦੇ। ਇਹੀ ਗੁਰੂ ਘਰ ਦੀ ਮਰਿਆਦਾ ਹੈ, ਭੁੱਖਿਆਂ ਤੇ ਭਗਤੀ ਵੀ ਨਹੀਂ ਹੁੰਦੀ। ਸੋ ਇਸ ਕਈ ਤਰ੍ਹਾਂ ਦੇ ਪਕਵਾਨ ਜਿਹੜੇ ਹੁੰਦੇ ਆ ਛਕਣ ਛਕਾਉਣ ਦੇ, ਕੋਈ ਚਾਹਵਾਨ ਹੈ ਉਹ ਵੀ ਤਰ੍ਹਾਂ ਤਰ੍ਹਾਂ ਦੇ ਉੱਥੇ ਚੱਲ ਹੀ ਰਹੇ ਹਨ। ਤੇ ਨਾਲ ਗੁਰੂ ਕੇ ਲੰਗਰ ਤੇ ਨਾਲ ਗੁਰੂ ਕੇ ਜਸ, ਸਤਿਗੁਰੂ ਮਹਾਰਾਜ ਦੀ ਮਹਿਮਾ ਇਹ ਵੀ ਚੱਲੇਗੀ। ਆਪ ਸਰਬੱਤ ਸੰਗਤਾਂ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਵਿਖੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਸੁਣ ਸਿੱਖਣ ਗੁਰ ਕੋ ਬਚਨ, ਮਨ ਵੇਖੇ ਬਸਾਇਓ, ਧੰਨ ਪ੍ਰਭੂ ਪੂਰਨ ਕਲਾ ਤੁਮ ਸਗਲ ਬਤਾਇਓ।
ਪਰੇ ਸਰਣ ਤੁਮਰੀ ਮਲਨ ਲਹੋ ਆਪ ਸੁਧਾਰੀ ਕਿਆ ਜਾਣੈ ਨਰ ਮੰਦ ਮਤ ਗਤ ਅਗਮ ਅਪਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।